ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਵੀਰਾਂ ਭੈਣਾਂ ਨੂੰ ਸਵਾਗਤ ਹੈ ਤੁਹਾਡਾ ਗੁਰਮਤਿ ਕਲਾਸ ਵਿੱਚ। ਔਰ ਆਪ ਸਾਰਿਆਂ ਵੀਰਾਂ ਭੈਣਾਂ ਨੂੰ ਜੀ ਆਇਆਂ ਆਖਿਆ ਜਾਂਦਾ ਹੈ। ਜਿਵੇਂ ਕਿ ਆਪ ਸਭ ਨੂੰ ਪਤਾ ਹੈ, ਅਸੀਂ ਸਾਰੇ ਹੀ ਵੀਰ ਔਰ ਭੈਣਾਂ ਮਿਲ ਕੇ ਇੱਕ ਦੂਜੇ ਦੇ ਨਾਲ ਜਪਜੀ ਸਾਹਿਬ ਜੀ ਦੀ ਵਿਚਾਰ ਸਾਂਝੀ ਕਰ ਰਹੇ ਹਾਂ। ਹੁਣ ਤੱਕ ਅਸਾਂ 7 ਪੌੜੀਆਂ ਦੀ ਵਿਚਾਰ ਕੀਤੀ ਹੈ। 8ਵੀਂ ਪੌੜੀ ਦੀ ਵਿਚਾਰ ਅਸੀਂ ਅੱਜ ਸਾਂਝੀ ਕਰ ਰਹੇ ਹਾਂ ਤੇ ਇਸ ਦੇ ਅੰਦਰ ਆਪ ਜੀ ਨੂੰ ਪਤਾ ਹੈ ਕਿ ਜਪਜੀ ਸਾਹਿਬ ਜੀ ਦੇ ਵਿੱਚ ਇੱਕ ਹੀ ਸਵਾਲ ਹੈ, ਮਨੁੱਖਤਾ ਵਾਸਤੇ ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਲ। ਸਾਡੇ ਜੀਵਨ ਦਾ ਮਕਸਦ ਹੈ ਕਿ ਅਸੀਂ ਸਚਿਆਰ ਕਿਵੇਂ ਹੋਈਏ, ਸਾਡੇ ਅੰਦਰ ਜੋ ਕੂੜ ਦੀਆਂ ਦੀਵਾਰਾਂ ਬਣੀਆਂ ਹੋਈਆਂ ਨੇ ਉਹ ਕਿਵੇਂ ਟੁੱਟਣ, ਔਰ ਅਸੀਂ ਰੱਬ ਦੇ ਵਿੱਚ ਅਭੇਦ ਹੋ ਕੇ ਰੱਬ ਵਰਗੇ ਕਿਵੇਂ ਹੋ ਜਾਈਏ, ਕਿਉਂਕਿ ਸਚਿਆਰ ਰੱਬ ਹੈ ਤੇ ਰੱਬ ਦੇ ਵਿੱਚ ਮਿਲ ਕੇ ਅਸਾਂ ਸਚਿਆਰ ਹੋਣਾ ਹੈ। ਤੂੰ ਕਰਤਾ ਸਚਿਆਰ ਮਹਿੰਦਾ ਸਾਈਂ, ਅਸੀਂ ਵੀ ਉਸ ਰੱਬ ਵਰਗੇ ਬਣਨਾ ਹੈ। ਸਾਡੇ ਅੰਦਰ ਜੋ ਦੀਵਾਰਾਂ ਨੇ ਉਹ ਕਿਵੇਂ ਟੁੱਟਣ, ਹੁਣ ਤੱਕ ਅਸਾਂ ਇਹ ਵਿਚਾਰਾਂ ਕੀਤੀਆਂ ਨੇ ਔਰ ਉਹਦੇ ਵਾਸਤੇ ਇੱਕੋ ਹੀ ਸਾਧਨ ਦੱਸਿਆ ਹੈ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਕਿ ਜੋ ਸ਼ੁਰੂ ਤੋਂ ਲੈ ਕੇ ਨੇਮ ਤੁਰਿਆ ਆਉਂਦਾ ਹੈ ਕੁਦਰਤ ਦਾ, ਉਸ ਨੇਮ ਦੇ ਅੰਦਰ, ਹੁਕਮ ਦੇ ਅੰਦਰ, ਹੁਕਮ ਦਾ ਮਤਲਬ ਸਿਸਟਮ, ਹੁਕਮ ਦਾ ਮਤਲਬ ਲਾ ਆਫ ਨੇਚਰ, ਕੁਦਰਤ ਦੇ ਜੋ ਨਿਯਮ ਨਿਯਮਾਵਲੀ ਹੈ ਉਹਦੇ ਮੁਤਾਬਕ ਜ਼ਿੰਦਗੀ ਜੀਣਾ ਹੀ ਸਚਿਆਰ ਹੋਣ ਦਾ ਇੱਕੋ ਇੱਕ ਸਾਧਨ ਹੈ। ਹੋਰ ਕਿਸੇ ਕਰਮ ਕਾਂਡ ਦੇ ਨਾਲ ਸਚਿਆਰ ਨਹੀਂ ਹੋਇਆ ਜਾ ਸਕਦਾ। ਔਰ ਜਦੋਂ ਤੱਕ ਮਨੁੱਖ ਸਚਿਆਰ ਨਹੀਂ ਹੁੰਦਾ ਉਦੋਂ ਤੱਕ ਇਹਦੀਆਂ ਜਿੰਨੀਆਂ ਵੀ ਸਮੱਸਿਆਵਾਂ ਨੇ ਉਹ ਕਦੇ ਖਤਮ ਨਹੀਂ ਹੁੰਦੀਆਂ। ਸਚਿਆਰ ਹੋਣ ਵਿੱਚ ਹੀ ਮਨੁੱਖਤਾ ਦਾ ਭਲਾ ਹੈ, ਸਮਾਜ ਦਾ ਭਲਾ ਹੈ, ਸਾਡਾ ਆਪਣਾ ਭਲਾ ਹੈ, ਪਰਿਵਾਰਾਂ ਦਾ ਭਲਾ ਹੈ। ਤਾਂ ਅਸੀਂ ਸਚਿਆਰ ਕਿਵੇਂ ਹੋਣਾ ਹੈ, ਸਾਡੀ ਪ੍ਰੋਬਲਮ ਇਹ ਹੈ ਤੇ ਉਹਦੇ ਵਾਸਤੇ ਸਾਧਨ ਬੜਾ ਸੌਖਾ ਹੈ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ, ਯਾਨੀ ਮਨ ਬਚਨ ਔਰ ਕਰਮ ਕਰਕੇ ਅਸਾਂ ਸੱਚੇ ਹੋਣਾ ਹੈ। ਤਾਂ ਅੱਜ 8ਵੀਂ ਪੌੜੀ ਦੇ ਵਿੱਚ ਗੁਰਦੇਵ ਪਾਤਸ਼ਾਹ ਨੇ ਸਾਨੂੰ ਗੁਰੂ ਦੀ ਸਿੱਖਿਆ ਸੁਣਨ ਦੀ ਮਹਾਨਤਾ ਦੱਸੀ ਹੈ। ਇਹਦੇ ਵਿੱਚ ਗੁਰਦੇਵ ਪਾਤਸ਼ਾਹ ਜੀ ਨੇ ਸਾਨੂੰ ਬਖਸ਼ਿਸ਼ ਕੀਤੀ ਹੈ ਕਿ ਸੁਣਨ ਦੇ ਨਾਲ ਜੇ ਗੁਰੂ ਦੀ ਸਿੱਖਿਆ ਨੂੰ ਸੁਣਿਆ ਜਾਏ ਤਾਂ ਸਾਨੂੰ ਕੀ ਕੁਝ ਮਿਲ ਸਕਦਾ ਹੈ। ਮੈਂ ਥੋੜੀ ਜਿਹੀ ਵਿਚਾਰ ਸੁਣਨ ਬਾਰੇ ਆਪ ਦੇ ਨਾਲ ਸਾਂਝੀ ਕਰਦੇ ਹਾਂ। ਸਾਡੀ ਜ਼ਿੰਦਗੀ ਦੇ ਅੰਦਰ ਜਨਮ ਤੋਂ ਬਾਅਦ ਜਾਂ ਜਨਮ ਲੈਂਦਿਆਂ ਹੀ ਜੇ ਕੋਈ ਸਭ ਤੋਂ ਮਹੱਤਵਪੂਰਨ ਗੱਲ ਹੈ ਤਾਂ ਉਹ ਹੈ ਸੁਣਨਾ। ਜਿਹੜਾ ਬੱਚਾ ਜਨਮ ਤੋਂ ਸੁਣਦਾ ਨਹੀਂ ਨਾ, ਬੋਲਾ ਹੋਵੇ, ਉਹ ਗੂੰਗਾ ਵੀ ਜ਼ਰੂਰ ਹੋਏਗਾ, ਕਿਉਂਕਿ ਉਸਦੇ ਕੰਨਾਂ ਵਿੱਚ ਕੋਈ ਆਵਾਜ਼ ਨਹੀਂ ਪਵੇਗੀ, ਇਸ ਲਈ ਉਹ ਕੁਝ ਵੀ ਬੋਲ ਨਹੀਂ ਪਾਏਗਾ। ਸ਼ਬਦ ਹੀ ਅੰਦਰ ਨਹੀਂ ਗਏ ਤਾਂ ਬੋਲਣ ਦਾ ਸਵਾਲ ਪੈਦਾ ਨਹੀਂ ਹੁੰਦਾ। ਇਸ ਲਈ ਸਾਡੀ ਜ਼ਿੰਦਗੀ ਵਿੱਚ ਸਭ ਤੋਂ ਮਹਾਨ ਜੋ ਚੀਜ਼ ਹੈ ਸ਼ੁਰੂ ਦੇ ਅੰਦਰ ਸੁਣਨਾ। ਜੈਸੇ ਕਿਸੇ ਪਰਿਵਾਰ ਦੇ ਵਿੱਚ ਬੱਚਾ ਪੈਦਾ ਹੁੰਦਾ ਹੈ, ਜੈਸੀ ਉਹ ਬੋਲੀ ਸੁਣਦਾ ਹੈ ਮਾਂ-ਬਾਪ ਕੋਲੋਂ, ਸ਼ਬਦਾਵਲੀ ਸੁਣਦਾ ਹੈ, ਉਹ ਸ਼ਬਦਾਵਲੀ, ਉਹ ਭਾਸ਼ਾ ਉਹਦੇ ਅੰਦਰ ਜਾਂਦੀ ਹੈ, ਕੰਨਾਂ ਰਾਹੀਂ ਦਿਮਾਗ ਵਿੱਚ ਪੈਂਦੀ ਹੈ, ਹੌਲੇ ਹੌਲੇ ਉਹ ਸ਼ਬਦਾਵਲੀ ਨੂੰ ਸਿੱਖਦਾ ਜਾਂਦਾ ਹੈ ਤੇ ਉਹਦੀ ਉਹ ਮਾਤ ਭਾਸ਼ਾ ਬਣ ਜਾਂਦੀ ਹੈ। ਇਸ ਤਰ੍ਹਾਂ ਬੱਚਾ ਅੱਗੇ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਨਾ ਸ਼ੁਰੂ ਕਰਦਾ। ਸੁਣਨ ਦੇ ਅੰਦਰ ਜੈਸੀ ਉਹ ਸ਼ਬਦਾਵਲੀ ਸੁਣੇਗਾ ਵੈਸੀ ਹੀ ਬੱਚੇ ਦੀ ਸ਼ਬਦਾਵਲੀ ਹੋ ਜਾਏਗੀ। ਜਿਸ ਟੋਨ ਦੇ ਉੱਤੇ ਪਰਿਵਾਰ ਦੇ ਲੋਕ ਬੋਲਣਗੇ ਬੱਚੇ ਦੀ ਵੀ ਟੋਨ ਵੈਸੀ ਹੀ ਹੋਵੇਗੀ। ਅੱਗੇ ਚੱਲ ਕੇ ਅਸੀਂ ਦੇਖਦੇ ਹਾਂ ਬੱਚੇ ਨੇ ਫਿਰ ਸਾਥੀਆਂ ਵਿੱਚ ਖੇਲਣਾ ਹੈ। ਜੋ ਸ਼ਬਦਾਵਲੀ ਬੱਚਿਆਂ ਤੋਂ, ਸਾਥੀਆਂ ਤੋਂ, ਆਂਢ ਗੁਆਂਢ ਤੋਂ ਸੁਣਦਾ ਹੈ ਉਹ ਸ਼ਬਦਾਵਲੀ ਉਹਦੇ ਅੰਦਰ ਜਾਂਦੀ ਰਹਿੰਦੀ ਹੈ। ਉਸ ਤੋਂ ਉਪਰੰਤ ਉਹ ਬੱਚਾ ਸਕੂਲ ਵਿੱਚ ਜਾਂਦਾ ਹੈ। ਜੈਸੇ ਸਕੂਲ ਵਿੱਚ ਪਾਇਆ ਜਾਵੇ ਹਿੰਦੀ, ਪੰਜਾਬੀ ਜਾਂ ਅੰਗਰੇਜ਼ੀ ਵਾਲੇ 'ਚ, ਉਹੋ ਜਿਹੀ ਉਹ ਭਾਸ਼ਾ ਅੱਗੇ ਸਿੱਖਦਾ ਜਾਂਦਾ ਹੈ। ਫਿਰ ਜਿਹੜੇ ਸਬਜੈਕਟ ਵਿੱਚ ਉਸ ਨੂੰ ਪਾਇਆ ਜਾਏ ਉਹ ਸਬਜੈਕਟ ਦਾ ਹੌਲੇ ਹੌਲੇ ਉਹ ਮਾਸਟਰ ਬਣ ਜਾਂਦਾ ਹੈ। ਡਾਕਟਰ, ਇੰਜੀਨੀਅਰ, ਵਿਗਿਆਨਿਕ, ਮਨੋਵਿਗਿਆਨਿਕ, ਫਿਲੋਸਫਰ, ਜਿੰਨੇ ਵੀ ਪੜ੍ਹੇ ਲਿਖੇ ਲੋਕ ਨੇ, ਉਹਨਾਂ ਨੇ ਜੋ ਵੀ ਆਪਣੇ ਅਧਿਆਪਕਾਂ ਤੋਂ, ਪ੍ਰੋਫੈਸਰਾਂ ਤੋਂ ਸੁਣਿਆ ਹੈ, ਜੋ ਕੁਝ ਉਹਨਾਂ ਨੇ ਪੜ੍ਹਿਆ ਹੈ, ਉਹ ਡਿਗਰੀ ਉਹਨਾਂ ਨੇ ਹਾਸਲ ਕਰ ਲਈ ਹੈ। ਇਹ ਸਾਰਾ ਸੁਣਨ ਦੀ ਹੀ ਮਹਾਨਤਾ ਹੈ। ਇਸ ਤੋਂ ਇਲਾਵਾ ਜੇ ਕੋਈ ਨਕਾਰਾਤਮਕ ਸੋਚ ਸੁਣਦਾ ਹੈ, ਨਕਾਰਾਤਮਕ ਬੋਲ ਸੁਣਦਾ ਹੈ ਤਾਂ ਉਹਦਾ ਜੀਵਨ ਵੀ ਨਕਾਰਾਤਮਕ ਹੋ ਜਾਂਦਾ ਹੈ। ਉਹਦੇ ਅੰਦਰ ਨੈਗੇਟਿਵਿਟੀ ਆ ਜਾਂਦੀ ਹੈ, ਉਹਦੇ ਅੰਦਰ ਹੀਨ ਭਾਵਨਾ ਆ ਜਾਂਦੀ ਹੈ ਔਰ ਕਈ ਵਾਰ ਬੰਦਾ ਮਾਨਸਿਕ ਰੋਗਾਂ ਦਾ ਸ਼ਿਕਾਰ ਹੋ ਜਾਂਦਾ ਹੈ, ਇਨਫੀਰੀਓਰਿਟੀ ਕੰਪਲੈਕਸ ਦਾ ਸ਼ਿਕਾਰ ਹੋ ਜਾਂਦਾ ਹੈ।
ਔਰ ਉਹ ਬੰਦਾ ਕੁਛ ਵੀ ਕਰ ਨਹੀਂ ਪਾਉਂਦਾ, ਸਫਲ ਨਹੀਂ ਹੁੰਦਾ। ਅਸੀਂ ਆਮ ਵੇਖਦੇ ਹਾਂ, ਜੋ ਮਨੋਵਿਗਿਆਨਿਕ ਲੋਕ ਦੱਸਦੇ ਨੇ ਕਿ 15 ਸਾਲ ਦੇ ਬੱਚੇ ਦੇ ਅੰਦਰ ਕਰੀਬ 1.5 ਲੱਖ ਵਾਰੀ ਨਾ ਸ਼ਬਦ ਅਸੀਂ ਪਾ ਦਿੰਦੇ ਹਾਂ, 1.5 ਲੱਖ ਵਾਰਾ। ਤੇ ਜਿਹੜਾ ਸ਼ਬਦ 20-25 ਵਾਰੀ ਅਸੀਂ ਦੁਹਰਾ ਲਈਏ ਉਹ ਸਾਡੇ ਸਬਕੌਂਸ਼ੀਅਸ ਅੰਦਰ ਚਲਾ ਜਾਂਦਾ ਹੈ। ਤੇ ਜਿਹੜੀ ਚੀਜ਼ 1.5 ਲੱਖ ਵਾਰ ਸਾਡੇ ਅੰਦਰ ਗਈ ਹੋਈ, ਦੇਖੋ ਕੀ ਕਰੇਗੀ ਉਹ। ਅਸੀਂ ਬੱਚਿਆਂ ਨੂੰ ਬੋਲਦੇ ਹਾਂ, ਤੇਰੇ ਤੋਂ ਇਹ ਕੰਮ ਨਹੀਂ ਹੋਣਾ, ਇਹ ਨਾ ਕਰੀ, ਉਧਰ ਨਾ ਜਾਈ, ਇੰਜ ਨਾ ਕਰੀ, ਉਹ ਨਾ ਕਰੀ, ਉਹ ਨਾ ਕਰੀ। ਤੇ 18 ਸਾਲ ਦਾ ਜਦੋਂ ਹੋ ਜਾਂਦਾ, ਅਸੀਂ ਉਹਨੂੰ ਕਹਿੰਦੇ ਹਾਂ ਹੁਣ ਕੁਛ ਕਰ, ਕਰੇ ਕੀ ਜਦੋਂ ਕਰਨ ਲਈ ਕੁਛ ਦੱਸਿਆ ਹੀ ਨਹੀਂ। ਉਹਨੂੰ ਤੇ ਦੱਸਿਆ ਗਿਆ ਹੈ ਇਹ ਨਾ ਕਰ, ਇਹ ਨਾ ਕਰ, ਤੇਰੇ ਤੋਂ ਇਹ ਨਹੀਂ ਹੋਣਾ, ਇਹ ਨਹੀਂ ਹੋਣਾ। ਯਾਨੀ ਜੇ ਨੈਗੇਟਿਵ ਅਸੀਂ ਬੋਲਾਂਗੇ ਤਾਂ ਬੱਚੇ ਨੈਗੇਟਿਵ ਹੋ ਜਾਣਗੇ। ਜੇ ਅਸੀਂ ਨੈਗੇਟਿਵ ਬੋਲ ਸੁਣਾਂਗੇ, ਜਿਵੇਂ ਸਾਡੇ ਅੰਦਰ ਇਹ ਚੀਜ਼ਾਂ ਬਾਰ-ਬਾਰ ਪਾ ਦਿੱਤੀਆਂ ਗਈਆਂ ਨਾ, ਜੇ ਅਸੀਂ ਧਰਮ ਦੀ ਗੱਲ ਕਰੀਏ ਕਿ ਅੰਮ੍ਰਿਤ ਛਕਣਾ ਬੜਾ ਔਖਾ ਹੈ, ਬੜਾ ਔਖਾ ਹੈ, ਰਹਿਤ ਨਹੀਂ ਰਹਿਣੀ, ਧਰਮ ਨਿਭਾਉਣਾ ਬੜਾ ਔਖਾ ਹੈ, ਬਾਣੀ ਪੜ੍ਹਨੀ ਬੜੀ ਔਖੀ ਹੈ, ਪੜ੍ਹੀ ਨਹੀਂ ਜਾਣੀ, ਸਮਝੀ ਨਹੀਂ ਜਾਣੀ, ਬਾਣੀ ਦੇ ਅਰਥ ਕਰਨੇ ਕੋਈ ਐਵੇਂ ਥੋੜਾ ਨੇ। ਇਹ ਚੀਜ਼ਾਂ ਅਸਾਂ ਬਾਰ-ਬਾਰ ਸੁਣੀਆਂ ਨਾ, ਤਾਂ ਸਾਡੇ ਅੰਦਰ ਇਹ ਵਿਸ਼ਵਾਸ ਬਣ ਗਿਆ ਕਿ ਵਾਸਤਵ ਚ ਗੱਲ ਠੀਕ ਹੈ ਕਿ ਅਸੀਂ ਬਾਣੀ ਸਮਝ ਨਹੀਂ ਸਕਦੇ, ਅਰਥ ਕਰ ਨਹੀਂ ਸਕਦੇ, ਅੰਮ੍ਰਿਤ ਛਕ ਕੇ ਰਹਿਤ ਰੱਖਣੀ ਬੜੀ ਔਖੀ ਹੈ। ਇਹ ਚੀਜ਼ਾਂ ਸਾਡੇ ਅੰਦਰ ਪੈ ਗਈਆਂ, ਅਸੀਂ ਅੰਮ੍ਰਿਤ ਛਕਣਾ ਹੀ ਛੱਡ ਦਿੱਤਾ। ਧਰਮ ਨਿਭਾਉਣਾ ਬੜਾ ਔਖਾ ਹੈ, ਰਹਿਤ ਰੱਖਣੀ ਬੜੀ ਔਖੀ ਹੈ, ਬੱਚਿਆਂ ਨੇ ਰਹਿਤ ਇਸ ਪਾਸੇ ਆਉਣਾ ਹੀ ਛੱਡ ਦਿੱਤਾ। ਇਹਦਾ ਰੀਜ਼ਨ ਕੀ ਹੈ ਕਿ ਅਸੀਂ ਇਹ ਨੈਗੇਟਿਵ ਵਿਚਾਰ ਸੁਣੇ ਨੇ। ਦੂਜਾ ਹੈ, ਕੁਝ ਲੋਕ ਪੋਜ਼ਿਟਿਵ ਵਿਚਾਰ ਸੁਣਦੇ ਨੇ, ਉਹਨਾਂ ਦੇ ਅੰਦਰ ਚੜ੍ਹਦੀ ਕਲਾ ਆ ਜਾਂਦੀ ਹੈ, ਉਹ ਸਵਾਭਿਮਾਨੀ ਹੋ ਜਾਂਦੇ ਨੇ। ਜਿਨ੍ਹਾਂ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਵਿਚਾਰ ਸੁਣੇ, ਉਹਨਾਂ ਦੇ ਅੰਦਰ ਕਿੰਨੀ ਸਕਾਰਾਤਮਕਤਾ ਆਈ। ਉਹ ਕਾਤਲ ਲੋਕ ਵੀ ਧਰਮੀ ਲੋਕ ਹੋ ਗਏ, ਉਹਨਾਂ ਦੇ ਕਤਲਗਾਹ ਵੀ ਗੁਰਦੁਆਰਿਆਂ ਦੇ ਅੰਦਰ ਤਬਦੀਲ ਹੋ ਗਏ। ਕੌਡੇ ਭੀਲ ਵਰਗੇ ਲੋਕਾਂ ਨੂੰ ਤੇਲ ਦੇ ਕੜਾਹਿਆਂ ਵਿੱਚ ਤਲਣ ਵਾਲੇ ਜੀਵਨ ਦਾਨ ਦੇਣ ਵਾਲੇ ਬਣ ਗਏ। ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਚੜ੍ਹਦੀ ਕਲਾ ਵਾਲੇ ਬੋਲ ਸੁਣੇ, ਉਹਨਾਂ ਨੇ ਗੁਲਾਮੀ ਦੀਆਂ ਜੰਜੀਰਾਂ ਲੋਕਾਂ ਦੀਆਂ ਕੱਟ ਦਿੱਤੀਆਂ। ਤਾਂ ਇਹ ਸੁਣਨ ਦੀ ਮਹਾਨਤਾ ਹੈ। ਹੁਣ ਸੁਣਨਾ ਅਸੀਂ ਕਿਵੇਂ ਹੈ, 3-4 ਪ੍ਰੋਬਲਮਸ ਨੇ ਸੁਣਨ ਵਾਸਤੇ। ਪਹਿਲੀ ਗੱਲ ਤੇ ਅਸੀਂ ਡਿਸਾਈਡ ਕਰਨਾ ਹੈ ਕਿ ਅਸੀਂ ਸੁਣਨਾ ਕੀ ਹੈ। ਤਾਂ ਗੁਰੂ ਜੀ ਕਹਿੰਦੇ ਨੇ, ਏਸ ਰਵਣ ਹੋ ਮੇਰੇ ਹੋ, ਸਾਚੈ ਸੁਣਨੇ ਨੂੰ ਪਠਾਏ। ਅਸਾਂ ਸੱਚ ਸੁਣਨਾ ਹੈ ਕਿਉਂਕਿ ਅਸੀਂ ਸਚਿਆਰ ਹੋਣਾ ਚਾਹੁੰਦੇ ਹਾਂ। ਸਾਡੀ ਮੰਜ਼ਿਲ ਹੈ ਸਚਿਆਰ ਹੋਣਾ, ਤੇ ਸਚਿਆਰ ਹੋਣ ਵਾਸਤੇ ਸਾਨੂੰ ਸੱਚ ਸੁਣਨਾ ਪਵੇਗਾ। ਜੇ ਕਰਮ ਕਾਂਡਾਂ ਦੀ ਗੱਲ ਸੁਣੋਗੇ, ਜੇ ਝੂਠ ਫਰੇਬ ਸੁਣੋਗੇ, ਤਾਂ ਸਚਿਆਰ ਅਸੀਂ ਨਹੀਂ ਹੋ ਪਾਵਾਂਗੇ। ਇਸ ਲਈ ਸੱਚ ਸੁਣਨਾ ਹੈ, ਤੇ ਜੈਸਾ ਅਸੀਂ ਸੁਣਾਂਗੇ ਵੈਸਾ ਅਸੀਂ ਹੋ ਜਾਵਾਂਗੇ। ਤਾਂ ਆਓ ਅਸੀਂ ਹੁਣ ਵਿਚਾਰ ਕਰੀਏ ਕਿ ਸੁਣਨਾ ਅਸੀਂ ਕਿਸ ਤਰ੍ਹਾਂ ਹੈ। ਥੋੜੀ ਜਿਹੀ ਮੈਂ ਵਿਚਾਰ ਇਹ ਵੀ ਰੱਖਦੇ ਹਾਂ ਆਪ ਦੇ ਸਾਹਮਣੇ। ਅਸੀਂ ਦੇਖਦੇ ਹਾਂ, ਜੋ ਮਸੀਤ ਵਾਲੀ ਸਾਖੀ ਹੈ ਉਹ ਤਾਂ ਤੁਸੀਂ ਸੁਣੀ ਹੋਈ ਹੈ ਨਾ, ਕਿ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਕਾਜੀ ਔਰ ਮੁੱਲਾ ਕਹਿੰਦੇ ਨੇ ਕਿ ਤੁਸੀਂ ਨਮਾਜ਼ ਕਿਉਂ ਨਹੀਂ ਪੜ੍ਹੀ, ਨਮਾਜ਼ ਕਿਉਂ ਨਹੀਂ ਪੜ੍ਹੀ। ਉਹ ਕਹਿੰਦੇ ਵੀ ਮੇਰੀ ਸ਼ਰਤ ਸੀ ਕਿ ਜੇ ਤੁਸੀਂ ਪੜੋਗੇ ਤੇ ਮੈਂ ਵੀ ਪੜਾਂਗਾ, ਤੁਸੀਂ ਨਹੀਂ ਪੜ੍ਹੀ, ਮੈਂ ਵੀ ਨਹੀਂ ਪੜ੍ਹੀ। ਉਹ ਕਹਿੰਦੇ ਨੇ ਬਾਬਾ ਅਸੀਂ ਤੇ ਤੇਰੇ ਸਾਹਮਣੇ ਪੜ੍ਹ ਰਹੇ ਹਾਂ, ਸਿਜਦੇ ਕੀਤੇ ਨੇ, ਨਮਾਜ਼ ਪੜ੍ਹੀ ਹੈ, ਪਰ ਗੁਰੂ ਸਾਹਿਬ ਜੀ ਕਹਿੰਦੇ ਨੇ ਪਿਆਰਿਓ, ਤਨ ਤੇ ਨਮਾਜ਼ ਪੜ੍ਹ ਰਿਹਾ ਸੀ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਤਨ ਜਿਹੜਾ ਹੈ ਸਿਜਦਾ ਕਰ ਰਿਹਾ ਹੈ, ਪਰ ਮਨ ਕਿੱਥੇ ਸੀ? ਮਨ ਤੇ ਕਾਬਲ ਵਿੱਚ ਘੋੜੇ ਖਰੀਦ ਰਿਹਾ ਹੈ, ਮਨ ਤੇ ਵਛੇਰੀ ਸਾਂਭ ਰਿਹਾ ਹੈ। ਤਾਂ ਇਹ ਪ੍ਰੋਬਲਮ ਕੱਲੀ ਮਸੀਤ ਵਿੱਚ ਨਹੀਂ ਆਉਂਦੀ, ਇਹ ਪ੍ਰੋਬਲਮ ਗੁਰਦੁਆਰਾ ਸਾਹਿਬ ਵੀ ਆਉਂਦੀ ਹੈ, ਇਹ ਮੰਦਿਰ ਵਿੱਚ ਵੀ ਆਉਂਦੀ ਹੈ, ਇਹ ਆਮ ਥਾਵਾਂ ਤੇ ਆਉਂਦੀ ਹੈ ਕਿ ਅਸੀਂ ਬੈਠੇ ਕਿੱਥੇ ਹਾਂ ਤੇ ਧਿਆਨ ਕਿੱਥੇ ਹੈ। ਪਾਠ ਪੜ੍ਹ ਰਹੇ ਹਾਂ, ਧਿਆਨ ਕਿੱਥੇ ਹੈ? ਸਕੂਲ ਵਿੱਚ ਬੈਠੇ ਹਾਂ, ਟੀਚਰ ਲੈਕਚਰ ਦੇ ਰਿਹਾ ਹੈ, ਧਿਆਨ ਕਿੱਥੇ ਹੈ? ਮੰਨ ਲਓ ਹੁਣ ਅਸੀਂ ਕਲਾਸ ਵਿੱਚ ਹਾਂ ਤਾਂ ਗੁਰਬਾਣੀ ਦੀ ਵਿਚਾਰ ਸੁਣਨ ਬੈਠੇ ਹਾਂ, ਧਿਆਨ ਕਿੱਥੇ ਹੈ? ਜੇ ਧਿਆਨ ਲਾਂਬੇ ਚਲਾ ਜਾਏਗਾ ਤਾਂ ਸੁਣ ਨਹੀਂ ਪਾਵਾਂਗੇ। ਇਸ ਲਈ ਸੁਣਨ ਵਾਸਤੇ ਪਹਿਲੀ ਸ਼ਰਤ ਹੈ ਇਕਾਗਰ ਚਿੱਤ ਹੋਣਾ, ਸਾਵਧਾਨ ਇਕਾਗਰ ਚਿੱਤ। ਅਸੀਂ ਦੇਖਦੇ ਹਾਂ ਗੁਰਦੁਆਰੇ ਸਾਹਿਬਾਨ ਦੇ ਅੰਦਰ ਲੋਕ ਨਾ ਕੰਧਾਂ ਦੇ ਨਾਲ ਲੱਗ ਕੇ ਬੈਠੇ ਹੁੰਦੇ ਨੇ। ਜਿਨ੍ਹਾਂ ਨੂੰ ਬੈਕ ਪ੍ਰੋਬਲਮ ਹੈ ਉਹ ਤਾਂ ਬਹਿਣ, ਉਹਨਾਂ ਦੀ ਮਜਬੂਰੀ ਹੈ। ਚੰਗੇ ਭਲੇ ਲੋਕ ਵੀ ਗੁਰਦੁਆਰਾ ਸਾਹਿਬ, ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਲਾਈਨ ਲਗਾ ਕੇ ਨਹੀਂ ਬੈਠਦੇ, ਕੰਧਾਂ ਦੇ ਨਾਲ ਬੈਠੇ ਹੋਣਗੇ, ਧੌਣਾ ਇੰਜ ਕਰਕੇ ਸੁੱਟ ਕੇ। ਗੁਰੂ ਜੀ ਕਹਿੰਦੇ ਨੇ ਸਾਵਧਾਨ ਇਕਾਗਰ ਚਿੱਤ, ਰੀੜ ਦੀ ਹੱਡੀ ਸਿੱਧੀ ਰੱਖੋ, ਸਾਵਧਾਨ ਹੋ ਕੇ ਬੈਠੋ, ਸੁਚੇਤ ਹੋ ਕੇ ਬੈਠੋ ਔਰ ਇਕਾਗਰ ਚਿੱਤ ਹੋ ਕੇ ਬੈਠੋ, ਫਿਰ ਤੁਸੀਂ ਸੁਣ ਪਾਓਗੇ। ਪਹਿਲੀ ਗੱਲ ਇਕਾਗਰ ਚਿੱਤ ਹੋਣਾ, ਸੁਣਨ ਦੇ ਅੰਦਰ ਧਿਆਨ ਰੱਖਣਾ।
ਸੁਣਨ ਦੇ ਅੰਦਰ ਦੂਜੀ ਪ੍ਰੋਬਲਮ ਇਹ ਆਉਂਦੀ ਹੈ ਕਿ ਬੰਦਾ ਸੁਣਦਿਆਂ ਹੋਇਆਂ ਇਹ ਸੋਚ ਰਿਹਾ ਹੁੰਦਾ ਹੈ ਕਿ ਮੈਂ ਇਹ ਸਵਾਲ ਕਰਨਾ ਹੈ। ਹੁਣ ਉਹ ਸਾਰੀ ਕਥਾ ਵਿੱਚ ਜਾਂ ਸਾਰੇ ਲੈਕਚਰ ਵਿੱਚ ਇਹ ਸੋਚੀ ਜਾਂਦਾ ਹੈ ਕਿ ਮੈਂ ਸਵਾਲ ਕਰਨਾ ਹੈ, ਤਾਂ ਹੁਣ ਉਹ ਸਰੋਤਾ ਨਹੀਂ ਰਿਹਾ। ਹੁਣ ਉਹਦੇ ਦਿਮਾਗ ਦੇ ਅੰਦਰ ਕੇਵਲ ਸਵਾਲ ਗੂੰਜ ਰਿਹਾ ਹੈ, ਉਹ ਕੁਝ ਸਮਝ ਨਹੀਂ ਪਾਏਗਾ ਕਿਉਂਕਿ ਸਾਰਾ ਧਿਆਨ ਸਵਾਲ ਤੇ ਲੱਗਾ ਹੋਇਆ ਹੈ। ਇਹਦਾ ਮਤਲਬ ਇਹ ਨਹੀਂ ਕਿ ਸਵਾਲ ਨਹੀਂ ਕਰਨਾ, ਸਵਾਲ ਲਿਖ ਲਓ, ਅੱਗੇ ਸੁਣਨਾ ਸ਼ੁਰੂ ਕਰੋ। ਦੂਜੇ ਪ੍ਰੋਬਲਮ ਇਹ ਆਉਂਦੀ ਹੈ ਕਿ ਅਸੀਂ ਇੱਥੇ ਇਹ ਭਾਈ ਜਾਂ ਟੀਚਰ ਗਲਤ ਬੋਲ ਗਿਆ ਜਾਂ ਸਹੀ ਬੋਲ ਗਿਆ, ਤਾਂ ਮੇਰਾ ਮਤਲਬ ਇਹ ਨਹੀਂ ਕਿ ਗਲਤ ਹੀ ਸੁਣੀ ਜਾਓ, ਨਾ, ਇਹ ਗੱਲ ਨਹੀਂ ਹੈ। ਗੱਲ ਕੇਵਲ ਸਰੋਤੇ ਦੇ ਗੁਣ ਦੀ ਕਰ ਰਿਹਾ ਹਾਂ। ਹੁਣ ਉਹ ਬੰਦਾ ਜੱਜ ਬਣ ਗਿਆ, ਇਸ ਟਾਈਮ ਉਹ ਸਰੋਤਾ ਨਹੀਂ ਰਿਹਾ ਕਿ ਕੀ ਠੀਕ ਹੈ ਕੀ ਗਲਤ ਹੈ, ਉਸ ਦਾ ਨਿਰਣਾ ਕਰਨ ਦੇ ਵਿੱਚ ਸਾਰਾ ਟਾਈਮ ਲੱਗ ਰਿਹਾ ਹੈ। ਹਾਂ, ਜੋ ਗਲਤ ਹੈ ਜਾਂ ਠੀਕ ਹੈ ਉਸ ਨੂੰ ਬਾਅਦ ਦੇ ਵਿੱਚ ਵਿਚਾਰਿਆ ਜਾ ਸਕਦਾ ਹੈ, ਲੇਕਿਨ ਸਰੋਤਾ ਜਦੋਂ ਬਣਨਾ ਹੈ, ਸੁਣਨਾ ਹੈ, ਤਾਂ ਧਿਆਨ ਚੀਜ਼ਾਂ ਰੱਖਣ ਵਾਲੀਆਂ ਨੇ। ਉਸ ਤੋਂ ਇਲਾਵਾ ਸੁਣਨਾ ਕੀ, ਅਸੀਂ ਆਪਣਾ ਗੋਲ, ਜਿਹੜੀ ਚੀਜ਼ ਤੁਹਾਡੇ ਗੋਲ ਵੱਲ ਲੈ ਜਾ ਰਹੀ ਹੈ ਉਹ ਚੀਜ਼ ਸੁਣੋ, ਤਾਂ ਤੁਸੀਂ ਆਪਣੇ ਗੋਲ ਤੇ ਪਹੁੰਚੋਗੇ। ਤੇ ਜੇ ਤੁਸੀਂ ਸੁਣ ਹੀ ਉਹ ਰਹੇ ਹੋ ਜਿਸ ਦਾ ਤੁਹਾਡੇ ਗੋਲ ਦੇ ਨਾਲ ਕੋਈ ਮਤਲਬ ਹੀ ਨਹੀਂ ਹੈ, ਤਾਂ ਤੁਸੀਂ ਆਪਣੇ ਗੋਲ ਵੱਲ ਨਹੀਂ ਜਾਓਗੇ। ਨਿੱਕੀ ਜਿਹੀ ਕਹਾਣੀ ਸੁਣਾ ਕੇ ਮੈਂ ਵਿਚਾਰ ਆਰੰਭ ਕਰਾਂ। ਦੋ ਪਿਓ ਪੁੱਤਰ ਸਫ਼ਰ ਵਿੱਚ ਜਾ ਰਹੇ ਸਨ। ਦੁਪਹਿਰ ਹੋ ਗਈ ਤੁਰਦਿਆਂ, ਤੇ ਬੱਚਾ ਕੁਛ ਥੱਕਿਆ ਤੇ ਕਹਿਣ ਲੱਗਾ, ਪਿਤਾ ਜੀ ਹੋਰ ਕਿੰਨਾ ਕੁ ਤੁਰਨਾ ਪੈਣਾ? ਪਿਤਾ ਕਹਿਣ ਲੱਗਾ, ਬੇਟਾ ਅੱਧਾ ਸਫ਼ਰ ਆ ਗਏ ਆ, ਅੱਧਾ ਸਫ਼ਰ ਹੋਰ ਰਹਿੰਦਾ, ਜਿੰਨਾ ਕੁ ਤੁਰਿਆ ਇੰਨਾ ਹੋਰ ਤੁਰਨਾ ਪੈਣਾ। ਤੇ ਬੱਚਾ ਕਹਿਣ ਲੱਗਾ, ਇਹ ਤਾਂ ਬਹੁਤ ਸਫ਼ਰ, ਇੰਨਾ ਤੁਰਨਾ ਕਿੰਨਾ ਔਖਾ ਹੈ। ਤੇ ਪਿਤਾ ਕਹਿਣ ਲੱਗਾ, ਬੇਟਾ ਕੋਈ ਗੱਲ ਨਹੀਂ, ਅੱਧੇ ਸਫ਼ਰ ਵਿੱਚ ਮੈਂ ਤੈਨੂੰ ਚੁੱਕ ਕੇ ਤੁਰਾਂਗਾ, ਤੇ ਅੱਧੇ ਸਫ਼ਰ ਦੇ ਅੰਦਰ ਤੂੰ ਮੈਨੂੰ ਚੁੱਕ ਕੇ ਤੁਰੇ ਤੇ ਬੜਾ ਸੌਖਾ ਸਫ਼ਰ ਨਿਕਲ ਜਾਏਗਾ। ਅੱਧੇ ਸਫ਼ਰ ਵਿੱਚ ਤੂੰ ਮੈਨੂੰ ਚੁੱਕ ਕੇ ਤੁਰ, ਅੱਧੇ ਸਫ਼ਰ ਵਿੱਚ ਮੈਂ ਤੈਨੂੰ ਚੁੱਕ ਲਵਾਂਗਾ, ਸਫ਼ਰ ਸੌਖਾ ਨਿਕਲ ਜਾਏਗਾ। ਕਹਿਣ ਲੱਗਾ, ਪਿਤਾ ਜੀ ਗੱਲ ਤੇ ਠੀਕ ਹੈ, ਪਰ ਥੱਕੇ ਤੇ ਪਹਿਲੋਂ ਹੀ ਆ, ਫਿਰ ਬੰਦੇ ਨੂੰ ਚੁੱਕ ਕੇ ਤੁਰਨਾ ਤੇ ਹੋਰ ਔਖਾ ਹੋ ਜਾਏਗਾ। ਕਹਿਣ ਲੱਗਾ, ਬੇਟਾ ਇਹ ਗੱਲ ਨਹੀਂ ਹੈ, ਗੱਲ ਇਹ ਹੈ ਕਿ ਅੱਧਾ ਸਫ਼ਰ ਮੈਂ ਗੱਲਾਂ ਕਰਾਂਗਾ, ਤੂੰ ਸੁਣਦਾ ਚੱਲੀ, ਅੱਧਾ ਸਫ਼ਰ ਤੂੰ ਗੱਲਾਂ ਕਰੀ, ਮੈਂ ਸੁਣਦਾ ਜਾਵਾਂਗਾ, ਗੱਲਾਂ ਗੱਲਾਂ 'ਚ ਪਤਾ ਵੀ ਨਹੀਂ ਲੱਗਣਾ, ਸਫ਼ਰ ਬੜਾ ਸੌਖਾ ਕੱਟਿਆ ਜਾਏਗਾ। ਬੇਟਾ ਕਹਿਣ ਲੱਗਾ, ਗੁੱਡ ਆਈਡੀਆ, ਬਹੁਤ ਚੰਗਾ ਵਿਚਾਰ ਹੈ, ਐਵੇਂ ਸੌਖਾ ਸਫ਼ਰ ਕੱਟਿਆ ਜਾਏਗਾ। ਪਿੱਛੇ ਇੱਕ ਤੀਜਾ ਬੰਦਾ ਹੋਰ ਆ ਰਿਹਾ ਸੀ, ਕਹਿਣ ਲੱਗਾ, ਵੀ ਮੇਰੀ ਗੱਲ ਸੁਣ ਲਓ, ਵਿਚਾਰ ਤੁਹਾਡੀ ਬਹੁਤ ਚੰਗੀ ਹੈ ਕਿ ਗੱਲਾਂ ਗੱਲਾਂ ਵਿੱਚ ਸਫ਼ਰ ਕੱਟਿਆ ਜਾਏਗਾ, ਪਰ ਮੇਰੀ ਇੱਕ ਗੱਲ ਧਿਆਨ ਨਾਲ ਸੁਣ ਲਓ, ਗੱਲ ਆਪਣੇ ਰਾਹ ਦੀ ਕਰਿਆ ਜੇ, ਗੱਲ ਆਪਣੀ ਮੰਜ਼ਿਲ ਦੀ ਕਰਿਓ, ਮਤਾਂ ਕਿਸੇ ਹੋਰ ਮੰਜ਼ਿਲ ਦੀ ਗੱਲ ਕਰਦਿਆਂ, ਗੱਲਾਂ ਕਰਦਿਆਂ ਰਾਹ ਗਲਤ ਪੈ ਜਾਓ ਤੇ ਕਦੇ ਪਹੁੰਚ ਹੀ ਨਾ ਪਾਓ। ਗੱਲ ਆਪਣੇ ਰਾਹ ਦੀ ਕਰਿਓ, ਗੱਲ ਆਪਣੀ ਮੰਜ਼ਿਲ ਦੀ ਕਰਿਓ। ਤਾਂ ਇਹਦਾ ਮਤਲਬ ਅਸਾਂ ਸੁਣਨਾ ਉਹ ਹੈ ਜੋ ਸਾਨੂੰ ਸਾਡੀ ਮੰਜ਼ਿਲ ਵੱਲ ਲੈ ਕੇ ਜਾ ਰਿਹਾ ਹੈ। ਜੇ ਹੋਰ ਕੁਝ ਸੁਣੋਗੇ ਤੇ ਮੰਜ਼ਿਲ ਤੇ ਪਹੁੰਚ ਨਹੀਂ ਪਾਓਗੇ। ਮੰਨ ਲਓ ਜੇ ਕੋਈ ਡਾਕਟਰ ਬਣਨਾ ਚਾਹੁੰਦਾ ਹੈ, ਅੱਖਾਂ ਦਾ ਆਈ ਸਪੈਸ਼ਲਿਸਟ ਬਣਨਾ ਚਾਹੁੰਦਾ ਹੈ, ਤੇ ਉਹ ਜਾ ਕੇ ਇਤਿਹਾਸ ਦੇ ਟੀਚਰ ਦੇ ਲੈਕਚਰ ਸੁਣਦਾ ਰਹੇ, ਤਾਂ ਉਹ ਬੰਦਾ ਕਦੇ ਡਾਕਟਰ ਨਹੀਂ ਬਣ ਪਾਏਗਾ। ਇਸ ਲਈ ਸੁਣਨਾ ਹੈ ਉਹ ਜੋ ਸਾਨੂੰ ਸਾਡੀ ਮੰਜ਼ਿਲ ਵੱਲ ਲੈ ਜਾਏ। ਹੁਣ ਸਾਡੀ ਮੰਜ਼ਿਲ ਕੀ ਹੈ? ਸਚਿਆਰ ਹੋਣਾ। ਤੇ ਸਚਿਆਰ ਅਸੀਂ ਕਿਵੇਂ ਹੋਣਾ? ਹੁਕਮ ਰਜ਼ਾਈ ਚੱਲਣਾ। ਤਾਂ ਇਹਦਾ ਮਤਲਬ ਸਾਨੂੰ ਹੁਕਮ ਦੀ ਗੱਲ ਸੁਣਨੀ ਚਾਹੀਦੀ ਹੈ। ਹੁਕਮ ਕੀ ਹੈ, ਹੁਕਮ ਵਿੱਚ ਅਸੀਂ ਕਿਵੇਂ ਤੁਰਨਾ ਹੈ, ਕਿਵੇਂ ਅਸੀਂ ਸਚਿਆਰ ਹੋਣਾ ਹੈ। ਤਾਂ ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਸਾਨੂੰ ਸਾਡੀ ਮੰਜ਼ਿਲ ਵੱਲ ਪਹੁੰਚਾਉਂਦੀ ਹੈ। ਇਸ ਲਈ ਇੱਧਰ ਉੱਧਰ ਦੇ ਕਰਮ ਕਾਂਡਾਂ ਨੂੰ ਛੱਡ ਕੇ ਗੁਰੂ ਦੀ ਪਾਵਨ ਬਾਣੀ ਨੂੰ ਸੁਣਨਾ ਹੈ। ਤਾਂ ਆਓ ਅਸੀਂ ਵਿਚਾਰ ਆਰੰਭ ਕਰੀਏ। ਗੁਰੂ ਜੀ ਕਹਿੰਦੇ ਹਨ, ਸੁਣਿਐ ਸਿੱਧ ਪੀਰ ਸੁਰਨਾਥ। ਇਸ ਦਾ ਉਚਾਰਨ ਸੁਣੀਏ ਨਹੀਂ ਕਰਨਾ। ਸੁਣੀਏ ਉਚਾਰਨ ਤਾਂ ਹੋਏਗਾ ਜੇ ਇਣਾਣੇ ਦੇ ਨਾਲ ਬਿਹਾਰੀ ਲੱਗੀ ਹੋਵੇ, ਤੇ ਫਿਰ ਉਹਦਾ ਅਰਥ ਹੋ ਜਾਏਗਾ ਆਓ ਮਿਲ ਕੇ ਸੁਣੀਏ, ਸਾਰੇ ਰਲ ਕੇ ਸੁਣੀਏ। ਪਰ ਇੱਥੇ ਸ਼ਬਦ ਹੈ ਸੁਣਿਐ। ਸੁਣਿਆ ਦਾ ਮਤਲਬ ਸੁਣਨ ਦੇ ਨਾਲ, ਸੁਣਨ ਕਰਕੇ, ਜੇ ਸੁਣਿਆ ਜਾਏ। ਸੁਣਿਐ ਸਿੱਧ ਪੀਰ ਸੁਰਨਾਥ। ਇਸ ਪੰਕਤੀ ਦਾ ਅਰਥ ਕੁਝ ਵਿਦਵਾਨਾਂ ਨੇ ਕੀਤਾ ਹੈ
कि जे प्रभु की सिफत सलाह विच सुरत जोड़ी जाए, ध्यान नाल सुनिया जाए, ਤਾਂ ਸਿੱਧਾਂ ਪੀਰਾਂ ਦੇਵਤਿਆਂ ਔਰ ਨਾਥਾਂ ਵਾਲੀ ਪਦਵੀ ਆਮ ਮਨੁੱਖ ਨੂੰ ਮਿਲ ਜਾਂਦੀ ਹੈ। ਆਮ ਮਨੁੱਖ ਸਿੱਧਾਂ ਪੀਰਾਂ ਦੇਵਤਿਆਂ ਨਾਥਾਂ ਵਾਲੀ ਪਦਵੀ ਪਾ ਲੈਂਦਾ ਹੈ। ਇਹ ਅਰਥ ਕੀਤੇ ਗਏ ਨੇ। ਲੇਕਿਨ ਜਦੋਂ ਅਸੀਂ ਗੁਰਬਾਣੀ ਨੂੰ ਪੜ੍ਹਦੇ ਹਾਂ ਤਾਂ ਸਿੱਧ ਪੀਰ ਸੁਰਨਾਥ ਦੀ ਬਹੁਤੀ ਵੈਲਿਊ ਗੁਰਬਾਣੀ ਵਿੱਚ ਹੈ ਨਹੀਂ। ਗੁਰੂ ਜੀ ਕਹਿੰਦੇ ਨੇ ਸਿੱਧ ਹੋਵਾਂ ਸਿੱਧ ਲਾਈ ਰਿੱਧ ਆਖਾਂ ਆਓ, ਗੁਪਤ ਪ੍ਰਗਟ ਹੋਏ ਬੈਸਾਂ ਲੋਕ ਰਾਖੇ ਭਾਓ, ਮਤ ਦੇਖ ਭੂਲਾਂ ਵਿਸਰੈ ਤੇਰਾ ਚਿੱਤ ਨਾ ਆਵੇ ਨਾਉ। ਕਿ ਮੈਂ ਰਿੱਧੀਆਂ ਸਿੱਧੀਆਂ ਵਿੱਚ ਹੀ ਉਲਝ ਜਾਵਾਂ ਤੇ ਤੇਰਾ ਨਾਮ ਹੀ ਚੇਤੇ ਨਾ ਆਵੇ, ਮੈਂ ਸੱਚ ਨੂੰ ਹੀ ਭੁੱਲ ਜਾਵਾਂ। ਪੀਰ ਵਾਸਤੇ ਗੁਰੂ ਜੀ ਕਹਿੰਦੇ ਨੇ ਪੀਰ ਪੂਜ ਲਗੇ ਪੀਰ ਆਖੀਏ ਸਭ ਮਿਲੇ ਸੰਸਾਰ। ਤਾਂ ਇੱਥੇ ਵੀ ਬਾਤ ਨਹੀਂ ਬਣਦੀ। ਜੇ ਅਸੀਂ ਦੇਵਤਿਆਂ ਦੀ ਗੱਲ ਕਰੀਏ ਤਾਂ ਦੇਵੀ ਦੇਵਾ ਪੂਜੇ ਭਾਈ ਕਿਆ ਮੰਗੋ ਕਿਆ ਦੇ, ਕੀ ਦੇਣਗੇ ਉਹ ਕੁਛ ਨਹੀਂ। ਤਾਂ ਇਹਦਾ ਮਤਲਬ ਗੁਰਬਾਣੀ ਦੇ ਅੰਦਰ ਸਿੱਧ ਪੀਰ ਸੁਰਨਾਥ ਦੀ ਕੋਈ ਬਹੁਤੀ ਵੈਲਿਊ ਨਹੀਂ ਹੈ। ਦੂਜੀ ਗੱਲ, ਜੇ ਸਾਰੇ ਹੀ ਸਿੱਧ ਦਾ ਮਤਲਬ ਪੁੱਗੇ ਹੋਏ ਯੋਗੀ, ਜਿਹੜੇ ਪੁੱਗੇ ਹੋਏ ਯੋਗੀ ਨੇ, ਸਮਾਜ ਚੱਲ ਨਹੀਂ ਸਕਦਾ ਐਵੇਂ। ਜੇ ਸਾਰੇ ਹੀ ਲੋਕ ਸਮਾਧੀਆਂ ਲਾ ਕੇ ਬਹਿ ਜਾਣ ਤਾਂ ਕੀ ਸਮਾਜ ਚੱਲ ਜਾਏਗਾ? ਕੋਈ ਖੇਤੀ ਨਾ ਕਰੇ, ਫੈਕਟਰੀਆਂ ਕਾਰਖਾਨੇ ਕੋਈ ਨਾ ਚਲਾਏ, ਜੋਬ ਨਾ ਕਰੇ, ਅਧਿਆਪਕ ਪੜ੍ਹਾਉਣ ਨਾ, ਜਾਂ ਹੋਰ ਜਿੰਨੇ ਵੀ ਮਹਿਕਮੇ ਨੇ ਮਿਲਟਰੀ ਪੁਲਿਸ ਆਦਿ, ਸਾਰੇ ਲੋਕ ਸਮਾਧੀਆਂ ਲਾ ਕੇ ਬਹਿ ਜਾਣ ਤਾਂ ਕੀ ਸਮਾਜ ਚੱਲ ਸਕਦਾ ਹੈ? ਨਹੀਂ ਚੱਲ ਸਕਦਾ। ਇਸ ਲਈ ਇਹਦਾ ਮੀਨਿੰਗ ਕੀ ਹੈ? ਸੁਣਿਆ ਦਾ ਮਤਲਬ ਸੁਣਨ ਨਾਲ, ਜੇ ਗੁਰੂ ਦੀ ਸੱਚੀ ਸਿੱਖਿਆ ਸੁਣੀ ਜਾਏ, ਜੇ ਗੁਰੂ ਦੀ ਸੱਚੀ ਸਿੱਖਿਆ ਧਿਆਨ ਨਾਲ ਸੁਣੀ ਜਾਏ, ਸੁਰਤ ਉਹਦੇ ਵਿੱਚ ਜੋੜੀ ਜਾਏ, ਉਹਨੂੰ ਅਮਲ ਵਿੱਚ ਲਿਆਂਦਾ ਜਾਏ, ਤਾਂ ਫਿਰ ਕੀ ਹੋਏਗਾ? ਸਿੱਧ ਪੀਰ ਸੁਰਨਾਥ ਇਹਨਾਂ ਦੀ ਅਸਲੀਅਤ ਦਾ ਪਤਾ ਲੱਗ ਜਾਏਗਾ। ਸਿੱਧ ਪੀਰ ਸੁਰਨਾਥ ਦੀ ਅਸਲੀਅਤ ਬਾਰੇ ਪਤਾ ਲੱਗ ਜਾਏਗਾ। ਦੇਖੋ ਹੁਣ ਲੋਕ ਪੂਜਦੇ ਸਨ ਨਾ ਅੱਜ ਤੱਕ ਇੰਦਰ ਦੇਵਤਾ, ਤੇ ਲੋਕ ਇਸ ਮੰਨਦੇ ਸਨ ਕਿ ਇੰਦਰ ਦੇਵਤਾ ਮੀਂਹ ਵਸਾਉਂਦਾ ਹੈ ਤੇ ਇੰਦਰ ਦੇਵਤੇ ਨੂੰ ਖੁਸ਼ ਕਰੋ। ਹੁਣ ਜੇ ਔੜ ਲੱਗ ਜਾਏ ਤਾਂ ਪਿੰਡਾਂ ਵਿੱਚ ਲੰਗਰ ਲਾਉਂਦੇ ਨੇ ਲੋਕ, ਯੱਗ ਹਵਨ ਕਰਾਉਂਦੇ ਨੇ, ਪਾਠ ਪੂਜਾ ਕਰਾਉਂਦੇ ਨੇ। ਲੇਕਿਨ ਅੱਜ ਲੋਕਾਂ ਨੂੰ ਪਤਾ ਲੱਗ ਗਿਆ ਕਿ ਇੰਦਰ ਕੋਈ ਦੇਵਤਾ ਨਹੀਂ, ਬੱਦਲ ਨੂੰ ਇੰਦਰ ਕਹਿੰਦੇ ਨੇ। ਤੇ ਬੱਦਲ ਕਿਵੇਂ ਬਣਦੇ ਨੇ? ਉਹ ਇੱਕ ਸਿਸਟਮ ਦੇ ਵਿੱਚ ਬਣ ਰਹੇ ਨੇ। ਅੱਜ ਤੇ ਕ੍ਰਿਤਰਿਮ ਬੱਦਲ ਬਣਾ ਕੇ ਵੀ ਬਰਸਾਤ ਪਾਉਣ ਲੱਗ ਗਏ, ਲੇਕਿਨ ਉਹਦਾ ਨੁਕਸਾਨ ਹੈ ਕਿਉਂਕਿ ਕੈਮੀਕਲ ਵਗੈਰਾ, ਇੱਕ ਵੱਖਰਾ ਟੌਪਿਕ ਹੈ। ਤਾਂ ਇਹ ਦੇਵਤੇ ਜਿੰਨੇ ਨੇ ਇਹ ਮਨੋਕਲਪਿਤ ਨੇ। ਜਦੋਂ ਤੁਸੀਂ ਟੈਬੂਜ਼ ਇਜ਼ਮ ਜਾਂ ਟੋਟਮ ਇਜ਼ਮ ਨੂੰ ਪੜ੍ਹੋਗੇ ਤਾਂ ਸਮਝ ਲੱਗ ਜਾਏਗੀ ਕਿ ਕਿਵੇਂ ਮਨੁੱਖ ਦੇ ਡਰ ਦੇ ਅੰਦਰੋਂ ਇਹ ਦੇਵਤੇ ਆਦਿਕ ਪੈਦਾ ਹੋਏ ਨੇ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜਦੋਂ ਤੁਸੀਂ ਗੁਰੂ ਦੀ ਸੱਚੀ ਸਿੱਖਿਆ ਸੁਣਦੇ ਹੋ ਤਾਂ ਤੁਹਾਨੂੰ ਦੇਵਤਿਆਂ ਦੀ, ਸਿੱਧਾਂ ਦੀ, ਪੀਰਾਂ ਦੀ, ਨਾਥਾਂ ਦੀ ਅਸਲੀਅਤ ਦਾ ਪਤਾ ਲੱਗ ਜਾਂਦਾ ਹੈ ਕਿ ਇਹਨਾਂ ਦੀ ਅਸਲੀਅਤ ਕੀ ਹੈ। ਹੁਣ ਚੰਦਰਮਾ ਨੂੰ ਲੋਕ ਮਾਮਾ ਮੰਨਦੇ ਸਨ ਨਾ, ਚੰਨ ਮਾਮਾ। ਸਾਨੂੰ ਸਾਡੀ ਮਾਂ ਨਿੱਕਿਆਂ ਨਿੱਕਿਆਂ ਨੂੰ ਕਹਿੰਦੀ ਹੁੰਦੀ ਸੀ ਚੰਨ ਮਾਮਾ, ਤੇ ਅਸੀਂ ਬੜੇ ਖੁਸ਼ ਹੁੰਦੇ ਸਾਂ ਕਿ ਉਹ ਮਾਮਾ ਐਸਾ, ਮੇਰਾ ਵੀ ਮਾਮਾ, ਮੇਰੇ ਪਿਓ ਦਾ ਵੀ ਮਾਮਾ, ਮੇਰੀ ਮਾਂ ਦਾ ਵੀ ਮਾਮਾ, ਮੇਰੇ ਬੱਚਿਆਂ ਦਾ ਵੀ ਮਾਮਾ, ਮਾਮੇ ਦਾ ਵੀ ਮਾਮਾ, ਨਾਨੇ ਦਾਦਿਆਂ ਦਾ ਵੀ ਮਾਮਾ। ਤੇ ਅੱਜ ਮਾਮੇ ਦਾ ਪਤਾ ਲੱਗ ਗਿਆ ਨਾ ਕਿ ਉਹ ਮਾਮਾ ਮਾਮਾ ਨਹੀਂ ਹੈਗਾ। ਬੱਚਿਆਂ ਨੂੰ ਵਰਾਉਣ ਵਾਸਤੇ ਕਿਹਾ ਜਾਂਦਾ ਸੀ ਉਹ ਵੀ ਧਰਤੀ ਦਾ ਉਪਗ੍ਰਹਿ ਹੈਗਾ, ਧਰਤੀ ਦੇ ਚੁਫੇਰੇ ਧਰਤੀ ਵਰਗਾ ਇੱਕ ਟੁਕੜਾ ਹੈ। ਪਤਾ ਲੱਗ ਗਿਆ ਨਾ ਅਸਲੀਅਤ ਦਾ। ਤਾਂ ਜਦੋਂ ਅਸੀਂ ਸੱਚੀ ਸਿੱਖਿਆ ਸੁਣਦੇ ਹਾਂ ਗੁਰੂ ਦੀ, ਉਦੋਂ ਇਹਨਾਂ ਦੀ ਅਸਲੀਅਤ ਦਾ ਪਤਾ ਲੱਗ ਜਾਂਦਾ ਹੈ ਕਿ ਦੇਵਤਿਆਂ ਨੂੰ ਮਨਾਉਣ ਦੇ ਨਾਲ ਕੁਛ ਨਹੀਂ ਹੋਣਾ। ਇੱਥੇ ਜੋ ਮਿਲਣਾ ਹੈ ਕੰਮ ਕੀਤਿਆਂ ਮਿਲਣਾ ਹੈ। ਇੱਥੇ ਤੁਹਾਡੇ ਬੋਲਾਂ ਦਾ, ਤੁਹਾਡੇ ਵਿਹਾਰ ਦਾ, ਉਹਦਾ ਮੁੱਲ ਪੈਣਾ ਹੈ, ਉਹਦੇ ਰਾਹੀਂ ਤੁਹਾਨੂੰ ਮਿਲਣਾ ਹੈ। ਇਸ ਲਈ ਜਦੋਂ ਕੋਈ ਸੱਚੀ ਗੁਰੂ ਦੀ ਸਿੱਖਿਆ ਸੁਣਦਾ ਹੈ, ਸੱਚੀ ਸਿੱਖਿਆ ਸੁਣਨ ਦੇ ਨਾਲ ਸਿੱਧ ਪੀਰ ਸੁਰਨਾਥਾਂ ਦੀ ਅਸਲੀਅਤ ਦਾ ਗਿਆਨ ਹੋ ਜਾਂਦਾ ਹੈ। ਅੱਗੇ ਦੱਸਦੇ ਨੇ ਸੁਣੈ ਧਰਤ ਧਵਲ ਆਕਾਸ਼। ਧਰਤ ਦਾ ਮਤਲਬ ਧਰਤੀ ਤੇ ਧਵਲ ਦਾ ਮਤਲਬ ਹੈ ਧੌਲਾ ਬੈਲ। ਆਕਾਸ਼ ਦਾ ਮਤਲਬ ਆਕਾਸ਼ ਤੇ ਆਕਾਸ਼ ਦੇ ਅੰਦਰ ਵਿਚਰ ਰਹੇ ਅਨੰਤ ਤਾਰਕਾ ਮੰਡਲ, ਆਕਾਸ਼ ਗੰਗਾਵਾਂ, ਗ੍ਰਹਿ ਨਕਸ਼ਤਰ, ਖੰਡ ਮੰਡਲ, ਬ੍ਰਹਿਮੰਡ ਜੋ ਵੀ ਹੈ। ਮੰਨਿਆ ਜਾਂਦਾ ਸੀ ਕਿ ਧਰਤੀ ਨੂੰ ਇੱਕ ਬੈਲ ਨੇ ਚੁੱਕਿਆ ਹੋਇਆ। ਇਹ ਸਾਨੂੰ ਵੀ ਬਚਪਨ ਵਿੱਚ ਸੁਣਾਇਆ ਗਿਆ, ਅਸੀਂ ਵੀ ਸੁਣਦੇ ਰਹੇ। ਹੁਣ ਇਹ ਚੀਜ਼ਾਂ ਹੌਲੀ ਹੌਲੀ ਖਤਮ ਹੋਈਆਂ ਨੇ,
ਜਿਵੇਂ ਜਿਵੇਂ ਸਾਇੰਸ ਨੇ ਤਰੱਕੀ ਕੀਤੀ ਬਹੁਤ ਕੁਝ ਸਪਸ਼ਟ ਹੋ ਗਿਆ। ਮੰਨਿਆ ਜਾਂਦਾ ਸੀ ਕਿ ਧਰਤੀ ਦੇ ਥੱਲੇ ਇੱਕ ਬੈਲ ਹੈ, ਉਸ ਬੈਲ ਨੇ ਧਰਤੀ ਨੂੰ ਚੁੱਕਿਆ ਹੋਇਆ ਹੈ। ਸਿੰਘ ਦੇ ਉੱਤੇ ਧਰਤੀ ਚੁੱਕੀ ਹੋਈ ਹੈ। ਜਦੋਂ ਬੈਲ ਥੱਕ ਜਾਂਦਾ ਹੈ, ਇੱਕ ਸਿੰਘ ਤੋਂ ਦੂਜੇ ਸਿੰਘ ਤੇ ਭਾਰ ਕਰਦਾ ਹੈ, ਉਦੋਂ ਭੁਚਾਲ ਆਉਂਦੇ ਨੇ। ਪਰ ਗੁਰੂ ਨਾਨਕ ਪਾਤਸ਼ਾਹ ਜੀ ਇਸ ਦੁਨੀਆ ਵਿੱਚ ਆਏ ਤੇ ਉਹਨਾਂ ਨੇ ਕਿਹਾ ਵੀ ਧਰਤੀ ਥੱਲੇ ਕੋਈ ਬੈਲ ਨਹੀਂ ਹੈ, ਨਾ ਇਹ ਬੈਲ ਦੇ ਆਸਰੇ ਖੜੀ ਹੈ, ਸਗੋਂ ਧੌਲ ਧਰਮ ਦਇਆ ਕਾ ਪੂਤ। ਧਰਮ ਦਾ ਮਤਲਬ ਕੁਦਰਤ ਦੇ ਬੱਝਵੇਂ ਨਿਯਮ, ਉਹਨਾਂ ਦੇ ਆਸਰੇ ਧਰਤੀ ਖੜੀ ਹੈ, ਕਿਸੇ ਬੈਲ ਦੇ ਸਿੰਘ ਤੇ ਨਹੀਂ ਖੜੀ ਹੋਈ। ਧੌਲ ਕੀ ਇਹ ਧਰਮ ਹੈ। ਧਰਮ ਦਾ ਮਤਲਬ ਨਿਯਮ, ਲਾ ਆਫ ਨੇਚਰ, ਰੱਬ ਦੀ ਰਜ਼ਾ ਪਾਣਾ, ਕੁਦਰਤ ਦੇ ਬੱਝਵੇਂ ਨਿਯਮ, ਉਹਨਾਂ ਨਿਯਮਾਂ ਦੇ ਸਿਰ ਤੇ ਖੜੀ ਹੈ। ਭਗਤ ਕਬੀਰ ਜੀ ਦੇ ਨਾਲ ਵੀ ਇਹ ਗੋਸ਼ਟ ਹੋਈ ਤੇ ਬ੍ਰਾਹਮਣ ਨੇ ਕਿਹਾ ਕਿ ਧਰਤੀ ਨੂੰ ਬੈਲ ਨੇ ਚੁੱਕਿਆ। ਭਗਤ ਕਬੀਰ ਜੀ ਕਹਿਣ ਲੱਗੇ ਮੰਨ ਲਓ ਕਿ ਬੈਲ ਨੇ ਹੀ ਚੁੱਕਿਆ, 2 ਮਿੰਟ ਲਈ ਮੰਨ ਲੈਨੇ ਆ, ਮੰਨ ਲਿਆ ਬੈਲ ਨੇ ਚੁੱਕਿਆ, ਪਰ ਜੋ ਆਕਾਸ਼ ਦੇ ਅੰਦਰ ਤਾਰੇ ਚਮਕ ਰਹੇ ਨੇ, ਅਨੰਤ ਤਾਰੇ ਨੇ, ਉਹਨਾਂ ਨੂੰ ਕਿਨੇ ਚੁੱਕਿਆ ਹੋਇਆ? ਉਹਨਾਂ ਥੱਲੇ ਤੇ ਕੋਈ ਬੈਲ ਦਿਸ ਨਹੀਂ ਰਿਹਾ। ਓਏ ਜੋ ਦਿਸੈ ਅੰਬਰ ਤਾਰੇ, ਕਿਨ ਓਏ ਚੀਤੇ ਚੀਤਨ ਹਾਰੇ। ਤੇ ਬ੍ਰਾਹਮਣ ਕਹਿਣ ਲੱਗਾ ਹੈ ਕਬੀਰ ਤੂੰ ਹੈ ਕਮਲਾ, ਇਹ ਜਿਹੜੇ ਤਾਰੇ ਨੇ ਆਕਾਸ਼ ਦੇ ਨਾਲ ਲੱਗੇ ਹੋਏ ਨੇ, ਆਕਾਸ਼ ਨਾਲ ਜੁੜੇ ਹੋਏ ਨੇ। ਭਗਤ ਕਬੀਰ ਜੀ ਕਹਿਣ ਲੱਗੇ ਚਲੋ ਕੋਈ ਨਾ, ਤੇਰੀ ਇਹ ਗੱਲ ਮੰਨ ਲੈਨੇ ਆ ਵੀ ਆਕਾਸ਼ ਦੇ ਨਾਲ ਲੱਗੇ ਨੇ, ਪਰ ਮੇਰਾ ਅਗਲਾ ਸਵਾਲ ਹੈ ਕਹੋਰੇ ਪੰਡਿਤ ਅੰਬਰ ਕਾਸਿਓਂ ਲਾਗਾ। ਜੇ ਤਾਰੇ ਆਕਾਸ਼ ਨਾਲ ਲੱਗੇ ਨੇ ਤੇ ਆਕਾਸ਼ ਕਿਹੜੀ ਸ਼ੈ ਦੇ ਨਾਲ ਲੱਗਾ ਹੋਇਆ? ਬੂਝੇ ਬੂਝਨਹਾਰ ਸੁਭਾਗਾ। ਤਾਂ ਇੱਥੇ ਧਵਲ ਦਾ ਮਤਲਬ ਹੈ ਆਸਰਾ। ਸੁਣਿਆ ਜਦੋਂ ਅਸੀਂ ਗੁਰੂ ਦੀ ਸੱਚੀ ਸਿੱਖਿਆ ਸੁਣਦੇ ਹਾਂ ਤਾਂ ਗੁਰੂ ਦੀ ਸੱਚੀ ਸਿੱਖਿਆ ਸੁਣਨ ਦੇ ਨਾਲ ਸਮਝ ਆ ਜਾਂਦੀ ਹੈ ਕਿ ਧਰਤੀ ਔਰ ਆਕਾਸ਼ ਦਾ ਜੋ ਆਸਰਾ ਹੈ ਉਹ ਕੋਈ ਬੈਲ ਨਹੀਂ, ਉਹ ਰੱਬ ਆਪ ਹੈ। ਉਹਦੇ ਬੱਝਵੇਂ ਕੁਦਰਤ ਦੇ ਨਿਯਮ ਨੇ, ਉਸ ਦਾ ਹੁਕਮ ਹੈ, ਹੁਕਮ ਰਜ਼ਾਈ ਚੱਲਣਾ, ਲਾ ਆਫ ਨੇਚਰ ਹੈ, ਇੱਕ ਬੱਝਵਾਂ ਨਿਯਮ ਹੈ। ਉਸ ਨਿਯਮ ਨਿਯਮਾਵਲੀ ਦੇ ਅੰਦਰ ਇਹ ਧਰਤੀ, ਖੰਡ ਮੰਡਲ, ਬ੍ਰਹਿਮੰਡ, ਆਕਾਸ਼ ਦੇ ਅੰਦਰ ਚਮਕ ਰਹੇ ਤਾਰੇ, ਇਹ ਉਸ ਨੇਮ ਦੇ ਅੰਦਰ ਖੜੇ ਨੇ। ਉਹ ਆਪ ਇਹਨਾਂ ਦਾ ਆਸਰਾ ਹੈ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ। ਨਾਮ ਦਾ ਮਤਲਬ ਉੱਥੇ ਹੈ ਹੁਕਮ, ਸਿਸਟਮ। ਇਸ ਸਿਸਟਮ ਦੇ ਅੰਦਰ ਇਹ ਸਾਰਾ ਕੁਝ ਹੈ। ਜਦੋਂ ਅਸੀਂ ਗੁਰੂ ਦੀ ਸੱਚੀ ਸਿੱਖਿਆ ਸੁਣਦੇ ਹਾਂ ਤਾਂ ਸਾਨੂੰ ਇਹ ਸਮਝ ਪੈ ਜਾਂਦੀ। ਸੁਣਿਆ ਦੀਪ ਲੋ ਪਾਤਾਲ। ਦੀਪ ਲੋ ਪਾਤਾਲ ਜਿਹੜੇ ਜਜ਼ੀਰੇ ਨੇ, ਟੁਕੜੇ ਨੇ, ਲੋਕ ਨੇ, ਪਤਾਲ ਨੇ। ਲੋਕ ਮੰਨਦੇ ਨੇ 7 ਲੋਕ ਨੇ, ਕੋਈ 14 ਲੋਕ ਮੰਨਦਾ ਹੈ। ਬਹੁਤ ਸਾਰੇ ਧਰਤੀ ਦੇ ਟੁਕੜੇ ਨੇ, ਖੰਡ ਨੇ, ਜਜ਼ੀਰੇ ਨੇ। ਤਾਂ ਗੁਰੂ ਦੀ ਸੱਚੀ ਸਿੱਖਿਆ ਸੁਣਨ ਦੇ ਨਾਲ ਸਾਨੂੰ ਇਹ ਸਮਝ ਪੈਂਦੀ ਹੈ ਕਿ ਜਿੰਨੇ ਵੀ ਦੀਪ, ਖੰਡ ਨੇ, ਲੋਕ ਨੇ, ਪਤਾਲ, ਨੀਵੀਆਂ ਥਾਵਾਂ ਨੇ, ਇਹਨਾਂ ਸਭ ਦਾ ਆਸਰਾ ਰੱਬ ਆਪ ਹੈ। ਉਹਦਾ ਹੁਕਮ ਹੈ, ਉਹਦੇ ਹੁਕਮ ਦੇ ਅੰਦਰ ਨੇ। ਔਰ ਸਭ ਦੀਪ ਲੋ ਪਾਤਾਲ ਦੇ ਅੰਦਰ ਉਹ ਪ੍ਰਭੂ ਆਪ ਸਮਾਇਆ ਹੋਇਆ ਹੈ, ਆਪ ਵਿਆਪਕ ਹੈ। ਇਹ ਦੀਪਾਂ ਲੋਆਂ ਬਾਰੇ ਪਤਾ ਲੱਗ ਜਾਂਦਾ ਹੈ ਕਿ ਸਾਰੇ ਇੱਕ ਸਿਸਟਮ ਦੇ ਅਧੀਨ ਕੰਮ ਕਰ ਰਹੇ ਨੇ, ਇੱਕ ਹੁਕਮ ਦੇ ਅਧੀਨ ਕੰਮ ਕਰ ਰਹੇ ਨੇ। ਹੁਕਮ ਤੋਂ ਬਾਹਰ ਕੋਈ ਨਹੀਂ ਹੈ। ਅਸੀਂ ਪਿੱਛੇ ਪੜ੍ਹਿਆ ਹੈ ਨਾ, ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ, ਹੁਕਮ ਲੈ ਵਡਿਆਈ। ਤੇ ਅਖੀਰ ਵਿੱਚ ਕਹਿੰਦੇ ਨੇ ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਨਾਨਕ ਹੁਕਮੈ ਜੇ ਬੁਝੈ ਤਾਂ ਹਉਮੈ ਕਹਿਣਾ ਕੋਏ। ਜੇ ਉਸ ਹੁਕਮ ਨੂੰ ਕੋਈ ਜਾਣ ਲਵੇ ਤਾਂ ਫਿਰ ਕੋਈ ਇਹ ਨਹੀਂ ਕਹੇਗਾ ਕਿ ਮੈਂ ਹੁਕਮ ਤੋਂ ਬਾਹਰ ਕੁਝ ਕਰ ਸਕਦਾ ਹਾਂ, ਮੈਂ ਹੁਕਮ ਤੋਂ ਬਾਹਰ ਵੀ ਕੁਝ ਸੋਚ ਸਕਦਾ ਹਾਂ, ਸਿਸਟਮ ਤੋਂ ਬਾਹਰ ਮੈਂ ਕੁਝ ਕਰ ਸਕਦਾ ਹਾਂ। ਐਸਾ ਕੁਝ ਵੀ ਨਹੀਂ। ਜਦੋਂ ਸਿਸਟਮ ਤੋਂ ਬਾਹਰ ਕੋਈ ਕੁਝ ਕਰ ਹੀ ਨਹੀਂ ਸਕਦਾ ਤਾਂ ਫਿਰ ਸਿੱਧ, ਪੀਰ, ਸੁਰਨਾਥ ਜਾਂ ਦੇਵੀ ਦੇਵਤਿਆਂ ਦੀ ਕੀ ਵੈਲਿਊ ਰਹਿ ਜਾਏਗੀ? ਕਿਉਂਕਿ ਇਹ ਵੀ ਵਿੱਚ ਹੀ ਆ ਗਿਆ ਨਾ ਹੁਕਮ ਦੇ। ਜਦੋਂ ਅਸੀਂ ਇਸ ਚੀਜ਼ ਨੂੰ ਸਮਝ ਜਾਵਾਂਗੇ ਨਾ ਤਾਂ ਸਾਨੂੰ ਸਮਝ ਆ ਜਾਏਗੀ ਕਿ ਦੇਵੀ ਦੇਵਤੇ, ਸਿੱਧ, ਪੀਰ, ਸੁਰਨਾਥ ਵੀ ਆਮ ਬੰਦੇ ਨੇ। ਇਹਨਾਂ ਦੇ ਹੱਥ ਵਿੱਚ ਹੁਕਮ ਤੋਂ ਬਾਹਰ ਕੁਝ ਨਹੀਂ ਹੈ। ਹੁਕਮ ਦੇ ਅੰਦਰ ਹੀ ਸਾਰਿਆਂ ਨੇ ਰਹਿਣਾ ਹੈ। ਹੁਕਮ ਤੋਂ ਬਾਹਰ ਨਾ ਸਾਨੂੰ ਕੋਈ ਵਰ ਦੇ ਸਕਦਾ ਹੈ,
ना सानू कोई श्राप दे सकता है, हुक्म तो बाहर ना सानू दुख मिल सकता है, हुक्म तो बाहर ना सानू सुख मिल सकता है, हुक्म दे अंदर ही जीवन है, हुक्म दे अंदर ही मौत है। इन्हां चीजां दी समझ आ जाए। अगला बचन करदे ने, सुणिया पोह न सकै काल। इनू पोहे नहीं पढ़ना, पोह। सुणिया पोह न सकै काल, सुणिया ते विश्राम लगाना है। सुनन दे नाल, गुरु दी सच्ची सिक्ख्या सुनन नाल, गुरु दा सच्चा ज्ञान सुनन नाल, रब दे हुक्म सिस्टम बारे सुनन समझन दे नाल, सुरत जोड़न दे नाल काल नहीं पो सकदा। काल दा मतलब मौत। पहली गल, शरीरक मौत दा डर नहीं रहिंदा, क्योंकि ये सच्चाई प्रगट हो जाती है कि शरीरक तौर ते हर बंदे ने ही मरना है। कोई 100 साल जी लवे, कोई 200 साल जी ले, कोई 50 साल जी ले, मरना ते पवेगा। जे 100 वरियां जीवना, हुण वैज्ञानिक लोग कह रहे हैं कि आने वाले समय में ऐसियां दवाइयां आ जाणगियां, बंदा 150 200 साल जी सकेगा। तो 200 साल मरना तो फिर भी पैना है, 500 साल जी ले, 1000 साल जी ले, मरना तो फिर भी पैना है। जे 100 वरियां जीवना, 1000 साल भी कोई जी लवे, मरना तो पैना है। तो फिर मौत का डर नहीं रहेगा। ये सच्चाई समझ आ जाएगी कि ये सच्चाई है, ये टल नहीं सकती। इस चीज की समझ आ जाएगी, पहली गल। ते दूजी गल ये है कि उन्होंने आत्मक मौत नहीं पोएगी। एक शरीरक मौत का डर नहीं पोएगा, दूजा आत्मक मौते नहीं मरेगा। देखो, शरीर करके ते असीं मरना ही एक दिन सारिਆਂ ने, पर आम बंदा जिउंदा भी मोया ही होया है। दुनिया दे अंदर जिउंदियां लाशां तुरियां फिरदियां ने बहुतियां, सारिਆਂ दी गल नहीं, बहुतात गिनती विच। ਜਿਹੜਾ ਬੰਦਾ ਕਿਸੇ ਨਾਲ ਝੂਠ ਬੋਲਦਾ ਹੈ, ਠੱਗੀ ਕਰਦਾ ਹੈ, ਹੰਕਾਰ ਭਰੇ ਬਚਨ ਬੋਲਦਾ ਹੈ, ਕਿਸੇ ਦੀਆਂ ਸ਼ੁਭ ਭਾਵਨਾਵਾਂ ਦਾ ਕਤਲ ਕਰਦਾ ਹੈ, ਪਰ ਤਨ ਪਰ ਤੇਰੇ ਰੂਪ ਨੂੰ ਕਾਮੁਕ ਔਰ ਲਲਚਾਈਆਂ ਨਜ਼ਰਾਂ ਦੇ ਨਾਲ ਤੱਕਦਾ ਹੈ, ਕਿ ਉਹਨੂੰ ਜਿਉਂਦਾ ਬੰਦਾ ਕਹੋਗੇ? ਮੋਇਆ ਹੋਇਆ ਹੀ ਹੈ ਨਾ। ਸੋ ਜੀਵਿਆ ਜਿਸ ਮਨ ਵਸਿਆ ਸੋਏ। ਜਿਉਂਦਾ ਇਨਸਾਨ ਉਹ ਹੈ ਜਿਸ ਦੇ ਮਨ ਵਿੱਚ ਸੱਚ ਵਸ ਗਿਆ। ਨਾਨਕ ਅਵਰ ਨਾ ਜੀਵੈ ਕੋਏ। ਰੱਬੀ ਰਜ਼ਾ ਤੋਂ ਬਾਹਰ ਜੋ ਜੀ ਰਿਹਾ ਹੈ ਉਹ ਕੋਈ ਜ਼ਿੰਦਗੀ ਨਹੀਂ ਹੈ। ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੀਤਾ ਕਿਛ ਖਾਏ। ਇਸ ਲਈ ਉਹ ਬੰਦਾ ਆਤਮਕ ਮੌਤੇ ਨਹੀਂ ਮਰੇਗਾ ਜੋ ਗੁਰੂ ਦੀ ਸੱਚੀ ਸਿੱਖਿਆ ਨੂੰ ਸੁਣੇਗਾ। ਉਹ ਮਨ ਬਚਨ ਕਰਮ ਕਰਕੇ ਸੱਚਾ ਹੋਏਗਾ। ਉਹ ਆਪਣੇ ਅੰਦਰ ਝੂਠੀਆਂ ਦੀਵਾਰਾਂ ਨਹੀਂ ਖੜੀਆਂ ਕਰੇਗਾ। ਮਨੁੱਖਤਾ ਦੇ ਅੰਦਰ ਜਾਤੀਵਾਦ ਦੀਆਂ, ਮੇਰ ਤੇਰ ਦੀਆਂ, ਅਮੀਰ ਗਰੀਬ ਦੀਆਂ, ਰਾਸ਼ਟਰਵਾਦ ਦੀਆਂ, ਧਰਮਾਂ ਦੀਆਂ, ਔਰ ਪ੍ਰਭੂ ਦੇ ਅੰਦਰ ਤੇ ਉਹਦੇ ਅੰਦਰ ਵੀ ਕੋਈ ਦੀਵਾਰ ਨਹੀਂ ਹੋਏਗੀ। ਉਹਨੂੰ ਸਮਝ ਆ ਜਾਏਗੀ ਕਿ ਮੈਂ ਰੱਬ ਦਾ ਹੀ ਰੂਪ ਹਾਂ। ਉਹਨੂੰ ਆਤਮਕ ਮੌਤ ਨਹੀਂ ਪਵੇਗੀ, ਉਹ ਆਤਮਕ ਜ਼ਿੰਦਗੀ ਜੀਵੇਗਾ। ਉਸ ਮਨੁੱਖ ਦੀ ਜ਼ਿੰਦਗੀ ਅੰਦਰ ਖੇੜਾ, ਖੁਸ਼ੀਆਂ, ਪ੍ਰਸੰਨਤਾ, ਇਨਸਾਨੀਅਤ, ਪੋਜ਼ਿਟਿਵਿਟੀ, ਚੜ੍ਹਦੀ ਕਲਾ ਹੋਏਗੀ। ਉਹ ਆਰੇ ਦੇ ਨਾਲ ਚਿਰਦਾ ਵੀ ਮੁਸਕਰਾਉਂਦਾ ਹੋਏਗਾ। ਕੁਝ ਲੋਕ ਗਦੇਲਿਆਂ ਤੇ ਬੈਠੇ ਵੀ ਰੋ ਰਹੇ ਨੇ, ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਤੱਤੀ ਤਵੀ ਤੇ ਵੀ ਖੁਸ਼ ਨੇ। ਉੱਥੇ ਵੀ ਤੇਰਾ ਕੀਆ ਮਿੱਠਾ ਲਾਗੇ, ਹਰਨਾਮ ਪਦਾਰਥ ਨਾਨਕ ਮੰਗੇ ਦੀ ਗੱਲ ਕਰ ਰਹੇ। ਅਸੀਂ 36 ਕਿਸਮ ਦੇ ਹਾਰ ਸ਼ਿੰਗਾਰ ਹੁੰਦੇ ਆ, 36 ਕਿਸਮ ਦੇ ਭੋਜਨ ਆਦਿਕ ਛਕਦੇ ਆ, ਅਨੇਕਾਂ ਕਿਸਮ ਦੇ ਬਸਤਰ ਓੜਦੇ ਆ, ਏਸੀ ਰੂਮਾਂ ਦੇ ਅੰਦਰ ਬੈਠੇ ਤੜਪ ਰਹੇ ਹਾਂ। ਲੇਕਿਨ ਮੀਰ ਮੰਨੂ ਦੇ ਜੇਲ੍ਹ ਦੇ ਅੰਦਰ ਨੌਜਵਾਨ ਭੈਣਾਂ, ਬਜ਼ੁਰਗ ਮਾਤਾਵਾਂ, ਮਾਸੂਮ ਬੱਚਿਆਂ ਦੇ ਟੁਕੜੇ ਦੇ ਹਾਰ ਗਲਿਆਂ ਵਿੱਚ ਪਵਾ ਕੇ ਸਵਾ ਸਵਾ ਮਣ ਦੇ ਪੀਸ ਨੇ ਪੀਸਤੇ ਭੁੱਖੀਆਂ ਔਰ ਤਿਹਾਈਆਂ ਵੀ ਕਹਿ ਰਹੀਆਂ ਨੇ ਤੇਰਾ ਕੀਆ ਮਿੱਠਾ ਲੱਗ ਗਿਆ। ਇਹ ਉਹਨਾਂ ਦੀ ਗੱਲ ਹੈ ਜਿਨ੍ਹਾਂ ਨੇ ਗੁਰੂ ਦੀ ਸੱਚੀ ਸਿੱਖਿਆ ਨੂੰ ਸੁਰਤ ਕਰਕੇ ਸੁਣਿਆ, ਸੁਰਤ ਕਰਕੇ ਮਨ ਵਿੱਚ ਵਸਾ ਲਿਆ। ਉਹਨਾਂ ਨੂੰ ਆਤਮਕ ਮੌਤ ਨਹੀਂ ਪਹੁੰਚ ਸਕਦੀ। ਉਹਨਾਂ ਨੂੰ ਕੋਈ ਆਚਰਨ ਔਰ ਆਦਰਸ਼ ਤੋਂ ਗਿਰਾ ਨਹੀਂ ਸਕਦਾ। ਉਹ ਕਿਸੇ ਵੀ ਕੀਮਤ ਤੇ ਖਰੀਦੇ ਨਹੀਂ ਜਾ ਸਕਦੇ, ਸੱਚ ਤੋਂ ਪਾਸੇ ਨਹੀਂ ਹੁੰਦੇ। ਉਹਨਾਂ ਨੂੰ ਮਾਰ ਸਕਦੇ ਹੋ ਤੁਸੀਂ, ਕਤਲ ਕਰ ਸਕਦੇ ਹੋ, ਬੰਦ ਕੱਟ ਸਕਦੇ ਹੋ, ਉਹਨਾਂ ਦੇ ਤੂੰਬੇ ਉਡਾ ਸਕਦੇ ਹੋ, ਪਰ ਸੱਚ ਤੋਂ ਦੂਰ ਨਹੀਂ ਕਰ ਪਾਓਗੇ। ਅਗਲਾ ਬਚਨ ਕਰਦੇ ਨੇ, ਨਾਨਕ ਇੱਥੇ ਰੁਕਣਾ ਹੈ,
ਭਗਤਾਂ ਸਦਾ ਵਿਗਾਸ। ਇੱਥੇ ਸ਼ਬਦ ਹੈ ਭਗਤ, ਕੰਨਾ ਲਗਾ ਕੇ ਇਹ ਸ਼ਬਦ ਨੂੰ ਬਣਾਇਆ ਹੈ ਬਹੁਵਚਨੀ। ਜੇ ਪੜਾਂਗੇ ਨਾ ਭਗਤਾ ਤਾਂ ਇਹ ਸੰਬੋਧਨ ਹੋ ਜਾਏਗਾ, ਜਿਵੇਂ ਗੁਰਾ, ਵੀਰਾ, ਮੀਤਾ, ਮਿੱਤਰਾ, ਐਵੇਂ ਹੋ ਜਾਏਗਾ ਭਗਤਾ, ਪਰ ਇਹ ਸੰਬੋਧਨ ਨਹੀਂ ਹੈ, ਇਹ ਪਲੂਰਲ ਸ਼ਬਦ ਹੈ। ਜਦੋਂ ਕਿਸੇ ਨਾਉਨ ਨੂੰ ਕੰਨਾ ਲਗਾ ਕੇ ਪਲੂਰਲ ਬਣਾਇਆ ਜਾਂਦਾ ਹੈ ਤਾਂ ਉਹਦਾ ਉਚਾਰਨ ਬਿੰਦੇ ਸਹਿਤ ਹੋਏਗਾ। ਭਗਤਾਂ, ਨਾਨਕ, ਭਗਤਾਂ ਸਦਾ ਵਿਗਾਸ। ਵਿਗਾਸ ਦਾ ਮਤਲਬ ਖੇੜਾ, ਚੜ੍ਹਦੀ ਕਲਾ, ਪ੍ਰਸੰਨਤਾ। ਇਹ ਨਾਨਕ ਆਖ ਕਿ ਭਗਤਾਂ ਦੀ ਜ਼ਿੰਦਗੀ ਦੇ ਅੰਦਰ ਹਮੇਸ਼ਾ ਵਿਗਾਸਤਾ ਹੈ, ਚੜ੍ਹਦੀ ਕਲਾ ਹੈ, ਖੇੜਾ ਹੈ, ਖੁਸ਼ੀਆਂ ਨੇ, ਪ੍ਰਸੰਨਤਾ ਨੇ। ਉਹ ਹਰ ਹਾਲ ਦੇ ਅੰਦਰ ਖੁਸ਼ ਨੇ, ਹਰ ਹਾਲ ਦੇ ਅੰਦਰ ਖੁਸ਼ ਨੇ। ਤੇ ਭਗਤ ਕੌਣ ਨੇ? ਹੁਣ ਦੇਖੋ, ਸਾਡੀ ਪ੍ਰੋਬਲਮ ਹੈ ਕਿ ਅਸੀਂ ਪਹਿਨਾਵੇ ਦੇ ਨਾਲ ਜੁੜ ਗਏ ਹਾਂ। ਜੇ ਕਿਸੇ ਪੈਂਟ ਸ਼ਰਟ ਵਾਲੇ ਨੂੰ ਕਹਿ ਦੇਈਏ ਨਾ ਕਿ ਭਗਤ ਹੈ, ਤੇ ਲੋਕ ਹੀ ਹੱਸਣ ਲੱਗ ਜਾਣਗੇ। ਉਹ ਆਪ ਹੀ ਆਪਣੇ ਆਪ ਨੂੰ ਭਗਤ ਅਖਵਾ ਕੇ ਤੇ ਉਹ ਖੁਸ਼ ਨਹੀਂ ਹੋਏਗਾ। ਵੀਰ ਅਰਵਿੰਦਰ ਸਿੰਘ ਜੀ ਸਾਹਮਣੇ ਬੈਠੇ ਨੇ, ਜਿਨ੍ਹਾਂ ਨੂੰ ਕਹਿ ਦੇਵੇ ਨਾ ਭਗਤ, ਪਹਿਲਾਂ ਤੇ ਇਹਨਾਂ ਨਹੀਂ ਸਮਝਣਾ ਵੀ ਯਾਰ ਮੈਂ ਭਗਤ ਕਿਵੇਂ ਹੋ ਗਿਆ, ਦੂਜੇ ਲੋਕਾਂ ਨੇ ਸਮਝਣਾ ਇਹ ਕਾਹਦਾ ਭਗਤ। ਸਾਨੂੰ ਸਾਈਕੋਲੋਜੀਕਲ ਇਫੈਕਟ ਨੇ ਇਹ। ਜਦੋਂ ਅਸੀਂ ਪੜ੍ਹਦੇ ਸਨ ਨਾ ਨਿੱਕੇ ਨਿੱਕੇ, ਸਾਨੂੰ ਪੜ੍ਹਾਇਆ ਜਾਂਦਾ ਸੀ ਭੱਬਾ ਭਗਤ, ਹਿੰਦੀ ਵਿੱਚ ਪੜ੍ਹਾਇਆ ਜਾਂਦਾ ਸੀ ਭੈ ਸੇ ਭਗਤ, ਕਿਉਂਕਿ ਮੈਂ ਹਿੰਦੀ ਪੜ੍ਹਿਆ, ਸਿਰਫ ਪੰਜਾਬੀ ਬਾਅਦ ਵਿੱਚ ਸਿੱਖਿਆ। ਭੈ ਸੇ ਭਗਤ, ਤੇ ਭਗਤ ਦੀ ਫੋਟੋ ਬਣਾਈ ਸੀ ਇੱਕ ਗੰਦਾ ਜਿਹਾ ਬੰਦਾ, ਉਹਦੇ ਮੱਥੇ ਤੇ ਤਿਲਕ ਵਗੈਰਾ ਲਗਾਏ ਨੇ, ਖੁੱਲੇ ਜਿਹੇ ਕੱਪੜੇ ਪਾਏ ਨੇ, 3-4 ਮਾਲਾ ਗਲ ਚ ਪਾਈਆਂ ਨੇ, ਅੱਖਾਂ ਬੰਦ ਨੇ ਤੇ ਮਾਲਾ ਫੜ ਕੇ। ਦੂਜੇ ਭਗਤ ਭੱਬਾ ਭਗਤ ਉਥੇ ਹੋਰ ਤਰ੍ਹਾਂ ਦੀ ਗੋਲ ਜੀ ਦਸਤਾਰ ਬੰਨੀ, ਲੰਮਾ ਜਿਹਾ ਚੋਲਾ ਹੈ, ਹੱਥ ਦੇ ਵਿੱਚ ਮਾਲਾ, 2-3 ਗਲ ਦੇ ਵਿੱਚ। ਤੇ ਸਾਨੂੰ ਲੱਗਦਾ ਵੀ ਭਗਤ ਇਹੋ ਜਿਹੇ ਹੁੰਦੇ ਨੇ, ਬਚਪਨ ਤੋਂ ਬਹਿ ਗਿਆ ਸਾਡੇ ਮਨ ਦੇ ਵਿੱਚ। ਭਗਤ ਸ਼ਬਦ ਕਹਿੰਦਿਆਂ ਹੀ ਸਾਨੂੰ ਇੰਝ ਲੱਗਦਾ ਹੈ ਕਿ ਜਿਵੇਂ ਭਗਤ ਗ੍ਰਸਤੀ ਨਹੀਂ ਹੁੰਦੇ। ਭਗਤ ਉਹ ਹੁੰਦੇ ਨੇ ਜੋ ਜੰਗਲਾਂ ਵਿੱਚ ਜਾਣ, ਚੋਲੇ ਪਾਏ ਹੋਣ, ਜਾਂ ਹੋਰ ਕੋਈ ਪਹਿਨਾਵਾ ਪਹਿਨਿਆ ਹੋਏ, 2-4 ਮਾਲਾ ਪਾਈਆਂ ਹੋਣ, ਮੱਥੇ ਤੇ ਤਿਲਕ ਲਾਏ ਹੋਣ, ਤੇ ਠਾ ਮਣਕੇ ਤੇ ਮਣਕਾ ਮਾਰਦੇ ਹੋਣ, ਤੇ ਕੰਮ ਨਾ ਕਰਦੇ ਹੋਣ, ਤੇ ਮੰਗ ਕੇ ਖਾਂਦੇ ਹੋਣ, ਉਹਨੂੰ ਅਸੀਂ ਭਗਤ ਕਹਿੰਦੇ ਹਾਂ। ਪਰ ਗੁਰੂ ਨਾਨਕ ਦੇਵ ਜੀ ਨੇ ਕਿਸੇ ਪਹਿਨਾਵੇ ਨੂੰ ਭਗਤ ਨਹੀਂ ਕਿਹਾ, ਕਿਸੇ ਭੇਖ ਨੂੰ ਭਗਤ ਨਹੀਂ ਕਿਹਾ। ਇੱਥੇ ਮਾਲਾ ਦੀ ਤੇ ਕੋਈ ਵੈਲਿਊ ਹੈ ਹੀ ਨਹੀਂ ਨਾ, ਗੁਰਮਤ ਵਿੱਚ ਮਾਲਾ ਦੀ ਕੋਈ ਵੈਲਿਊ ਨਹੀਂ। ਗੁਰੂ ਜੀ ਨੇ ਪਾਵਨ ਬਾਣੀ ਵਿੱਚ ਬਚਨ ਕੀਤਾ ਹੈ, ਕਬੀਰ ਜਪਨੀ ਕਾਠ ਕੀ ਕਿਆ ਦਿਖਲਾਵੇਂ ਲੋਏ। ਕਈ ਵਾਰੀ ਵੀ ਮੈਂ ਵੇਖਣਾ ਗੁਰਦੁਆਰਾ ਸਾਹਿਬ ਵੀ ਨਾ, ਕੁਛ ਲੋਕ ਆ ਜਾਣਗੇ ਤੇ ਸਭ ਤੋਂ ਅੱਗੇ ਬਹਿਣਗੇ ਤੇ ਮਾਲਾ ਫੇਰਨਗੇ, ਦੇ ਮਣਕੇ ਤੇ ਮਣਕਾ। ਹੁਣ ਇਹ ਵਿਖਾਰੇ ਹੁੰਦੇ ਨੇ ਕਿ ਸ਼ਾਇਦ ਅਸੀਂ ਭਗਤ ਹਾਂ, ਤੇ ਮਾਲਾ ਦੀ ਤੇ ਟੁੱਟੀ ਦਵਾਨੀ ਦੀ ਵੈਲਿਊ ਨਹੀਂ ਗੁਰਮਤ ਵਿੱਚ। ਕਬੀਰ ਜੀ ਕਹਿੰਦੇ ਨੇ, ਆ ਜਿਹੜੀ ਲੱਕੜੀ ਦੀ ਮਾਲਾ ਫੜੀ ਫਿਰਨਾ ਹੈ, ਲੋਕਾਂ ਨੂੰ ਵਿਖਾਣਾ ਹੈ, ਕਾਹਦੇ ਤੋਂ ਵਿਖਾਣਾ ਪਿਆ? ਕਬੀਰ ਜਪਨੀ ਕਾਠ ਕੀ ਕਿਆ ਦਿਖਲਾਵੇਂ ਲੋਏ, ਹਿਰਦੇ ਰਾਮ ਨਾ ਚੇਤਹੀ। ਤੇਰੀ ਮੈਂਟੈਲਿਟੀ, ਤੇਰੀ ਮਾਨਸਿਕਤਾ ਵਿੱਚ ਤੇ ਰੱਬ ਦੇ ਗੁਣ ਹੈ ਨਹੀਂ। ਇਹ ਜਪਨੀ ਕਿਆ ਹੋਏ, ਕਾਠ ਦੀ ਜਪਨੀ ਹੈ ਕਿ ਲਈ ਫਿਰਨਾ, ਇਹਦੀ ਵੈਲਿਊ ਕੀ ਹੈ? ਇਹ ਤੇ ਜਿਹੜਾ ਮਰਜ਼ੀ ਉੱਥੋਂ 5 ਰੁਪਈਆਂ ਦੀ ਖਰੀਦ ਲਿਆਵੇ ਤੇ ਇੰਜਨ ਦੇ ਪਹੀਏ ਦੇ ਨਾਲ ਬੰਨ ਛੱਡੋ, ਸਾਰਾ ਦਿਨ ਘੁੰਮਦੀ ਰਹੇ, ਬਿਜਲੀ ਦੀ ਮੋਟਰ ਤੇ ਚੜਾ ਦਿਓ, ਦੇ ਮਾਲਾ ਦੇ ਗੇੜੇ ਤੇ ਗੇੜੇ। ਐਵੇਂ ਥੋੜੀ ਰੱਬ ਹੈ। ਭਗਤ ਕਿਹਨੂੰ ਕਹਿੰਦੇ ਨੇ, ਚੀਜ਼ ਸਮਝ ਲੈਣਾ। ਅਸੀਂ ਜਪਜੀ ਸਾਹਿਬ ਵਿੱਚ ਪੜ੍ਹਦੇ ਆ ਨਾ, ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਰੱਬ ਦੇ ਗੁਣਾਂ ਨੂੰ ਧਾਰਨ ਕਰਨ ਤੋਂ ਬਿਨਾਂ ਭਗਤੀ ਨਹੀਂ ਹੁੰਦੀ। ਭਗਤੀ ਦਾ ਮਤਲਬ ਹੈ ਰੱਬ ਦੇ ਗੁਣਾਂ ਦੇ ਧਾਰਨੀ ਹੋਣਾ। ਸਤ, ਸੰਤੋਖ, ਦਇਆ, ਧਰਮ, ਧੀਰਜ, ਗਿਆਨ, ਵਿਰਾਗ, ਨਿਮਾਨਤਾ, ਸੇਵਾ, ਸਿਮਰਨ, ਪ੍ਰੇਮ, ਕੁਰਬਾਨੀ ਦੇ ਸ਼ੁਭ ਜਜ਼ਬੇ ਆਪਣੀ ਜ਼ਿੰਦਗੀ ਦੇ ਅੰਦਰ ਪੈਦਾ ਕਰਨੇ, ਇਹ ਹੈ ਭਗਤੀ। ਤੇ ਭਗਤ ਕਿਹਨੂੰ ਕਹਿੰਦੇ ਨੇ? ਜੋ ਇਹਨਾਂ ਗੁਣਾਂ ਦਾ ਧਾਰਨੀ ਹੈ। ਅਸੀਂ ਗੁਰਬਾਣੀ ਵਿੱਚ ਪੜ੍ਹਦੇ ਆ ਨਾ, ਗੁਣ ਨਿਧਾਨ ਰੱਬ ਕੀ ਹੈ, ਗੁਣਾਂ ਦਾ ਖਜ਼ਾਨਾ। ਗੁਣ ਨਿਧਾਨ ਭਗਤਨ ਕੋ ਬਰਤਨ, ਤੇ ਭਗਤਾਂ ਦੀ ਵਰਤੋਂ ਵਿੱਚ ਆਉਂਦਾ ਹੈ। ਭਗਤ ਉਹ ਨੇ ਜੋ ਗੁਣਾਂ ਦੀ ਵਰਤੋਂ ਕਰਦੇ ਹਨ, ਮਨ, ਬਚਨ ਔਰ ਕਰਮ ਕਰਕੇ ਜੋ ਗੁਣਾਂ ਦੇ ਧਾਰਨੀ ਨੇ, ਉਹ ਭਗਤ ਨੇ। ਇਹਦਾ ਮਤਲਬ ਅਸੀਂ ਕਹਿ ਸਕਦੇ ਹਾਂ, ਹੁਕਮ ਰਜ਼ਾਈ ਚੱਲਣਾ, ਜੋ ਰੱਬੀ ਰਜ਼ਾ ਦੇ ਅੰਦਰ ਤੁਰਦੇ ਨੇ, ਉਹ ਭਗਤ ਨੇ। ਭਗਤ ਦਾ ਮਤਲਬ ਕੋਈ ਪਹਿਨਾਵਾ ਨਹੀਂ ਹੈ। ਇਸ ਲਈ ਹਰ ਉਹ ਇਨਸਾਨ,
चाहे वो गृहस्थी है या त्यागी है, जो रब्बी रजा दे अंदर तुर रहा है। उन्हें पैंट शर्ट पाया है कि पैंट कोट पाया है कि कमीज पजामा पाया है कि उसने चादर बननी है, ਇਹਦੇ ਨਾਲ ਕੋਈ ਮਤਲਬ ਨਹੀਂ ਹੈ। ਪਹਿਨਾਵੇ ਦਾ ਭਗਤ ਦੇ ਨਾਲ ਕੋਈ ਮਤਲਬ ਨਹੀਂ, ਵਾਸਤਾ ਨਹੀਂ ਹੈ। ਤਾਂ ਜਿਨ੍ਹਾਂ ਨੇ ਸਿੱਧ ਪੀਰ ਸੁਰਨਾਥ ਨੂੰ ਸਮਝ ਲਿਆ, ਜਿਨ੍ਹਾਂ ਨੇ ਗੁਰੂ ਦੀ ਸੱਚੀ ਸਿੱਖਿਆ ਨੂੰ ਸਮਝ ਲਿਆ, ਜੋ ਰੱਬੀ ਰਜਾ ਦੇ ਅੰਦਰ ਤੁਰਨ ਵਾਲੇ ਹੋ ਗਏ, ਜਿਨ੍ਹਾਂ ਨੂੰ ਆਤਮਕ ਮੌਤ ਨਹੀਂ ਆਉਂਦੀ, ਉਹ ਭਗਤ ਨੇ। ਤੇ ਸਦਾ ਵਿਗਾਸ ਉਹਨਾਂ ਦੀ ਜ਼ਿੰਦਗੀ ਦੇ ਅੰਦਰ ਸਦਾ ਵਿਗਾਸਤਾ ਹੈ, ਖੁਸ਼ੀ ਹੈ, ਉਹ ਚੜ੍ਹਦੀ ਕਲਾ ਵਿੱਚ ਨੇ। ਉਹਨਾਂ ਨੂੰ ਜੇ ਪਰੌਂਠਾ ਮਿਲ ਗਿਆ, ਪਰੌਂਠਾ ਖਾ ਕੇ ਖੁਸ਼ ਨੇ, ਤੇ ਜੇ ਸੁੱਕਾ ਪ੍ਰਸ਼ਾਦਾ ਅਚਾਰ ਨਾਲ ਮਿਲ ਗਿਆ ਤਾਂ ਖੁਸ਼ ਨੇ। ਦਸਾਂ ਨਵਾਂ ਦੀ ਕਿਰਤ ਕਰਕੇ ਜੇ ਸਿੰਪਲ ਕੱਪੜੇ ਮਿਲ ਗਏ ਨੇ ਉਹ ਪਾ ਕੇ ਖੁਸ਼ ਨੇ, ਤੇ ਜੇ ਦਸਾਂ ਨਵਾਂ ਦੀ ਸੱਚੀ ਸੁੱਚੀ ਕਿਰਤ ਕਰਕੇ ਕੀਮਤੀ ਕੱਪੜੇ ਪਾ ਕੇ ਮਿਲ ਗਏ ਨੇ ਉਹ ਖੁਸ਼ ਨੇ। ਰੱਬੀ ਰਜਾ ਦੇ ਅੰਦਰ ਖੁਸ਼ ਨੇ। ਰੰਗ ਹੱਸੇ ਰੰਗ ਰੋਵੇਂ ਚੁੱਪ ਹੀ ਕਰਦਾ। ਤਾਂ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੀ ਜ਼ਿੰਦਗੀ ਵਿੱਚ ਵਿਗਾਸਤਾ ਆਵੇ, ਹਮੇਸ਼ਾ ਖਿੜੇ ਰਹੀਏ, ਕੋਈ ਵੀ ਬੰਦਾ ਚਾਹੁੰਦਾ ਹੈ, ਮੈਂ ਜਾਂ ਤੁਸੀਂ ਕਲਾਸ ਵਿੱਚ ਬੈਠੇ ਵੀਰ ਭੈਣਾਂ, ਕੋਈ ਵੀ, ਜਾਂ ਦੁਨੀਆ ਦਾ ਹੋਰ ਕੋਈ ਮਨੁੱਖ, ਕਿਸੇ ਵੀ ਧਰਮ ਮਜ਼ਹਬ ਦਾ, ਜਿਹੜਾ ਵੀ ਚਾਹੁੰਦਾ ਹੈ ਕਿ ਮੇਰੀ ਜ਼ਿੰਦਗੀ ਵਿੱਚ ਹਮੇਸ਼ਾ ਖੇੜਾ ਰਹੇ, ਮੈਂ ਚੜ੍ਹਦੀ ਕਲਾ ਵਿੱਚ ਰਹਾਂ, ਤਾਂ ਉਹਨੂੰ ਭਗਤ ਵਾਲਾ, ਸੱਚੀ ਸਿੱਖਿਆ ਨੂੰ ਸੁਣਨ ਵਾਲਾ ਔਰ ਮੰਨਣ ਵਾਲਾ, ਉਹਨੂੰ ਸਚਿਆਰ ਹੋਣਾ ਪਵੇਗਾ। ਜਿਹਨੂੰ ਪਹਿਲਾਂ ਸਚਿਆਰ ਕਿਹਾ ਹੈ ਉਹਨੂੰ ਹੀ ਇੱਥੇ ਭਗਤ ਕਹਿ ਰਹੇ ਨੇ। ਭਗਤ ਔਰ ਸਚਿਆਰ ਵਿੱਚ ਕੋਈ ਫਰਕ ਨਹੀਂ ਹੈ। ਸਚਿਆਰ ਹੋਣਾ ਹੋਵੇਗਾ। ਅੱਜ ਸਚਿਆਰ ਹੋ ਜਾਓ, ਅੱਜ ਖੁਸ਼ੀਆਂ। 10 ਦਿਨ ਨਾ ਹੋ ਤੇ ਖੁਸ਼ੀਆਂ ਦੀ ਲੇਟ 10 ਦਿਨ ਹੋਏਗੀ, ਲੇਟ ਹੋਣਗੀਆਂ। ਜੇ ਸਾਰੀ ਜ਼ਿੰਦਗੀ ਨਾ ਸਚਿਆਰ ਹੋ ਤੇ ਸਾਰੀ ਜ਼ਿੰਦਗੀ ਖੁਸ਼ੀਆਂ ਔਰ ਚੜ੍ਹਦੀ ਕਲਾ ਨਹੀਂ ਆਏਗੀ। ਕਿਉਂ ਐਸਾ ਕਿਉਂ ਹੋ ਜਾਂਦਾ ਹੈ? ਗੁਰੂ ਦੀ ਸਿੱਖਿਆ ਸੁਣਨ ਨਾਲ, ਗੁਰੂ ਦੀ ਸਿੱਖਿਆ ਨੂੰ ਅਪਣਾਉਣ ਦੇ ਨਾਲ ਸਦਾ ਵਿਗਾਸਤਾ ਕਿਉਂ ਆਉਂਦੀ ਹੈ? ਉਹਦਾ ਰੀਜ਼ਨ ਅਗਲੀ ਪੰਕਤੀ ਵਿੱਚ ਦੱਸਦੇ ਨੇ ਪਏ, ਕਿਉਂਕਿ ਸੁਣਿਆ ਦੁੱਖ ਪਾਪ ਦਾ ਨਾਸ। ਗੁਰੂ ਦੀ ਸੱਚੀ ਸਿੱਖਿਆ ਸੁਣਨ ਦੇ ਨਾਲ ਪਾਪ ਖਤਮ ਹੋ ਜਾਂਦੇ ਨੇ। ਜਦੋਂ ਸੱਚੀ ਸਿੱਖਿਆ ਸੁਣਾਂਗੇ ਔਰ ਮੰਨਾਂਗੇ ਤਾਂ ਫਿਰ ਸਿੱਧੀ ਜੀ ਗੱਲ ਹੈ, ਅਸੀਂ ਝੂਠ ਨਹੀਂ ਬੋਲਾਂਗੇ, ਅਸੀਂ ਚੋਰੀ ਨਹੀਂ ਕਰਾਂਗੇ, ਵਿਭਚਾਰ ਨਹੀਂ ਕਮਾਵਾਂਗੇ, ਨਸ਼ੇ ਨਹੀਂ ਕਰਾਂਗੇ, ਈਰਖਾ ਦਵੇਸ਼ ਸਾਡੇ ਵਿੱਚ ਨਹੀਂ ਰਵੇਗੀ, ਮੇਰ ਤੇਰ ਦੇ ਵਿਤਕਰੇ ਨਹੀਂ ਰਹਿਣਗੇ। ਇਹ ਪਾਪ ਖਤਮ ਹੋ ਗਏ। ਤੇ ਜਦੋਂ ਪਾਪ ਖਤਮ ਹੋਏ, ਇਹਨਾਂ ਪਾਪਾਂ ਕਰਕੇ ਹੀ ਦੁੱਖ ਸਨ, ਦੁੱਖ ਆਪੇ ਖਤਮ ਹੋ ਜਾਣਗੇ। ਪਤੀ ਪਤਨੀ ਦੋਵੇਂ ਲੜਦੇ ਸਨ, ਪਤੀ ਦੇ ਜੁੰਡੇ ਪਤਨੀ ਦੇ ਹੱਥ ਵਿੱਚ ਤੇ ਪਤਨੀ ਦੀ ਗੁੱਤ ਪਤੀ ਦੇ ਹੱਥ ਵਿੱਚ। ਕਲੇਸ਼ ਸੀ ਨਾ। ਉਹਨੂੰ ਚੜੇਲ ਕਹਿੰਦਾ ਸੀ ਤੇ ਉਹਨੂੰ ਭੂਤਨਾ ਕਹਿੰਦੀ ਸੀ। ਕਲੇਸ਼। ਗੁਰੂ ਦੀ ਸੱਚੀ ਸਿੱਖਿਆ ਸੁਣੀ, ਉਹਨੂੰ ਦੇਵੀ ਕਹਿਣ ਲੱਗ ਗਿਆ ਤੇ ਉਹਨੂੰ ਪਰਮੇਸ਼ਰ ਕਹਿਣ ਲੱਗ ਗਈ। ਦੋਵਾਂ ਦੇ ਵਿੱਚ ਗੁਣ ਆ ਗਏ। ਜਿਹੜਾ ਕਲੇਸ਼ ਸੀ ਉਹ ਚਲਾ ਗਿਆ, ਘਰ ਦੇ ਅੰਦਰ ਖੁਸ਼ੀ ਆ ਗਈ। ਬੱਚੇ ਮਾਪਿਆਂ ਦੀ ਗੱਲ ਨਹੀਂ ਮੰਨਦੇ, ਮਾਪੇ ਬੱਚਿਆਂ ਦੀ ਨਹੀਂ ਮੰਨਦੇ, ਕਲੇਸ਼ ਸੀ ਨਾ। ਤੇ ਜੇ ਦੋਵਾਂ ਨੇ ਆਪਣਾ ਤਾਲਮੇਲ ਬਿਠਾ ਲਿਆ, ਗੁਣ ਆ ਗਏ ਦੋਵਾਂ ਵਿੱਚ, ਤੇ ਜ਼ਿੰਦਗੀ ਦੇ ਅੰਦਰ ਖੁਸ਼ੀ ਆ ਗਈ। ਸਿੱਧਾ ਜਿਹਾ ਰਾਸਤਾ ਹੈ, ਬਿਲਕੁਲ 2 ਤੇ 2 4। ਇਹ ਗਣਿਤ ਦੇ ਸਵਾਲ ਦੀ ਤਰ੍ਹਾਂ ਇੱਕ ਯੂਨੀਵਰਸਲ ਟਰੁਥ ਹੈ, ਇਹ ਬ੍ਰਹਿਮੰਡੀ ਸੱਚ ਹੈ। ਜਿੱਥੇ ਗੁਣ ਹੋਣਗੇ ਉੱਥੇ ਔਗਣ ਨਹੀਂ ਹੋਣਗੇ, ਪਾਪ ਨਹੀਂ ਹੋਣਗੇ, ਤੇ ਜਿੱਥੇ ਪਾਪ ਨਹੀਂ ਹੋਏਗਾ ਉੱਥੇ ਖੁਸ਼ੀ ਹੋਏਗੀ, ਉੱਥੇ ਦੁੱਖ ਨਹੀਂ ਹੋਏਗਾ। ਯਾਦ ਰੱਖਣਾ, ਜਿੱਥੇ ਔਗਣ ਹੋਣਗੇ, ਪਾਪ ਹੋਣਗੇ, ਉੱਥੇ ਦੁੱਖ ਹੋਏਗਾ, ਉੱਥੇ ਸੁੱਖ ਨਹੀਂ ਹੋਏਗਾ। ਇਸ ਲਈ ਗੁਰੂ ਜੀ ਸਾਨੂੰ ਸਮਝਾ ਰਹੇ ਨੇ ਕਿ ਜੇ ਗੁਰੂ ਦੀ ਸੱਚੀ ਸਿੱਖਿਆ ਨੂੰ ਸੁਣਿਆ ਜਾਏ, ਉਹਦੇ ਨਾਲ ਸਾਨੂੰ ਸਿੱਧਾ ਪੀਰਾਂ ਦੇਵਤਿਆਂ ਨਾਥਾਂ ਦੀ ਅਸਲੀਅਤ ਦਾ ਪਤਾ ਲੱਗ ਜਾਂਦਾ ਕਿ ਇਹਨਾਂ ਦੇ ਪੱਲੇ ਕੱਖ ਵੀ ਨਹੀਂ। ਸੁਣਨ ਦੇ ਨਾਲ ਸਾਨੂੰ ਸਮਝ ਆ ਜਾਂਦੀ ਹੈ ਕਿ ਕਿਸੇ ਬੈਲ ਨੇ ਧਰਤੀ ਨੂੰ ਨਹੀਂ ਚੁੱਕਿਆ ਹੈ, ਸਾਰਾ ਇੱਕ ਸਿਸਟਮ ਹੈ, ਲਾ ਆਫ ਨੇਚਰ ਹੈ, ਰੱਬ ਦੇ ਬਣਾਏ ਕੁਦਰਤ ਦੇ ਅਟਲ ਨੇਮ ਨੇ। ਸਾਨੂੰ ਸਮਝ ਆ ਜਾਂਦੀ ਹੈ ਕਿ ਦੀਪ ਲੋ ਪਾਤਾਲ ਸਭ ਹੁਕਮ ਦੇ ਵਿੱਚ ਨੇ, ਰਜਾ ਦੇ ਵਿੱਚ ਨੇ, ਔਰ ਹਰ ਥਾਂ ਤੇ ਉਹ ਨਿਰੰਕਾਰ ਵਸ ਰਿਹਾ ਹੈ। ਗੁਰੂ ਦੀ ਸੱਚੀ ਸਿੱਖਿਆ ਸੁਣਨ ਦੇ ਨਾਲ ਸਾਨੂੰ ਸਮਝ ਆ ਜਾਂਦੀ ਹੈ ਕਿ ਇੱਕ ਦਿਨ ਮੌਤ ਅਵਸ਼ ਹੋਣੀ ਹੈ, ਇਸ ਲਈ ਜ਼ਿੰਦਗੀ ਚੋਂ ਮੌਤ ਦਾ ਭੈ ਨਿਕਲ ਜਾਂਦਾ ਹੈ। ਗੁਰੂ ਦੀ ਸੱਚੀ ਸਿੱਖਿਆ ਸੁਣਨ ਦੇ ਨਾਲ ਸਾਡੀ ਜ਼ਿੰਦਗੀ 'ਚ ਵਿਕਾਰ ਨਹੀਂ ਰਹਿੰਦੇ, ਫਿਰ ਉਸ ਬੰਦੇ ਨੂੰ ਆਤਮਕ ਮੌਤ ਨਹੀਂ ਪਾਉਂਦੀ, ਉਹਦੇ ਅੰਦਰੋਂ ਇਨਸਾਨੀਅਤ ਕਦੇ ਨਹੀਂ ਮਰਦੀ। ਤੇ ਗੁਰੂ ਦੀ ਸੱਚੀ ਸਿੱਖਿਆ ਸੁਣਨ ਦੇ ਨਾਲ ਜੋ ਰੱਬ ਦੇ ਪਿਆਰੇ ਨੇ ਉਹ ਸਚਿਆਰ ਹੋ ਜਾਂਦੇ ਨੇ, ਔਰ ਸਚਿਆਰ ਦੀ ਜ਼ਿੰਦਗੀ ਵਿੱਚ ਹਮੇਸ਼ਾ ਵਿਗਾਸਤਾ ਰਹਿੰਦੀ ਹੈ।
क्योंकि गुरु की सच्ची सिक्ख्या सुन के मनन दे नाल विकारां दा नाश हो जांदा है, पापां दा नाश हो जांदा है, ते पाप मुक्कन दे नाल साडी जिंदगी दे अंदर जो दुख ने वो भी खत्म हो जाते हैं। अगली पौड़ी दे विच गुरुदेव पातशाह जी सानू समझा रहे हैं, सुनिया ईसर बर्मा इंद। हुण ईसर बर्मा इंद इन्हां नूं थोड़ा ध्यान दे नाल समझना। ईश्वर दा मतलब शिव जी, ईश्वर का मतलब शिव। ये मानता रही है धार्मिक दुनिया विच कि जो शिव है वह इस संसार का नाश करता है, मौत का देवता है। ब्रह्मा उत्पत्ति करता है। इंद्र आदिक देवते ने जिवें इंद्र बरसात आदि करता है, ये मानता सी, लोग मनते सन। लेकिन गुरुदेव पातशाह कहते ने सुनिया ईसर बर्मा इंद गुरु की सच्ची सिक्ख्या सुनन दे नाल जो यूनीवर्सल ट्रुथ है उन्होंने सुनन दे नाल उहदे विच सुरत जोड़न दे नाल समझ आ जाती है। ईश्वर बर्मा इंद की असलीयत का पता लग जाता कि ईश्वर बर्मा इंद इस संसार नूं चलाण वाले नहीं हैं। देखो इंडिया विच मन्निया जाता है कि ब्रह्मा ने संसार नूं पैदा किया, पर किसी को काले गोरे नूं पुछो, किसी नूं ब्रह्मा बारे पता भी नहीं कि ब्रह्मा कौन है। जे तुसीं कहोगे कि ब्रह्मा ने पैदा किया, वो हसणगे तुहाडे ते। होर किसी नूं पता नहीं, केवल इंडिया विच पता है। देखो इन्हें न्यूटन ने ग्रेविटी फोर्स की खोज की, पूरी दुनिया नूं पता है। ग्रेविटी फोर्स की खोज की, पूरी दुनिया नूं पता है। राइट बंधु ने हवाई जहाज की खोज की, पूरी दुनिया नूं पता है। पर जिस ब्रह्मा ने पूरी दुनिया बनाई होवे उहदा किसी नूं पता ही नहीं। प्रॉब्लम है ना। तो गुरु जी कहते ने सुनिया ईसर बर्मा इंद गुरु की सच्ची सिक्ख्या सुनन दे नाल जो ईश्वर शिव और ब्रह्मा और इंद्र ने इन्हां दी असलीयत का ज्ञान हो जाता है कि मौत शिव दे हाथ विच नहीं है। मौत एक कुदरत के नियमां दे अंडर है, हर एक दी होनी ही होनी है। कोई एक देवता मारन वाला नहीं, कोई एक देवता कोई एक शक्ति इस संसार नूं पैदा करने वाली नहीं है। सगों आप करता इस संसार नूं रच रहा है, करता पुरख रब है, जिन्हों असीं एक ओंकार कहंदे हां। एक ओंकार का मतलब एक सर्वव्यापक परम सत्या जिस राही संसार की उत्पत्ति लैता पालना और संचालन हुंदा है, वो एक है, एक ही समाया हुआ है। वो एक नूं असीं पढ़ आए हां कि वो एक सैभंग है, वो एक सत है, वो निरभौ है, निर्वैर है, सुते प्रकाश है, करता है, अजूनी है। सुते प्रकाश अपने आप तो आप है, ते वो निरंकार ही संसार बन गया है, वो निराकार ही साकार हो गया है। अवगत तो निर्माइल उपजे निर्गुण ते सरगुण थिया। जदों असीं गुरु की सच्ची सिक्ख्या सुनांगे तां समझ आ जाएगी, ते जदों ये समझ आएगी तो फिर सानू समझ आ जाएगी ना कि इंद्र देवता कोई मीह का देवता नहीं भी इंद्र देवते नूं कड़ाह प्रसाद खवाओगे, चौल खवाओगे, जरदा खवाओगे, नमकीन खवाओगे, पकौड़े खवाओगे ते तुहाडे मटर पनीर दे नाल इंद्र खुश हो के ते फिर मीह पा देवेगा। एवें ते नहीं होना। एवें ते फिर अमीर लोग खवाई जान मटर पनीर ते उन्हां दीयां पैलियां विच मीह पै जाए, गरीब ते बेचारे रह गए। इस तरह नहीं हुंदा। ये सारा सिस्टम है, हुक्म रजाई चलना, हुक्म दे अंदर, सिस्टम दे अंदर सारा कुछ। सिस्टम तो बाहर कुछ नहीं है। कोई ब्रह्मा वखरा पैदा करने वाला नहीं, कोई शिव वखरा मारन वाला नहीं, कोई इंद्र देवता वखरा उत्ते बैठ के दरबार ला के ते बदलां नूं हुक्म नहीं कर रहा। बदल ही इंद्र देवता ने, बदलां नूं ही इंद्र किया है। सुनिया मुख सालाहण मंद, इत्थे मुख दे खखे नाल सिहारी है, मुख द्वारा। सुनिया दा मतलब गुरु की सिक्ख्या सुनन करके, जे गुरु की सच्ची सिक्ख्या यूनीवर्सल ट्रुथ नूं सुन लिया जाए, मन लिया जाए, तो मंद का मतलब है मंदा पुरुष। सलाहण का मतलब सलाहण योग हो जाता है। जेड़ा मंदा पुरुष है ना, जिहदे बोल माड़े सन,
ਜਿਹਦਾ ਵਿਹਾਰ ਮਾੜਾ ਸੀ, ਜੇ ਉਹ ਵੀ ਗੁਰੂ ਦੀ ਸੱਚੀ ਸਿੱਖਿਆ ਨੂੰ ਸੁਣ ਕੇ ਮੰਨ ਲਵੇ ਤਾਂ ਉਹ ਵੀ ਸਿਫਤ ਸਲਾਹ ਕਰਨ ਯੋਗ ਹੋ ਜਾਂਦਾ ਹੈ। ਮੰਦਾ ਬੰਦਾ ਵੀ ਚੰਗਾ ਬਣ ਜਾਂਦਾ ਹੈ, ਪਤਿਤ ਤੋਂ ਪਾਵਨ ਹੋ ਜਾਂਦਾ। ਦੇਖੋ, ਸ਼ੇਖ ਸੱਜਣ ਲੋਕਾਂ ਨੂੰ ਕਤਲ ਕਰਦਾ ਸੀ, ਲੋਕਾਂ ਦੇ ਸਮਾਨ ਲੁੱਟਦਾ ਸੀ, ਲੋਕਾਂ ਦੀਆਂ ਲਾਸ਼ਾਂ ਵੀ ਖੁਰਦ-ਬੁਰਦ ਕਰ ਦਿੰਦਾ ਸੀ। ਤਾਂ ਗੁਰੂ ਨਾਨਕ ਦੇਵ ਦੇ ਬਚਨ ਸੁਣੇ ਨਾ, ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚੱਲਣ, ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਿਸਣ। ਗੁਰੂ ਦੀ ਸੱਚੀ ਸਿੱਖਿਆ ਸੁਣੀ, ਸੱਜਣ ਵੀ ਸਲਾਹਣਯੋਗ ਹੋ ਗਿਆ, ਅਸਲੀ ਸੱਜਣ ਹੋ ਗਿਆ। ਉਹਦਾ ਕਤਲਗਾਹ ਧਰਮਸ਼ਾਲਾ ਵਿੱਚ ਕਨਵਰਟ ਹੋ ਗਿਆ, ਗੁਰਦੁਆਰਾ ਬਣ ਗਿਆ। ਕੌਡਾ ਭੀਲ, ਜਿਹਨੂੰ ਕੌਡਾ ਰਾਖਸ਼ ਕਹਿੰਦੇ ਨੇ, ਕੌਡਾ ਭੀਲ ਜਾਤੀ ਦਾ ਬੰਦਾ ਸੀ ਤੇ ਮੈਦਾਨੀ ਲੋਕਾਂ ਦਾ ਸਤਾਇਆ ਹੋਇਆ, ਜਿਵੇਂ ਫੂਲਨ ਦੇਵੀ ਬਣ ਗਈ ਸੀ ਨਾ ਡਾਕੂ, ਸਤਾਈ ਹੋਈ। ਕੌਡਾ ਭੀਲ ਵੀ ਸਤਾਇਆ ਹੋਇਆ ਜੰਗਲਾਂ ਵਿੱਚ ਚਲਾ ਗਿਆ ਤੇ ਜੇ ਕੋਈ ਬੰਦਾ ਮਿਲਦਾ ਉਹਨੂੰ ਤੇਲ ਵਿੱਚ ਤਲ ਕੇ ਮਾਰ। ਪਰ ਜਦੋਂ ਗੁਰੂ ਨਾਨਕ ਦੇਵ ਨੇ ਸਮਝਾਇਆ ਕਿ ਪਿਆਰਿਆ, ਸਾਰੇ ਤਾਂ ਦੋਸ਼ੀ ਨਹੀਂ, ਇਹ ਕੰਮ ਠੀਕ ਨਹੀਂ ਹੈ, ਗੁਰੂ ਨਾਨਕ ਦੇਵ ਦੇ ਬਚਨਾਂ ਨੂੰ ਨੇ ਮੰਨਿਆ ਤਾਂ ਜਿਹੜਾ ਲੋਕਾਂ ਨੂੰ ਤੇਲ ਵਿੱਚ ਤਲ ਕੇ ਮਾਰਨ ਵਾਲਾ ਸੀ, ਲੋਕਾਂ ਨੂੰ ਜ਼ਿੰਦਗੀ ਦੇਣ ਵਾਲਾ ਬਣ ਗਿਆ। ਭੂਮੀਆਂ ਚੋਰ, ਲੋਕਾਂ ਦੇ ਘਰਾਂ ਨੂੰ ਲੁੱਟਣ ਵਾਲਾ, ਲੋਕਾਂ ਦੇ ਘਰ ਵਸਾਉਣ ਵਾਲਾ ਬਣ ਗਿਆ ਨਾ। ਤਾਂ ਜੇ ਗੁਰੂ ਦੀ ਸੱਚੀ ਸਿੱਖਿਆ ਸੁਣੀ ਜਾਏ ਤਾਂ ਜੋ ਮੰਦਾ ਪੁਰਸ਼ ਹੈ ਉਹ ਵੀ ਚੰਗਾ ਬਣ ਜਾਂਦਾ ਹੈ, ਉਹਦੇ ਅੰਦਰ ਸੰਭਾਵਨਾ ਹੈ ਚੰਗੇ ਹੋ ਜਾਣ ਦੀ। ਗੁਰਦੇਵ ਨੇ ਪਾਵਨ ਬਾਣੀ ਵਿੱਚ ਬਚਨ ਕੀਤਾ ਹੈ ਨਾ, ਪਿੰਗੁਲ ਪਰਬਤ ਪਾਰ ਪਰੇ ਖਲ ਚਤੁਰ ਬਕੀਤਾ, ਅੰਧਲੇ ਤ੍ਰਿਪੁਣ ਸੂਝਿਆ ਗੁਰ ਭੇਟ ਪੁਨੀਤਾ। ਜਿਹੜਾ ਅੰਨਾ ਹੈ ਅਗਿਆਨ ਕਰਕੇ, ਜੇ ਉਹ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆ ਜਾਏ ਤਾਂ ਉਹ ਵੀ ਸੰਸਾਰ ਦੇ ਅੰਦਰ ਵਸਦੇ ਨਿਰੰਕਾਰ ਨੂੰ ਵੇਖਣ ਜੋਗਾ ਹੋ ਜਾਂਦਾ। ਜਿਹੜਾ ਬੰਦਾ ਪਿੰਗਲਾ ਹੈ ਸੁਰਤ ਕਰਕੇ, ਜਿਹੜਾ ਉੱਚੀਆਂ ਆਤਮਿਕ ਚੜਾਈਆਂ ਨਹੀਂ ਚੜ ਸਕਦਾ, ਸੱਚ ਦੇ ਨੇੜੇ ਨਹੀਂ ਜਿਹੜਾ ਜਾਂਦਾ, ਜੇ ਉਹ ਗੁਰੂ ਦੀ ਸਿੱਖਿਆ ਸੁਣ ਲਵੇ ਤਾਂ ਉਹ ਵੀ ਉੱਚੀਆਂ ਆਤਮਿਕ ਚੜਾਈਆਂ ਚੜਨ ਜੋਗਾ ਹੋ ਜਾਂਦਾ ਹੈ। ਔਰ ਜਿਹੜਾ ਮੂਰਖ ਬੰਦਾ ਹੈ ਨਾ, ਉਹ ਵੀ ਚੰਗਾ ਵਕਤਾ, ਸਿਆਣਾ ਵਕਤਾ ਬਣ ਜਾਂਦਾ ਹੈ, ਚੰਗਾ ਪ੍ਰਚਾਰਕ ਬਣ ਜਾਂਦਾ ਹੈ। ਜਿਹੜਾ ਇੱਕ ਗੱਲ ਵੀ ਨਹੀਂ ਨਾ ਕਰ ਸਕਦਾ, ਜੇ ਉਹ ਸੱਚੀ ਸਿੱਖਿਆ ਨੂੰ ਸੁਣੇ ਤਾਂ ਉਹ ਚੰਗਾ ਪ੍ਰਚਾਰਕ ਹੋ ਸਕਦਾ ਹੈ, ਬਹੁਤ ਚੰਗਾ ਬੁਲਾਰਾ ਹੋ ਸਕਦਾ ਹੈ। ਇਹ ਪੋਸੀਬਿਲਿਟੀ ਹਰ ਇਨਸਾਨ ਦੇ ਅੰਦਰ ਹੈ, ਹਰ ਇੱਕ ਦੇ ਅੰਦਰ। ਮੁਖ ਸਾਲਾਹਣ ਮਨ ਦਾ ਮਤਲਬ ਮੰਦੇ ਤੋਂ ਚੰਗਾ ਹੋਣ ਦੀ ਸੰਭਾਵਨਾ ਹੈ। ਇਸ ਲਈ ਸਾਡੀ ਕਿਸਮਤ ਵਿੱਚ ਨਹੀਂ ਲਿਖਿਆ ਕਿ ਅਸੀਂ ਮੰਦੀ ਜ਼ਿੰਦਗੀ ਜੀਣੀ ਹੈ। ਕਿਸੇ ਦੇ ਭਾਗਾਂ ਵਿੱਚ ਰੱਬ ਨੇ ਲਿਖ ਕੇ ਨਹੀਂ ਭੇਜਿਆ ਕਿ ਤੁਸੀਂ ਗਰੀਬੀ ਹੰਢਾਣੀ ਹੈ। ਕਿਸੇ ਦੇ ਭਾਗਾਂ ਵਿੱਚ ਰੱਬ ਨੇ ਲਿਖ ਕੇ ਨਹੀਂ ਭੇਜਿਆ ਕਿ ਤੁਸੀਂ ਫੁੱਟਪਾਥਾਂ ਤੇ ਜ਼ਿੰਦਗੀ ਗੁਜ਼ਾਰਨੀ ਹੈ। ਜੇ ਸੱਚ ਦੇ ਨਾਲ ਜੁੜਿਆ ਜਾਏ, ਸਿਸਟਮ ਨੂੰ ਫੋਲੋ ਕੀਤਾ ਜਾਏ ਤਾਂ ਗਰੀਬ ਵੀ ਅਮੀਰ ਹੋ ਸਕਦਾ ਹੈ, ਰੋਣ ਵਾਲਾ ਬੰਦਾ ਵੀ ਹੱਸ ਸਕਦਾ ਹੈ, ਡਿਪਰੈਸ਼ਨ ਦੇ ਮਰੀਜ਼ ਜਿਹੜੇ ਨੇ ਉਹ ਸੁਖੀ ਔਰ ਸ਼ਾਂਤ ਹੋ ਸਕਦੇ ਨੇ। ਨੈਗੇਟਿਵਿਟੀ ਨੂੰ ਖਤਮ ਕਰਕੇ ਪੋਜ਼ਿਟਿਵਿਟੀ ਪੈਦਾ ਕੀਤੀ ਜਾ ਸਕਦੀ ਹੈ। ਜਿਹੜੇ ਨਿਰਬਲ ਨੇ ਉਹ ਤਾਕਤਵਰ ਹੋ ਸਕਦੇ ਨੇ। ਕਹਿਣ ਤੋਂ ਭਾਵ ਕਿ ਜੋ ਅਗਿਆਨੀ ਨੇ, ਜੋ ਪਾਮਰ ਨੇ, ਜੋ ਪਤਿਤ ਨੇ, ਉਹ ਪਾਵਨ ਔਰ ਪਵਿੱਤਰ ਹੋ ਸਕਦੇ ਨੇ। ਇਹ ਸੰਭਾਵਨਾ ਹੈ ਹਰ ਇੱਕ ਦੇ ਅੰਦਰ। ਹਰ ਇਨਸਾਨ ਰੱਬ ਹੋ ਸਕਦਾ ਹੈ, ਹਰ ਬੂੰਦ ਸਾਗਰ ਹੋ ਸਕਦੀ ਹੈ, ਹਰ ਇਨਸਾਨ ਦੀ ਜੋਤ ਦੇ ਅੰਦਰ ਮਿਲ ਸਕਦੀ ਹੈ, ਕਿਉਂਕਿ ਮਨ ਤੋਂ ਜੋਤ ਸਰੂਪ ਹੈ ਹੀ ਜੋਤ ਸਰੂਪ। ਇਹਦੇ ਅੰਦਰ ਇੰਨੀਆਂ ਸੰਭਾਵਨਾਵਾਂ ਨੇ, ਪਰ ਅਸੀਂ ਆਪਣੇ ਅੰਦਰ ਪਈਆਂ ਸੰਭਾਵਨਾਵਾਂ ਨੂੰ ਕਦੇ ਦੇਖਿਆ ਹੀ ਨਹੀਂ। ਸਾਨੂੰ ਤੇ ਕਿਹਾ ਹੀ ਇਹ ਜਾਂਦਾ ਵੀ ਤੁਸੀਂ ਕੁਝ ਨਹੀਂ ਕਰ ਸਕਦੇ, ਤੁਹਾਡੀ ਕਿਸਮਤ ਮਾੜੀ ਹੈ। ਜੋਤਸ਼ੀ ਨੂੰ ਹੱਥ ਵਿਖਾ ਲਿਆ ਵੀ ਤੇਰੀ ਕਿਸਮਤ ਮਾੜੀ ਹੈ। ਬਸ ਅਸੀਂ ਕਿਸਮਤ ਨੂੰ ਝੂਰਦੇ ਹਾਂ, ਆਮ ਬੰਦਾ ਕਿਸਮਤ ਨੂੰ ਝੂਰ ਰਿਹਾ ਹੈ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਮੰਦੇ ਜੋ ਪੁਰਸ਼ ਨੇ ਉਹ ਸਲਾਹਣਯੋਗ ਹੋ ਸਕਦੇ ਨੇ। ਤੁਹਾਡੇ ਅੰਦਰ ਸੰਭਾਵਨਾ ਹੈ, ਪੋਸੀਬਿਲਿਟੀ ਹੈ, ਕਿਉਂ ਹੱਥ ਤੇ ਹੱਥ ਧਰ ਕੇ ਬੈਠੇ ਹੋ? ਉੱਠੋ, ਤੁਰੋ, ਗੁਰੂ ਦੇ ਦੱਸੇ ਰਾਹ ਤੇ ਤੁਰੋ, ਬਾਣੀ ਪੜ੍ਹਨੀ ਸ਼ੁਰੂ ਕਰੋ, ਗੁਰਬਾਣੀ ਦੇ ਦੱਸੇ ਰਾਹਾਂ ਤੇ ਤੁਰੋ। ਤੁਸੀਂ ਗੁਰੂ ਕੇ ਸਿੱਖ ਹੋ ਸਕਦੇ ਹੋ। ਅੰਮ੍ਰਿਤ ਪਾਨ ਕਰੋ, ਤੁਸੀਂ ਅੰਮ੍ਰਿਤਧਾਰੀ ਹੋ ਸਕਦੇ ਹੋ। ਤੁਸੀਂ ਗੁਰੂ ਦੀ ਰਹਿਮਤ ਬਖਸ਼ਿਸ਼ ਦੇ ਪਾਤਰ ਹੋ ਸਕਦੇ ਹੋ, ਮਹਾਨ ਹੋ ਸਕਦੇ ਹੋ। ਹਰ ਇੱਕ ਦੇ ਅੰਦਰ ਸੰਭਾਵਨਾ ਹੈ। ਸੁਣਿਆ ਮੁਖ ਸਾਲਾਹਣ ਮੰਦ। ਅਗਲਾ ਬਚਨ ਕਰਦੇ ਨੇ, ਸੁਣਿਆ ਜੋਗ ਜੁਗਤ ਤਨ ਭੇਦ।
ਕਈ ਵਿਦਵਾਨ ਪੁਰਸ਼ਾਂ ਨੇ ਇਸ ਦਾ ਅਰਥ ਕੀਤਾ ਹੈ ਕਿ ਗੁਰੂ ਦੀ ਸੱਚੀ ਸਿੱਖਿਆ ਸੁਣਨ ਦੇ ਨਾਲ ਯੋਗ ਦੀਆਂ ਜੁਗਤੀਆਂ ਆ ਜਾਂਦੀਆਂ ਨੇ, ਯੋਗਾ ਸਿੱਖ ਲੈਂਦਾ ਬੰਦਾ, ਪਰ ਇਹ ਗੱਲ ਠੀਕ ਨਹੀਂ ਹੈ। ਯੋਗ ਦਾ ਮਤਲਬ ਹੈ ਜੁੜਨਾ, ਰੱਬ ਦੇ ਨਾਲ ਜੁੜਨਾ, ਰੱਬ ਵਿੱਚ ਮਿਲਣਾ। ਜੁਗਤ ਦਾ ਮਤਲਬ ਹੈ ਜੁਗਤੀ, ਜੀਵਨ ਜਾਚ, ਜੀਵਨ ਦਾ ਢੰਗ, ਵੇ ਆਫ ਲਾਈਫ। ਗੁਰੂ ਦੀ ਸੱਚੀ ਸਿੱਖਿਆ ਸੁਣਨ ਦੇ ਨਾਲ ਰੱਬ ਦੇ ਨਾਲ ਜੁੜਨ ਦੀ ਜੁਗਤੀ ਮਿਲ ਜਾਂਦੀ ਹੈ। ਤੁਸੀਂ ਉਹ ਵੇ ਆਫ ਲਾਈਫ ਸਿੱਖ ਸਕਦੇ ਹੋ, ਅਪਣਾ ਸਕਦੇ ਹੋ, ਜਿਹੜਾ ਤੁਹਾਨੂੰ ਰੱਬ ਵਰਗਾ ਬਣਾ ਦੇਵੇਗਾ। ਜੁੜਨ ਦੀ ਜੁਗਤ, ਜੁਗਤ ਹੀ ਹੈ ਨਾ। ਜੁਗਤ ਦਾ ਮਤਲਬ ਜੀਵਨ ਦਾ ਢੰਗ। ਸਾਡੇ ਜੀਵਨ ਦਾ ਢੰਗ, ਸਾਡੇ ਬੋਲਣ ਦਾ ਢੰਗ, ਸਾਡੇ ਸੋਚਣ ਦਾ ਢੰਗ, ਸਾਡੇ ਵਿਹਾਰ ਐਸੇ ਨੇ ਕਿ ਸਾਡੇ ਵਿੱਚ ਵਿਛੋੜਾ ਹੈ। ਸਾਡੀ ਆਪਣਿਆਂ ਦੇ ਨਾਲ ਹੀ ਨਹੀਂ ਬਣਦੀ, ਪਰਿਵਾਰ ਨਾਲ ਨਹੀਂ ਬਣਦੀ, ਰਿਸ਼ਤੇਦਾਰਾਂ ਨਾਲ ਨਹੀਂ ਬਣਦੀ। ਜੀਵਨ ਦਾ ਢੰਗ ਹੀ ਹੈ ਨਾ। ਕਿਉਂਕਿ ਬੋਲ ਮਾੜੇ ਨੇ, ਵਿਹਾਰ ਮਾੜਾ ਹੈ। ਜਿੱਥੇ ਅਸੀਂ ਜਾਂਦੇ ਹਾਂ ਅਸੀਂ ਹੰਕਾਰ ਤੇ ਭਰੇ ਫੂੰ ਕਰਦੇ ਜਾ ਵੜਦੇ ਹਾਂ। ਜਿੱਥੇ ਅਸੀਂ ਜਾਂਦੇ ਹਾਂ ਅਸੀਂ ਉੱਥੇ ਕਮੀਆਂ ਔਰ ਦੋਸ਼ ਕੱਢਦੇ ਹਾਂ। ਅਗਲੇ ਦੇ ਘਰ ਜਾ ਕੇ ਹਲੇ ਅਸੀਂ ਬਹਿੰਦੇ ਨਹੀਂ, ਉਹਨਾਂ ਨੇ ਚਾਹ ਦਾ ਕੱਪ ਲਿਆ ਕੇ ਧਰਿਆ ਨਹੀਂ ਹੁੰਦਾ ਤੇ ਨਾਲ ਹੀ ਅਸੀਂ ਸ਼ੁਰੂ ਕਰ ਦੇਣਾ, ਤੁਸੀਂ ਇਹ ਸੋਫਾ ਇਸ ਪਾਸੇ ਨੂੰ ਕਿਉਂ ਲਾਇਆ, ਇੱਧਰ ਤਾਂ ਬਿਲਕੁਲ ਚੰਗਾ ਨਹੀਂ ਲੱਗਦਾ। ਤੁਹਾਡੇ ਯਾਰ ਬੈੱਡ ਸੀਟ ਦਾ ਰੰਗ ਤੇ ਬਿਲਕੁਲ ਹੀ ਗਲਤ ਹੈ, ਇਹਦੇ ਨਾਲ ਤੇ ਮੈਚ ਹੀ ਨਹੀਂ ਕਰਦਾ। ਅਸੀਂ ਜਾਂਦੇ ਹਾਂ ਕਮੀਆਂ, ਤੁਸੀਂ ਬੈੱਡ ਸ਼ੀਟ ਖਰੀਦਣੀ, ਤੁਸੀਂ ਬੈੱਡ ਸ਼ੀਟ ਦੇ ਉੱਤੇ ਬਹਿ ਜਾਓ, ਤੁਸੀਂ ਜਿਹੜੀ ਤੇ ਵੀ ਬਹੋਗੇ ਤੁਹਾਨੂੰ ਨੀਂਦ ਤੇ ਆ ਜਾਏਗੀ। ਤੁਸੀਂ ਮੈਚਿੰਗ ਤੋਂ ਕੀ ਲੈਣਾ ਯਾਰ। ਬੈੱਡ ਸ਼ੀਟ ਤੇ ਟੇਬਲ ਨਹੀਂ ਠੀਕ, ਬੰਦਾ ਪੁੱਛੇ ਵੀ ਤੂੰ ਚਾਹ ਪੀਣੀ ਹੈ ਤੇ ਚਾਹ ਪੀ। ਹੁਣ ਟੇਬਲ ਸਾਰੇ ਹੀ ਧਿਆਨ ਕੇ ਉਹਨਾਂ ਨੂੰ ਦੱਸਣ ਲੱਗਣ ਤੇ ਘਰ ਦੀ ਕੀ ਸਾਡੀਆਂ ਆਦਤਾਂ ਨੇ ਨਾ, ਇਹ ਜੀਵਨ ਦੀ ਜੁਗਤੀ ਹੈ ਸਾਡੀ। ਤੇ ਇਸ ਜੀਵਨ ਜੁਗਤੀ ਦੇ ਨਾਲ ਤੁਹਾਨੂੰ ਕੌਣ ਆਦਰ ਦੇਵੇਗਾ? ਜਿੱਥੇ ਜਾ ਕੇ ਤੁਹਾਨੂੰ ਸੋਫੇ ਨਾ ਚੰਗੇ ਲੱਗਣ, ਇੱਥੇ ਤੁਹਾਨੂੰ ਬੈੱਡ ਸ਼ੀਟ ਚੰਗੀ ਨਾ ਲੱਗੇ, ਇੱਥੇ ਤੂੰ ਸਬਜ਼ੀ ਬਣਾ ਕੇ ਲਿਆਵੇ ਤੇ ਤੁਸੀਂ ਕਹੋ ਬੀਬੀ ਤੈਨੂੰ ਤੇ ਸਬਜ਼ੀ ਬਣਾਉਣ ਦੀ ਜਾਚ ਨਹੀਂ, ਤਾਂ ਉਹ ਤੁਹਾਨੂੰ ਪਰੌਂਠੇ ਬਣਾ ਕੇ ਖਵਾਏਗੀ? ਕਦੇ ਵੀ ਨਹੀਂ ਨਾ ਹੋਏਗਾ। ਉਹ ਕਹਿੰਦੇ ਨੇ ਕਿਸੇ ਦੀ ਘਰ ਨਹੀਂ ਸੀ ਬਣਦੀ ਤੇ ਘਰਦਿਆਂ ਨੇ ਕੱਢ ਦਿੱਤਾ, ਕਹਿੰਦਾ ਮੈਂ ਘਰੋਂ ਚਲੇ ਜਾਣਾ, ਘਰ ਦੇ ਕਹਿੰਦੇ ਚਲਾ ਜਾ। ਤੇ ਹੁਣ ਘਰੋਂ ਚਲਾ ਜਾ ਜਦੋਂ ਕਈ ਵਾਰੀ ਬੰਦਾ ਤਿੜ ਮਾਰ ਪੈਂਦਾ ਤੇ ਫਿਰ ਉਸ ਫੁਕਰੀ ਪਿੱਛੇ ਘਰੋਂ ਨਿਕਲਣਾ ਪੈ ਗਿਆ ਤੇ ਚੌਲ ਬਣ ਲੈ ਅੱਧਾ ਕਿਲੋ ਵੀ ਰਾਹ ਦੇ ਵਿੱਚ ਕਿਤੇ ਬਣਾ ਕੇ ਖਾ। ਹੁਣ ਤੁਰਿਆ ਜਾਂਦਾ ਪਰਨੇ ਦੇ ਵਿੱਚ ਚੌਲ ਬਣ ਕੇ ਤੇ ਰਾਹ 'ਚ ਕੋਈ ਪਿੰਡ ਆਇਆ ਤੇ ਭੁੱਖ ਲੱਗੀ ਤੇ ਕਹਿਣ ਲੱਗਾ ਬੀਬੀ ਮੈਨੂੰ ਆ ਚੌਲ ਬਣਾ ਦੇ ਕਿਸੇ ਘਰ 'ਚ। ਉਹ ਕਹਿੰਦੀ ਭਾਈ ਜੀ ਰਹਿਣ ਦੋ, ਮੈਂ ਚੌਲ ਵੈਸੇ ਨਹੀਂ। ਕਹਿਣ ਲੱਗਾ ਨਹੀਂ ਮੇਰੇ ਕੋਲ ਹੈ ਨੇ, ਉਬਾਲ ਦੋ। ਉਹ ਚੌਲ ਉਬਾਲਣ ਲੱਗ ਪਈ ਤੇ ਹਾਲੇ ਉਹਨੇ ਅੱਗ ਬਾਲੀ ਸੀ ਤੇ ਨਾਲ ਕਹਿੰਦਾ ਬੀਬੀ ਆ ਤੁਹਾਡੀ ਮੱਝ ਬੜੀ ਤਗੜੀ ਹੈ। ਕਹਿਣ ਲੱਗੀ ਹਾਂ ਅਸੀਂ ਪੱਠੇ ਪਾਉਂਦੇ ਹਾਂ ਭਰਾ, ਸੇਵਾ ਕਰਦੇ ਹਾਂ। ਤੇ ਕਹਿਣ ਲੱਗਾ ਦਰਵਾਜ਼ਾ ਤੁਹਾਡਾ ਛੋਟਾ ਜਿਹਾ, ਜੇ ਬਾਈ ਚਾਂਸ ਮੱਝ ਮਰ ਗਈ ਤੈਨੂੰ ਬਾਹਰ ਕਿਵੇਂ ਕੱਢੋਗੇ? ਕਹਿੰਦੀ ਫਿੱਟੇ ਮੂੰਹ ਤੇਰਾ। ਪਰ ਉਹ ਮਾਈ ਭਰੀ ਪੀਤੀ, ਉਹਨੇ ਨਾ 2 ਲੱਕੜਾਂ ਲਾਈਆਂ ਥੱਲੇ ਵੀ ਛੇਤੀ ਚੌਲ ਉਬਲਣ ਤੇ ਨਿਕਲੇ। ਤੇ ਥੋੜੀ ਬਾਅਦ ਨਾ ਦੇਰ ਬਾਅਦ ਅੰਦਰੋਂ ਬੀਬੀ ਨਿਕਲੀ, ਉਹਨੇ ਹਾਰ ਸ਼ਿੰਗਾਰ ਲਗਾਇਆ। ਕਹਿਣ ਲੱਗਾ ਬੀਬੀ ਇਹ ਕੌਣ ਹੈ? ਬੀਬੀ ਕਹਿਣ ਲੱਗੀ ਮੇਰੀ ਨੂੰਹ। ਤੇ ਕਹਿਣ ਲੱਗਾ ਤੇਰਾ ਪੁੱਤਰ? ਕਹਿਣ ਲੱਗੀ ਉਹ ਤੇ ਫੌਜ ਵਿੱਚ। ਤੇ ਕਹਿੰਦਾ ਬੀਬੀ ਜੇ ਬਾਈ ਚਾਂਸ ਬਾਰਡਰ ਤੇ ਉਹਨੂੰ ਗੋਲੀ ਵੱਜ ਗਈ ਤੇ ਫਿਰ ਨੂੰਹ ਦਾ ਕੀ ਕरेंगे? ਉਹਨਾਂ ਦੁਰ ਫਿੱਟੇ ਮੂੰਹ ਤੇਰਾ, ਪਾ ਚੌਲ ਤੇ ਨਿਕਲ ਇੱਥੋਂ। ਉਹਨੇ ਕੱਢਤਾ ਤੇ ਕੱਚੇ ਚੌਲ ਆਪਣੇ ਪਰਨੇ 'ਚ ਪਵਾ ਕੇ ਤੁਰਿਆ ਜਾਏ ਤੇ ਪਿੱਛ ਜਿਹੜੀ ਸੀ ਨਾ ਚੌਲਾਂ ਦੀ ਉਹ ਚੋਂਦੀ ਜਾਏ ਰਾਹ ਦੇ ਵਿੱਚ। ਤੇ ਰਾਹ 'ਚ ਕਿਸੇ ਸੱਜਣ ਨੇ ਪੁੱਛਿਆ ਵੀ ਕੱਪੜੇ 'ਚੋਂ ਕੀ ਚੋਂਦਾ ਜਾਂਦਾ? ਕਹਿੰਦਾ ਜ਼ੁਬਾਨ ਦਾ ਰਸ, ਇਹ ਜ਼ੁਬਾਨ ਦਾ ਰਸ ਹੈ। ਹੁਣ ਇਹ ਜੀਵਨ ਦੀ ਜੁਗਤੀ ਹੈ ਨਾ। ਐਸੀ ਜੀਵਨ ਜੁਗਤੀ ਵਿੱਚ ਕਿਤੇ ਮਾਣ ਸਤਿਕਾਰ ਮਿਲ ਸਕਦਾ ਹੈ? ਨਾ। ਪਰ ਗੁਰੂ ਜੀ ਕਹਿੰਦੇ ਨੇ ਸੱਚੀ ਸਿੱਖਿਆ ਨੂੰ ਕੋਈ ਸੁਣ ਲਵੇ ਤਾਂ ਉਹ ਵੇ ਆਫ ਲਾਈਫ ਪਾ ਸਕਦਾ ਹੈ ਜਿਹੜੀ ਤੁਹਾਨੂੰ ਰੱਬ ਤੱਕ ਪਹੁੰਚਾ ਦੇਗੀ। ਸੁਣਿਆ ਜੋਗ ਜੁਗਤ। ਗੁਰੂ ਦੀ ਸੱਚੀ ਸਿੱਖਿਆ ਸੁਣਨ ਦੇ ਨਾਲ ਐਸਾ ਜੀਵਨ ਦਾ ਢੰਗ ਮਿਲਦਾ ਹੈ ਜੋ ਤੁਹਾਨੂੰ ਰੱਬ ਵਰਗਾ ਬਣਾ ਸਕਦਾ ਹੈ। ਇਹ ਪੋਸੀਬਿਲਿਟੀ ਹੈ। ਤਨ ਭੇਦ ਤੇ ਤਨ ਦੇ ਭੇਦਾਂ ਦਾ ਪਤਾ ਲੱਗ ਜਾਂਦਾ ਹੈ। ਹੁਣ ਦੇਖੋ ਸਾਨੂੰ ਤਨ ਦੇ ਭੇਦਾਂ ਦਾ ਪਤਾ ਨਹੀਂ ਨਾ, ਆਮ ਬੰਦੇ ਨੂੰ ਨਹੀਂ ਪਤਾ। ਅਸੀਂ ਗੱਲਾਂ ਕਰਨ ਬਹਿੰਦੇ ਹਾਂ ਗੁਰਬਾਣੀ ਦੀਆਂ ਤੇ ਗੁਰਬਾਣੀ ਦੀ ਗੱਲ ਕਰਦਿਆਂ ਸਾਨੂੰ ਪਤਾ ਵੀ ਨਹੀਂ ਲੱਗਦਾ ਕਿ ਕਦੋਂ ਅਸੀਂ ਆਪਣੇ ਕਿਸੇ ਭੈਣ ਭਰਾ ਦੀ ਨਿੰਦਿਆ ਸ਼ੁਰੂ ਕਰ ਦਿੰਦੇ ਹਾਂ ਤੇ ਨਿੰਦਿਆ ਦੇ ਵਿੱਚ ਘੰਟਿਆਂ ਬੱਧੀ ਲੰਘ ਜਾਂਦੇ ਨੇ, ਸਾਨੂੰ ਪਤਾ ਵੀ ਨਹੀਂ ਲੱਗਦਾ ਵੀ ਬੈਠੇ ਕਿਸ ਕੰਮ ਸਾਂ ਤੇ ਕਰਨ ਕੀ ਲੱਗ। ਤਨ ਦੇ ਭੇਦ ਨਾਲ ਨਹੀਂ ਨਾ ਪਤਾ ਲੱਗਾ। ਕਈ ਬੰਦਿਆਂ ਨੇ ਸ਼ਰਾਬ ਦਾ ਪੈਗ ਲਾਇਆ ਤੇ ਹੌਲੀ ਹੌਲੀ ਸ਼ਰਾਬ ਵਿੱਚ ਹੀ ਨਸ਼ਿਆਂ ਦੇ ਵਿੱਚ ਹੀ ਖਚਤ ਹੋ ਗਏ। ਪਤਾ ਹੀ ਨਹੀਂ ਕਦਾ ਲੱਗਾ ਤੇ ਕਦੋਂ ਜਵਾਨੀ ਨਸ਼ਿਆਂ 'ਚ ਗਲ ਗਈ।
कोई जुआ खेलन गया, एक दिन लाटरी पान गया, जुआ खेलन लग गया, पता ही नहीं लगा भी कदों जुए च सारी प्रॉपर्टी हार गई। तन दे भेदां दा पता नहीं ना। ਅੱਖਾਂ ਦੇ ਨਾਲ ਵੇਖਦਿਆਂ ਕਿਸੇ ਵੱਲ ਸਾਡੀ ਨਜ਼ਰ ਕਦੋਂ ਮੈਲੀ ਹੋ ਗਈ ਸਾਨੂੰ ਪਤਾ ਹੀ ਨਹੀਂ ਲੱਗਦਾ। ਤਾਂ ਗੁਰੂ ਜੀ ਕਹਿੰਦੇ ਨੇ ਜਦੋਂ ਅਸੀਂ ਗੁਰੂ ਦੀ ਸੱਚੀ ਸਿੱਖਿਆ ਸੁਣਦੇ ਹਾਂ ਤਾਂ ਸਾਨੂੰ ਤਨ ਦੇ ਭੇਦਾਂ ਦਾ ਪਤਾ ਲੱਗ ਜਾਂਦਾ ਹੈ ਵੀ ਇਹ ਗਿਆਨ ਇੰਦਰੀ ਕਿਵੇਂ ਕੰਮ ਕਰਦੇ ਨੇ, ਮਨ ਕਿਵੇਂ ਕੰਮ ਕਰਦਾ ਹੈ, ਅਸੀਂ ਮਨ ਨੂੰ ਕੰਟਰੋਲ ਕਿਵੇਂ ਕਰ ਸਕਦੇ ਹਾਂ, ਅਸੀਂ ਆਪਣੀ ਉੱਚੀ ਮਹਾਨ ਸੋਚ ਕਿਵੇਂ ਬਣਾ ਸਕਦੇ ਹਾਂ, ਅਸੀਂ ਆਪਣੀ ਜ਼ਿੰਦਗੀ ਨੂੰ ਕਿਵੇਂ ਮਹਾਨ ਬਣਾ ਸਕਦੇ ਹਾਂ, ਅਸੀਂ ਇਹਨਾਂ ਗਿਆਨ ਇੰਦਰੀਆਂ ਤੋਂ ਕਿਵੇਂ ਠੀਕ ਕੰਮ ਲੈ ਕੇ ਰੱਬ ਵਰਗੇ ਹੋ ਸਕਦੇ ਹਾਂ। ਇਹ ਤਨ ਦੇ ਭੇਦ ਦਾ ਪਤਾ ਲੱਗ ਜਾਂਦਾ। ਅਸੀਂ ਆਪਣੇ ਮਨ ਨੂੰ ਵਿਕਾਰਾਂ ਵੱਲੋਂ ਰੋਕਣ ਜੋਗੇ ਹੋ ਜਾਂਦੇ ਹਾਂ। ਅਸੀਂ ਆਪਣੇ ਗਿਆਨ ਇੰਦਰੀਆਂ ਨੂੰ ਚੰਗੇ ਕੰਮਾਂ ਵਿੱਚ ਲਾ ਸਕਦੇ ਹਾਂ। ਅਗਲਾ ਬਚਨ ਕਰਦੇ ਹਾਂ, ਸੁਣਿਆ ਸ਼ਾਸਤ ਸਿਮਰਿਤ ਵੇਦ। ਇਹ ਧਰਮ ਗ੍ਰੰਥ ਨੇ ਸਾਰੇ, ਇਹ ਸ਼ਾਸਤਰ 27 ਸਿਮਰਤੀਆਂ ਔਰ 4 ਵੇਦ। ਹੁਣ ਗੁਰੂ ਪਾਤਸ਼ਾਹ ਜੀ ਕਹਿੰਦੇ ਜਦੋਂ ਗੁਰੂ ਦੀ ਸੱਚੀ ਸਿੱਖਿਆ ਸੁਣਦੇ ਆ ਨਾ, ਯੂਨੀਵਰਸਲ ਟਰੁੱਥ ਬਾਰੇ ਜਦੋਂ ਸਾਨੂੰ ਗਿਆਨ ਹੁੰਦਾ ਹੈ ਤਾਂ ਸਾਨੂੰ ਸ਼ਾਸਤਰ ਸਿਮਰਤੀਆਂ ਔਰ ਵੇਦਾਂ ਦੇ ਜੋ ਲਿਖਣਹਾਰੇ ਨੇ ਜਾਂ ਉਹਨਾਂ ਵਿੱਚ ਜੋ ਲਿਖਿਆ ਹੈ ਉਹਦੀ ਸੋਚ ਬਾਰੇ ਪਤਾ ਲੱਗ ਜਾਂਦਾ ਕਿ ਲਿਖਣ ਵਾਲਿਆਂ ਦੀ ਸੋਚ ਕੀ ਸੀ, ਉਹਨਾਂ ਦੀ ਪਹੁੰਚ ਕਿੱਥੋਂ ਤੱਕ ਸੀ, ਉਹਨਾਂ ਦੀ ਮੈਂਟੈਲਿਟੀ ਕੈਸੀ ਸੀ, ਇਹਦੇ ਪਿੱਛੇ ਸੋਚ ਕੀ ਹੈ। ਵੇਦਾਂ ਸ਼ਾਸਤਰਾਂ ਵਿੱਚ ਲਿਖੇ ਹੋਏ ਕਰਮ ਕਾਂਡ ਸਾਨੂੰ ਕਿਸ ਪਾਸੇ ਲੈ ਜਾਣਗੇ, ਉਹਦੇ ਅੰਦਰ ਜੋ ਮੂਲ ਗਿਆਨ ਹੈ ਉਹਦੀ ਸਮਝ ਆ ਜਾਂਦੀ ਹੈ ਤੇ ਬੰਦਾ ਆਪ ਫੈਸਲੇ ਲੈਣ ਜੋਗਾ ਹੋ ਜਾਂਦਾ ਜੇ ਅਸੀਂ ਯੂਨੀਵਰਸਲ ਟਰੁੱਥ ਨੂੰ ਪੜ੍ਹਦੇ ਹਾਂ। ਕਈ ਧਰਮ ਗ੍ਰੰਥ ਤੁਹਾਨੂੰ ਐਸੇ ਮਿਲ ਜਾਣਗੇ ਜਿਨ੍ਹਾਂ ਦੇ ਵਿੱਚ ਲਿਖਿਆ ਮਿਲਦਾ ਹੈ ਕਿ ਤੁਸੀਂ ਇਹ ਮੰਤਰ ਇੰਨੀ ਵਾਰੀ ਪੜ੍ਹੋ, ਫਲਾਂ ਦੇਵਤਾ ਖੁਸ਼ ਹੋਏਗਾ, ਫਿਰ ਉਹ ਦੇਵਤਾ ਪ੍ਰਗਟ ਹੋਏਗਾ, ਫਿਰ ਉਹਦੇ ਤੋਂ ਜੋ ਮੰਗੋਗੇ ਮਿਲ ਜਾਏਗਾ। ਤੇ ਮੰਗਣ ਵਾਸਤੇ ਫਿਰ ਅਲੱਗ-ਅਲੱਗ ਦੇਵਤੇ, ਅਲੱਗ-ਅਲੱਗ ਮੰਤਰ। ਜੇ ਮੀਂਹ ਪਵਾਉਣਾ ਹੈ ਤਾਂ ਇੰਦਰ ਦੇਵਤੇ ਦੀ ਪੂਜਾ ਕਰੋ, ਮੌਤ ਤੋਂ ਬਚਣਾ ਹੈ ਸ਼ਿਵ ਦੀ ਪੂਜਾ ਕਰੋ, ਜੇ ਤੁਸੀਂ ਵਿੱਦਿਆ ਲੈਣੀ ਹੈ ਤੇ ਸਰਸਵਤੀ ਦੀ ਪੂਜਾ ਕਰੋ, ਜੇ ਪੈਸਾ ਚਾਹੀਦਾ ਤੇ ਲక్ష్ਮੀ ਦੀ। ਯਾਨੀ ਅਨੇਕ ਕਰਮਕਾਂਡ ਹੋ ਗਏ ਨਾ। ਤਾਂ ਸਾਨੂੰ ਸਮਝ ਪੈ ਜਾਂਦੀ ਹੈ ਜੋ ਸ਼ਾਸਤਰ ਸਿਮਰਿਤ ਵੇਦ ਨੇ ਉਹਨਾਂ ਨੂੰ ਲਿਖਣ ਹਾਰਿਆਂ ਦੀ ਜੋ ਮੈਂਟੈਲਿਟੀ ਹੈ ਉਹਦੇ ਬਾਰੇ ਸਾਨੂੰ ਸਮਝ ਪੈਂਦੀ ਹੈ, ਅਸੀਂ ਉਹਨਾਂ ਚੀਜ਼ਾਂ ਨੂੰ ਸਮਝ ਸਕਦੇ ਹਾਂ। ਨਾਨਕ ਭਗਤਾਂ ਸਦਾ ਵਿਗਾਸ। ਗੁਰੂ ਪਾਤਸ਼ਾਹ ਕਹਿੰਦੇ ਨੇ ਜੋ ਹੁਕਮ ਰਜ਼ਾਈ ਚੱਲਣ ਵਾਲੇ ਨੇ, ਜੋ ਗੁਰੂ ਦੀ ਸੱਚੀ ਸਿੱਖਿਆ ਨੂੰ ਸੁਣ ਕੇ ਮੰਨਣ ਵਾਲੇ ਨੇ, ਉਹਨਾਂ ਦੀ ਜ਼ਿੰਦਗੀ ਵਿੱਚ ਹਮੇਸ਼ਾ ਵਿਗਾਸਤਾ ਹੈ, ਚੜ੍ਹਦੀ ਕਲਾ ਹੈ, ਪ੍ਰਸੰਨਤਾ ਹੈ, ਪੋਜ਼ਿਟਿਵ ਥਿੰਕਿੰਗ ਹੈ, ਸਕਾਰਾਤਮਕ ਸੋਚ ਹੈ। ਆਗਾਂ ਹੋ ਪੁੱਤਰਾਗ, ਉਹ ਅਗਾਂ ਦੀ ਗੱਲ ਸੋਚਦੇ ਨੇ, ਉਹ ਫੇਲ ਹੋਣਾ ਤੇ ਜਾਣਦੇ ਹੀ ਨਹੀਂ। ਉਹਨਾਂ ਦੀ ਸਿਰਫ ਜ਼ਿੰਦਗੀ ਦੇ ਅੰਦਰ ਜਿੱਤਣਾ, ਇਹ ਨਹੀਂ ਕਿ ਦੂਜਿਆਂ ਨੂੰ ਹਰਾਣਾ, ਵਿਕਾਰਾਂ ਨੂੰ ਜਿੱਤਣਾ, ਜੀਵਨ ਬਾਜੀ ਨੂੰ ਜਿੱਤਣਾ। ਇਹੀ ਉਹਨਾਂ ਦੀ ਜ਼ਿੰਦਗੀ ਦਾ ਮੋਟਿਵ ਹੈ, ਇਹੀ ਉਹਨਾਂ ਦੀ ਜ਼ਿੰਦਗੀ ਦਾ ਗੋਲ ਹੈ। ਉਹ ਹਮੇਸ਼ਾ ਖੁਸ਼ ਨੇ, ਹਰ ਹਾਲਾਤ ਵਿੱਚ ਖੁਸ਼ ਨੇ, ਹਰ ਸਿਚੁਏਸ਼ਨ ਵਿੱਚ ਖੁਸ਼ ਨੇ। ਉਹਨਾਂ ਨੂੰ ਸਟ੍ਰੈਸ ਮੈਨੇਜਮੈਂਟ ਦਾ ਪਤਾ ਹੈ ਕਿ ਮੈਂ ਸਟ੍ਰੈਸ ਨੂੰ ਕਿਵੇਂ ਮੈਨੇਜ ਕਰਨਾ ਹੈ। ਉਹਨਾਂ ਨੂੰ ਸਿਚੁਏਸ਼ਨ ਮੈਨੇਜਮੈਂਟ ਦਾ ਪਤਾ ਹੈ ਕਿ ਕਿਸ ਸਿਚੁਏਸ਼ਨ ਵਿੱਚ ਮੈਂ ਕਿਵੇਂ ਖੁਸ਼ ਰਹਿਣਾ ਹੈ। ਉਹਨਾਂ ਨੂੰ ਪੀਪਲ ਮੈਨੇਜਮੈਂਟ ਦਾ ਪਤਾ ਹੈ ਕਿ ਆਮ ਲੋਕਾਂ ਦੇ ਅੰਦਰ ਮੈਂ ਕਿਵੇਂ ਆਪਣੇ ਆਪ ਨੂੰ ਐਡਜਸਟ ਕਰਨਾ ਹੈ, ਇਹਨਾਂ ਦੇ ਨਾਲ ਮੈਂ ਕਿਵੇਂ ਵਿਹਾਰ ਕਰਨਾ ਹੈ। ਸੁਣਿਆ ਦੁੱਖ ਪਾਪ ਦਾ ਨਾਸ। ਗੁਰੂ ਪਾਤਸ਼ਾਹ ਕਹਿੰਦੇ ਨੇ ਗੁਰੂ ਦੀ ਸੱਚੀ ਸਿੱਖਿਆ ਸੁਣਨ ਦੇ ਨਾਲ ਜ਼ਿੰਦਗੀ ਚੋਂ ਪਾਪ ਮੁੱਕ ਜਾਂਦੇ ਨੇ ਔਰ ਉਹਨਾਂ ਪਾਪਾਂ ਕਾਰਨ ਪੈਦਾ ਹੋਏ ਦੁੱਖ ਖਤਮ ਹੋ ਜਾਂਦੇ ਨੇ। ਇਸ ਲਈ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੀ ਜ਼ਿੰਦਗੀ ਵਿੱਚ ਵਿਗਾਸਤਾ ਆਵੇ, ਅਸੀਂ ਹਮੇਸ਼ਾ ਵਿਕਾਸਸ਼ੀਲ ਬਣੇ ਰਹੀਏ, ਸਾਨੂੰ ਇਸ ਬ੍ਰਹਿਮੰਡ ਬਾਰੇ ਗਿਆਨ ਹੋਵੇ, ਨੌਲੇਜ ਹੋਵੇ, ਅਸੀਂ ਜ਼ਿੰਦਗੀ ਦੀ ਸਹੀ ਜੁਗਤ ਨੂੰ ਪਾ ਸਕੀਏ, ਐਸੀ ਜੀਵਨ ਜੁਗਤ ਜੋ ਜੀਵਨ ਜੁਗਤ ਸਾਨੂੰ ਰੱਬ ਵਰਗਾ ਬਣਾ ਦੇਵੇਗੀ, ਸਾਡੇ ਜੀਵਨ ਵਿੱਚ ਵਿਗਾਸਤਾ ਆ ਜਾਏਗੀ। ਉਹਦੇ ਵਾਸਤੇ ਇੱਕੋ ਹੀ ਗੱਲ ਹੈ, ਗੁਰੂ ਦੀ ਸੱਚੀ ਸਿੱਖਿਆ ਸੁਣਨੀ, ਹੁਕਮ ਰਜ਼ਾ ਦੀ ਗੱਲ ਸੁਣਨੀ ਔਰ ਗੁਰੂ ਦੀ ਸਿੱਖਿਆ ਦੇ ਉੱਤੇ ਅਮਲ ਕਰਨਾ। ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀਐ। ਗੁਰੂ ਦੀ ਬਾਣੀ ਰੱਬ ਦਾ ਹੀ ਰੂਪ ਹੈ, ਗੁਰਬਾਣੀ ਵਰਗੇ ਅਸਾਂ ਬਣਨਾ ਹੈ। ਉਹ ਸਿੱਖਿਆ ਸੁਣਨੀ ਜੋ ਸਾਨੂੰ ਸਚਿਆਰ ਬਣਾਵੇ, ਜੋ ਸਾਡੇ ਅੰਦਰ ਇਨਸਾਨੀਅਤ ਪੈਦਾ ਕਰੇ,
ਉਹ ਸੱਚੀ ਸਿੱਖਿਆ ਨੂੰ ਜਦੋਂ ਅਸੀਂ ਗੁਰੂ ਦੀ ਪਾਵਨ ਬਾਣੀ ਨੂੰ ਆਪ ਪੜਾਂਗੇ, ਇਸ ਪਾਵਨ ਬਾਣੀ ਨੂੰ ਸੁਣਾਂਗੇ, ਇਸ ਮੁਤਾਬਕ ਜ਼ਿੰਦਗੀ ਜੀਵਾਂਗੇ, ਤਾਂ ਸਾਡੇ ਜੀਵਨ ਦੀਆਂ ਸਾਰੀਆਂ ਸਮੱਸਿਆਵਾਂ ਦਾ ਸੋਲੂਸ਼ਨ ਹੋ ਜਾਏਗਾ, ਹੱਲ ਹੋ ਜਾਏਗਾ। ਤਾਂ ਬੇਨਤੀ ਕਰਾਂ, ਹੁਣ ਸਾਡੇ ਕਈ ਸਾਰੇ ਸਵਾਲ ਹੁੰਦੇ ਨੇ ਨਾ, ਜਾਂ ਸਿੱਧ ਪੀਰ ਸੁਰਨਾਥ ਕਰਾਮਾਤਾਂ ਦੂਜਾ ਤੀਜਾ। ਤਾਂ ਜੇ ਅਸੀਂ ਇਸ ਪੌੜੀ ਨੂੰ ਧਿਆਨ ਨਾਲ ਸਮਝ ਲਈਏ ਤਾਂ ਕਰਾਮਾਤਾਂ ਚੋਂ ਸਾਡਾ ਵਿਸ਼ਵਾਸ ਉੱਠ ਜਾਏਗਾ, ਜਿੰਨੇ ਵੀ ਮਤਲਬ ਸਾਡੇ ਦੁੱਖ ਨੇ ਉਹ ਖਤਮ ਹੋ ਜਾਣਗੇ। ਤੇ ਜੇ ਅਸੀਂ ਗੁਰੂ ਦੀ ਸੱਚੀ ਸਿੱਖਿਆ ਨੂੰ ਸੁਣ ਲਈਏ, ਸਮਝ ਲਈਏ, ਬ੍ਰਹਮਾ ਇੰਦਰ ਮਹੇਸ਼ ਵਾਲੇ ਸਾਡੇ ਭਰਮ ਮੁੱਕ ਜਾਣਗੇ। ਫਿਰ ਸਾਡੇ ਅੰਦਰ ਇੱਕ ਭਾਵਨਾ ਆ ਜਾਏਗੀ ਕਿ ਹਰ ਬੰਦਾ ਇਨਸਾਨ ਚੰਗਾ ਹੋ ਸਕਦਾ ਹੈ। ਸਾਨੂੰ ਇਸ ਚੀਜ਼ ਦੀ ਸਮਝ ਆ ਜਾਏਗੀ ਕਿ ਅਸੀਂ ਆਪਣੇ ਗਿਆਨ ਇੰਦਰੀਆਂ ਨੂੰ ਕਿਵੇਂ ਕੰਟਰੋਲ ਕਰਨਾ ਹੈ, ਅਸੀਂ ਆਪਣੇ ਗੋਲ ਔਰ ਏਮ ਨੂੰ ਕਿਵੇਂ ਪਾਣਾ ਹੈ, ਅਸੀਂ ਸਚਿਆਰ ਕਿਵੇਂ ਹੋਣਾ ਹੈ। ਫਿਰ ਅਸੀਂ ਆਪਣੇ ਦੁੱਖਾਂ ਪਾਪਾਂ ਦੇ ਜ਼ਿੰਮੇਵਾਰ ਖੁਦ ਹੋਵਾਂਗੇ। ਸਾਨੂੰ ਸਮਝ ਆ ਜਾਏਗੀ ਕਿ ਐਵੇਂ ਆਪਣੇ ਦੁੱਖਾਂ ਪਾਪਾਂ ਨੂੰ ਮਿਟਾ ਕੇ ਅਸੀਂ ਆਪਣੇ ਜੀਵਨ ਨੂੰ, ਪਰਿਵਾਰ ਨੂੰ, ਸਮਾਜ ਨੂੰ ਸੁਖੀ ਔਰ ਸ਼ਾਂਤ ਕਰ ਸਕਦੇ ਹਾਂ, ਬਣਾ ਸਕਦੇ ਹਾਂ। ਮੈਂ ਇੱਥੇ ਖਿਮਾ ਦਾ ਜਾਚਕ ਹਾਂ। ਮੇਰੇ ਤੋਂ ਬੋਲਦਿਆਂ ਬਹੁਤ ਸਾਰੀਆਂ ਗਲਤੀਆਂ ਹੋਈਆਂ ਹੋਣਗੀਆਂ, ਭੁੱਲਾਂ ਦੀ ਖਿਮਾ ਆਪ ਕਰੋਗੇ। ਭਾਈ ਸਾਹਿਬ ਵੀਰ ਤਰਲੋਚਨ ਸਿੰਘ ਜੀ ਹੁਣ ਅਨਮਿਊਟ ਹੋ ਗਏ ਨੇ, ਅਗਲੀ ਕਾਰਵਾਈ ਉਹ ਕਰਨਗੇ। ਅੱਜ ਦੀਆਂ ਜੋ ਇਹ 2 ਪੌੜੀਆਂ ਵਿਚਾਰੀਆਂ ਨੇ, ਇਹਨਾਂ ਬਾਰੇ ਜੇ ਤੁਹਾਡਾ ਕੋਈ ਸਵਾਲ ਹੋਏ ਜਾਂ ਆਪਣੇ ਵਿਊਜ਼ ਦੇਣੇ ਹੋਣ ਤਾਂ ਉਹ ਤੁਸੀਂ ਦੇ ਸਕਦੇ ਹੋ। ਹੋਈਆਂ ਭੁੱਲਾਂ ਦੀ ਖਿਮਾ ਗੱਜ ਕੇ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ ਗਿਆਨੀ ਜੀ ਆਪ ਜੀ ਦਾ, ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਆਪ ਜੀ ਨੇ ਸਾਰਿਆਂ ਨੇ ਸੁਣੇ ਲਈਆਂ ਅੱਜ ਦੀਆਂ 2 ਪੌੜੀਆਂ ਜਿਹੜੀਆਂ ਜਪਜੀ ਸਾਹਿਬ ਦੇ ਵਿੱਚੋਂ ਸੀਗੀਆਂ, ਸੁਣਿਆਂ ਦੇ ਬਾਰੇ। ਕੱਲ੍ਹ ਨੂੰ 2 ਪੌੜੀਆਂ ਦਾ ਮੇਰਾ ਖਿਆਲ ਕਰਨਗੇ, ਇਹ ਡਿਪੈਂਡ ਕਰਦਾ ਟਾਈਮ ਤੇ। ਅੱਜ ਦੀ ਵਿਚਾਰਧਾਰਾ ਦੇ ਵਿੱਚੋਂ ਜੋ ਤੁਹਾਡੇ ਸਵਾਲ ਹੋਣਗੇ, ਤੁਸੀਂ ਮੈਂ ਜਿੱਦਾਂ ਹਮੇਸ਼ਾ ਕਹਿੰਦਾ ਹੁੰਦਾ, ਤੁਸੀਂ ਆਪਣੇ ਆਪ ਹੀ ਅਨਮਿਊਟ ਕਰ ਲਓ, ਤੇ ਮੈਂ ਉਹਦੇ ਨਾਲ ਫਿਰ ਇਕੱਲੇ ਇਕੱਲੇ ਨੂੰ ਜਿੱਦਾਂ ਜਿੱਦਾਂ ਕੋਈ ਅਨਮਿਊਟ ਹੋ ਹੀ ਜਾਊਗਾ, ਉੱਦਾਂ ਮੈਂ ਉਹਨਾਂ ਨੂੰ ਪੁੱਛੀ ਜਾਊਂਗਾ। ਤੇ ਸਾਡੇ ਨਾਲ ਇਸ ਵੇਲੇ ਅਰਵਿੰਦਰ ਨੈਂਦਰਾ ਜੀ ਅਨਮਿਊਟ ਹੈਗੇ ਜੀ, ਉਹਦੇ ਬਾਅਦ ਦੇ ਵਿੱਚ ਪ੍ਰੀਤ ਕੌਰ ਹੈਗੇ ਜੀ। ਹੋਰ ਵੀ ਮੈਂ ਬੇਨਤੀ ਕਰਦਾ ਸਾਰਿਆਂ ਨੂੰ, ਜਿਨ੍ਹਾਂ ਨੇ ਵੀ ਆਉਣਾ ਉਹ ਆ ਜਾਣ। ਹਾਂਜੀ, ਅਰਵਿੰਦਰ ਸਿੰਘ ਜੀ ਨੈਂਦਰਾ। ਹਾਂਜੀ ਗਿਆਨੀ ਜੀ, ਮੈਂ ਇੱਕ ਲਾਈਨ ਦਾ ਥੋੜਾ ਮੈਂ ਕਹਿੰਦਾ ਕਿ ਤੁਸੀਂ ਥੋੜਾ ਐਕਸਪੈਂਡ ਕਰੋ ਜੀ ਉੱਤੇ। ਹਾਂਜੀ, ਇੱਕ ਲਾਈਨ ਜਿਹੜੀ ਹੈਗੀ ਆ, ਸੁਣਿਆ ਜੋਗ ਜੁਗਤ ਤਨ ਭੇਦ। ਹਾਂਜੀ, ਜੋਗ ਦਾ ਮਤਲਬ ਹੁੰਦਾ ਵੀਰ ਜੀ ਜੁੜਨਾ, ਜਿਵੇਂ ਰੱਬ ਦੇ ਨਾਲ ਮਿਲਣਾ। ਹਾਂਜੀ, ਤੇ ਜੁਗਤ ਦਾ ਮਤਲਬ ਹੈਗਾ ਢੰਗ। ਹਾਂਜੀ ਸੌਰੀ ਗਿਆਨੀ ਜੀ, ਮੈਂ ਇੱਕ ਕਹਿਣਾ ਸੀ, ਤੁਸੀਂ ਕਹਿੰਦੇ ਸੀ ਕਿ ਆਪਣੇ ਆਪ ਨੂੰ ਸਮਝਣਾ ਕਿ ਕਿਸ ਤਰ੍ਹਾਂ ਸਾਡੀਆਂ ਗਿਆਨ ਇੰਦਰੀਆਂ। ਹਾਂਜੀ, ਉਹ ਮੈਂ ਦੱਸਦਾ ਵਾਂ। ਜੋਗ ਜੁਗਤ ਇਹਦਾ ਮਤਲਬ ਹੈਗਾ ਵੀ ਜੁੜਨ ਦਾ ਢੰਗ। ਹਾਂਜੀ, ਅਗਲਾ ਸ਼ਬਦ ਹੈ ਤਨ ਭੇਦ। ਉਹਦਾ ਮਤਲਬ ਵੀ ਤਨ ਦਾ ਭੇਦ ਸਾਨੂੰ ਮਿਲ ਜਾਂਦਾ, ਵੀ ਕਿਵੇਂ ਸਾਡੀਆਂ ਗਿਆਨ ਇੰਦਰੀਆਂ ਵਿਕਾਰੀ ਹੋ ਜਾਂਦੀਆਂ ਨੇ। ਅਸੀਂ ਕਿਸੇ ਧੀ ਭੈਣ ਵੱਲ ਦੇਖ ਰਹੇ ਹਾਂ ਤੇ ਦੇਖਦਿਆਂ ਕਦੋਂ ਸਾਡੀ ਨਜ਼ਰ ਮੈਲੀ ਹੋ ਗਈ ਸਾਨੂੰ ਪਤਾ ਵੀ ਨਹੀਂ ਲੱਗਦਾ। ਅਸੀਂ ਗੱਲਾਂ ਕਰਦਿਆਂ ਕਦੋਂ ਕਿਸੇ ਦੀ ਨਿੰਦਿਆ ਕਰਨ ਲੱਗ ਗਏ ਸਾਨੂੰ ਪਤਾ ਵੀ ਨਾ ਲੱਗਾ। ਅਸੀਂ ਨਸ਼ਿਆਂ ਦੇ ਵਿੱਚ ਖਚਤ ਹੋ ਗਏ, ਸਾਨੂੰ ਪਤਾ ਵੀ ਨਹੀਂ ਲੱਗਾ ਕਦੋਂ ਅਸੀਂ ਜੀਵਨ ਬਰਬਾਦ ਕਰ ਲਿਆ। ਤਾਂ ਸਾਨੂੰ ਇਸ ਤਨ ਦਾ ਭੇਦ ਆ ਜਾਂਦਾ ਵੀ ਕਿਵੇਂ ਅਸੀਂ ਆਪਣੇ ਮਨ ਨੂੰ ਕੰਟਰੋਲ ਕਰਨਾ ਹੈ, ਕਿਵੇਂ ਸਾਡਾ ਮਨ ਵਿਚਲਿਤ ਹੋ ਜਾਂਦਾ ਹੈ, ਔਰ ਕਿਵੇਂ ਅਸੀਂ ਪੋਜ਼ਿਟਿਵ ਥਿੰਕਿੰਗ ਬਣਾ ਸਕਦੇ ਹਾਂ, ਨਕਾਰਾਤਮਕ ਤੋਂ ਸਕਾਰਾਤਮਕ ਹੋ ਸਕਦੇ ਹਾਂ, ਆਪਣੀਆਂ ਹਾਰਾਂ ਨੂੰ ਜਿੱਤਾਂ ਵਿੱਚ, ਆਪਣੇ ਦੁੱਖਾਂ ਨੂੰ ਸੁੱਖਾਂ ਵਿੱਚ, ਔਰ ਆਪਣੇ ਜਿਹੜੇ ਨੇ ਚਿੰਤਾਵਾਂ ਉਹਨਾਂ ਨੂੰ ਖੁਸ਼ੀਆਂ ਦੇ ਵਿੱਚ ਕਨਵਰਟ ਕਰ ਸਕਦੇ ਹਾਂ। ਕਿਵੇਂ ਕਰ ਸਕਦੇ ਹਾਂ, ਇਹ ਸਾਨੂੰ ਸਮਝ ਆ ਜਾਏ। ਠੀਕ ਹੈ, ਧੰਨਵਾਦ। ਧੰਨਵਾਦ ਜੀ ਰਵਿੰਦਰ ਸਿੰਘ ਜੀ। ਤੇ ਸਾਡੇ ਨਾਲ ਇਸ ਵੇਲੇ 2 ਸਰੋਤੇ ਹੋਰ ਅਨਮਿਊਟ ਹੈ ਜੀ, ਇੱਕ ਪਨੀਤ ਕੌਰ ਤੇ ਇੱਕ ਅਵਤਾਰ ਸਿੰਘ ਜੀ। ਮੈਂ ਪਹਿਲਾਂ ਪਨੀਤ ਕੌਰ ਕੋਲ ਆਊਂਗਾ ਜੀ, ਤੁਸੀਂ ਆਪਣੀ ਜੋ ਗੱਲ ਕਰਨੀ ਕਰ ਲਓ। ਤਾਂ ਮੈਂ ਬਾਕੀਆਂ ਨੂੰ ਵੀ ਕਹਿ ਰਿਹਾ ਜੀ ਕਿ ਕਿਸੇ ਨੇ ਹੋਰ ਨੇ ਵੀ ਕੋਈ ਗੱਲਬਾਤ ਕਰਨੀ, ਤੁਸੀਂ ਅਨਮਿਊਟ ਹੋ ਜਾਓ। ਹਾਂਜੀ ਪਨੀਤ ਕੌਰ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭਾਈ ਸਾਹਿਬ ਜੀ, ਸੁਣਿਆ ਮੁੱਖ ਸਲਾਹਣ ਮੰਦ। ਮੁੱਖ ਸਲਾਹਣ ਮੰਦ ਤਾਂ ਤੇ ਆ ਗਿਆ, ਬਟ ਮੁੱਖ ਨਹੀਂ ਮੈਨੂੰ, ਮਤਲਬ ਇਹ ਸ਼ਾਇਦ ਮੈਂ ਸਕਿਪ ਕਰ ਗਈ। ਮੁੱਖ ਦੇ ਖੱਖੇ ਨਾਲ ਨਾ ਪਨੀਤ ਕੌਰ ਭੈਣ ਜੀ ਲੱਗੀ ਸਿਹਾਰੀ, ਤੇ ਜਦੋਂ ਸਿਹਾਰੀ ਲੱਗੀ ਹੋਏਗੀ ਨਾ ਉਹਦਾ ਅਰਥ ਹੋ ਜਾਏਗਾ ਮੁੱਖ ਦੇ ਜਰੀਏ, ਮੁੱਖ ਰਾਹੀਂ। ਓਕੇ। ਸਲਾਹਣ ਮੰਦ, ਮੰਦ ਦਾ ਮਤਲਬ ਜਿਹੜਾ ਮੰਦਾ ਪੁਰਸ਼ ਹੈ, ਮਾੜਾ ਹੈ।
ਸਲਾਹਣ ਦਾ ਮਤਲਬ ਸਲਾਹਣ ਯੋਗ ਹੋ ਜਾਂਦਾ ਵੀ ਉਹ ਵੀ ਆਪਣੇ ਮੂੰਹ ਰਾਹੀਂ ਸਿਫਤ ਸਲਾਹ ਕਰਨ ਲੱਗ ਜਾਂਦਾ। ਜਿਹੜੇ ਮੂੰਹ ਚੋਂ ਬੁਰਾਈਆਂ ਨਿਕਲਦੀਆਂ ਸੀ, ਜਿਹੜਾ ਬੁਰਾਈਆਂ ਕਰਦਾ ਸੀ, ਜੇ ਗੁਰੂ ਦੀ ਸੱਚੀ ਸਿੱਖਿਆ ਨੂੰ ਸੁਣੇ ਤਾਂ ਉਹ ਵੀ ਸਲਾਹ ਕਰਨ ਲੱਗ ਜਾਂਦਾ, ਉਹ ਵੀ ਚੰਗਾ ਹੋ ਜਾਂਦਾ। ਠੀਕ ਹੈ ਜੀ, ਬਸ ਇਹੀ ਪੁੱਛਣਾ ਸੀ। ਧੰਨਵਾਦ ਜੀ ਪਨੀਤ ਕੌਰ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਤੇ ਹੁਣ ਸਾਡੇ ਨਾਲ ਅਵਤਾਰ ਸਿੰਘ ਹੈਗੇ ਜੀ। ਮੈਂ ਬਾਕੀਆਂ ਨੂੰ ਵੀ ਬੇਨਤੀ ਕਰਦਾ, ਜੇ ਕਿਸੇ ਨੇ ਪੁੱਛਣਾ ਹੋਵੇ ਜੀ, ਸਾਡੇ ਕੋਲ ਪਲੇਟਫਾਰਮ ਹੈਗਾ ਇਸ ਵੇਲੇ। ਜਿੱਦਾਂ ਤੁਸੀਂ ਗੁਰਦੁਆਰੇ ਦੇ ਵਿੱਚ ਬੈਠ ਕੇ ਨਹੀਂ ਕੁਝ ਪੁੱਛ ਸਕਦੇ, ਸਟੇਜ ਤੇ ਕੋਈ ਗਿਆਨੀ ਆਉਂਦਾ ਤਾਂ ਤੁਸੀਂ ਨਹੀਂ ਪੁੱਛ ਸਕਦੇ, ਇੱਥੇ ਤੁਸੀਂ ਪੁੱਛ ਸਕਦੇ ਆ, ਤੁਹਾਡੇ ਕੋਲ ਇਹ ਚੁਆਇਸ ਹੈਗੀ ਆ। ਸੋ ਅਵਤਾਰ ਸਿੰਘ ਜੀ, ਤੁਸੀਂ ਕੁਝ ਕਹਿਣਾ ਤਾਂ? ਹਾਂਜੀ, ਸਤਿ ਸ਼੍ਰੀ ਅਕਾਲ ਗਿਆਨੀ ਜੀ। ਮੈਂ ਇੱਕੋ ਹੀ ਕਹਿਣਾ ਬਈ ਕਿ ਕਈਆਂ ਗੁਰਦੁਆਰਿਆਂ ਦੇ ਵਿੱਚ ਵੀ ਇੰਡੀਆ 'ਚ ਦੇਖਿਆ ਜੀ, ਉਹਨਾਂ ਨੇ ਇੱਥੇ ਉਹ ਪਾਇਓ ਆ ਮਣਕਿਆਂ ਦੀ ਮਾਲਾ। ਇਹਦਾ ਮਤਲਬ ਉਹਨਾਂ ਨੂੰ ਤਾਂ ਫਿਰ ਪਤਾ ਹੋਣਾ ਚਾਹੀਦਾ, ਇਹ ਉਹਨੀ ਵੀ ਫਿਰ ਪਾਇਓ ਆ ਜੀ। ਉਹ ਕਈਆਂ ਨੂੰ ਤਾਂ ਸੰਤ ਕਹਿੰਦੇ, ਆਪਣੇ ਆਪ ਨੂੰ ਕਹਾਉਂਦੇ ਆ, ਕਈ ਬਾਬੇ ਕਹਾਉਂਦੇ ਆ ਗੁਰਦੁਆਰਿਆਂ ਦੇ ਵਿੱਚ ਵੀ ਜੀ। ਅਸਲ ਦੇ ਵਿੱਚ ਵੀਰ ਜੀ ਕੁਛ ਤਾਂ ਨਾ ਧਰਮ ਦੀ ਦੁਨੀਆ ਦੇ ਵਿੱਚ ਨਾ ਇਮੋਸ਼ਨਲ ਬਲੈਕਮੇਲਰ ਆ ਜਾਂਦੇ ਨੇ। ਪਤਾ ਉਹਨਾਂ ਨੂੰ ਵੀ ਮਾਲਾ ਮੂਲਾ ਬੇਕਾਰ ਹੈ, ਪਰ ਉਹ ਲੋਕਾਂ ਨੂੰ ਵਿਖਾਉਣ ਵਾਸਤੇ ਨਾ, ਠੱਗਣ ਵਾਸਤੇ ਉਹਨਾਂ ਨੇ ਪਾਈਆਂ ਹੁੰਦੀਆਂ ਨੇ। ਤੇ ਜਿੱਥੋਂ ਤੱਕ ਸੰਤ ਦੀ ਗੱਲ ਹੈ, ਦੇਖੋ ਗੁਰੂ ਨਾਨਕ ਦੇਵ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਤੁਸੀਂ ਇਤਿਹਾਸ ਪੜ੍ਹੋ ਤਾਂ ਕਿਸੇ ਵੀ ਬੰਦੇ ਦੇ ਨਾਮ ਦੇ ਨਾਲ ਸੰਤ ਸ਼ਬਦ ਨਹੀਂ ਲੱਗਾ ਹੋਇਆ। ਮਹਾਰਾਜੇ ਰਣਜੀਤ ਸਿੰਘ ਦੇ ਰਾਜ ਤੱਕ ਵੀ ਸੰਤ ਸ਼ਬਦ ਨਹੀਂ ਹੈ, ਅੰਗਰੇਜ਼ ਕਾਲ ਵਿੱਚ ਵੀ ਨਹੀਂ ਹੈ। ਸਭ ਤੋਂ ਪਹਿਲਾ ਸੰਤ ਸ਼ਬਦ ਸੰਤ ਅਤਰ ਸਿੰਘ ਮਸਤੂ ਵਾਲੇ ਦੇ ਨਾਮ ਦੇ ਨਾਲ ਲੱਗਾ ਸੀ, ਔਰ ਉਹ ਵੀ ਸ਼੍ਰੋਮਣੀ ਕਮੇਟੀ ਵੱਲੋਂ ਉਹਨਾਂ ਨੂੰ ਪੰਥ ਵੱਲੋਂ ਖਿਤਾਬ ਮਿਲਿਆ ਸੀ। ਤੇ ਬਾਕੀ ਦਿਆਂ ਨੇ ਫਿਰ ਆਪਣੇ ਨਾਮਾਂ ਨਾਲ ਆਪੇ ਲਾ ਲਏ। ਉਹ ਨਿੱਕੀ ਜੀ ਗੱਲ, ਇੱਕ ਨਾ ਸ਼ਾਹੂਕਾਰ ਨੇ ਆਪਣੇ ਨੌਕਰ ਨੂੰ ਭੇਜਿਆ, ਕਹਿੰਦਾ ਰਾਮੂ ਜਾਂ 2 ਕਿਲੋ ਸੇਬ ਲੈ ਕੇ ਆ। ਉਹ ਸੇਬ ਲੈ ਕੇ ਆਇਆ ਤੇ ਸ਼ਾਹੂਕਾਰ ਕਹਿੰਦਾ ਰਾਮੂ ਆ ਕਾਲਾ ਲੂਣ ਪਿਆ ਤੇ ਇੱਕ ਸੇਬ ਤੂੰ ਚੀਰ ਕੇ ਖਾ ਲੈ, ਮੈਨੂੰ ਆਉਂਦੀ ਨੀਂਦ, ਮੈਂ ਸੌਂ ਲਵਾਂ ਫਿਰ ਖਾਣਾ। ਤੇ ਉਹ ਅੱਧੇ ਪੌਣੇ ਘੰਟੇ ਬਾਅਦ ਉੱਠਿਆ ਤੇ ਕਹਿੰਦਾ ਰਾਮੂ, ਕਹਿੰਦਾ ਹਾਂਜੀ, ਕਹਿੰਦਾ ਸੇਬ ਲਿਆ ਵੀ ਚੀਰ ਕੇ। ਕਹਿੰਦਾ ਜੀ ਸੇਬ ਤੇ ਮੈਂ ਸਾਰੇ ਖਾ ਗਿਆ। ਉਹ ਕਹਿੰਦਾ ਯਾਰ ਮੈਂ ਤੇ ਤੈਨੂੰ ਇੱਕ ਫਰਮਾਇਆ ਸੀ ਵੀ ਖਾ ਲੈ। ਕਹਿੰਦਾ ਜੀ ਬਾਅਦ ਵਿੱਚ ਮੈਂ ਆਪ ਹੀ ਫਰਮਦਾ ਰਿਹਾ ਵਾਂ। ਇੱਕ ਸੰਤ ਦੇ ਨਾਂ ਨਾਲ ਤੇ ਨਾ ਲਾਤਾ ਤੇ ਬਾਕੀ ਸੰਤ ਸਾਡੇ ਆਪ ਹੀ ਫਰਮ ਕੇ ਆਪ ਹੀ ਲਾ ਲਏ ਤੇ ਆਪ ਹੀ ਇਹਨਾਂ ਨੇ ਪਾ ਲਿਆ। ਵਿਖਾਵਾ ਹੈਗਾ, ਉਹ ਜਾਣ ਕੇ ਮਤਲਬ ਲੋਕਾਂ ਨੂੰ ਠੱਗਣ ਲਈ ਕਰ। ਹਾਂ ਠੀਕ ਹੈ, ਥੈਂਕ ਯੂ ਜੀ, ਤੁਹਾਡਾ ਬਹੁਤ ਧੰਨਵਾਦ। ਬਿਲਕੁਲ ਸਹੀ ਗੱਲ, ਥੈਂਕ ਯੂ ਜੀ। ਸਾਡੇ ਨਾਲ ਹਰਦੀਪ ਸਿੰਘ ਭੋਗਲ, ਉਹਨਾਂ ਨੇ ਇੱਕ ਕੁਐਸਚਨ ਭੇਜਿਆ ਜੀ। ਹਾਂਜੀ, ਉਹਨਾਂ ਨੇ ਪੁੱਛਿਆ ਕਿ ਆਤਮਕ ਮੌਤ ਕੀ ਹੈ, ਇਹਦਾ ਜਵਾਬ। ਹਾਂਜੀ ਵੀਰ ਹਰਦੀਪ ਸਿੰਘ ਭੋਗਲ ਜੀ, ਆਤਮਕ ਮੌਤ ਦਾ ਮਤਲਬ ਹੈਗਾ ਵੀ ਬੰਦਾ ਅੰਦਰੋਂ ਹੋਰ ਹੋਏ ਤੇ ਬਾਹਰੋਂ ਹੋਰ ਹੋਏ, ਉਹਨੂੰ ਆਤਮਕ ਮੌਤ ਤੇ ਮਰਿਆ ਕਹਿੰਦੇ ਨੇ। ਜਿਹਨੂੰ ਅਸੀਂ ਆਪਣੀ ਲੈਂਗੁਏਜ ਵਿੱਚ ਕਹਿੰਦੇ ਨਾ ਜ਼ਮੀਰ ਦਾ ਮਰਿਆ ਹੋਇਆ ਬੰਦਾ। ਬੇਗਾਨੀਆਂ ਧੀ ਭੈਣਾਂ ਨੂੰ ਤੱਕਣਾ ਜਾਂ ਮਤਲਬ ਪੈਸੇ ਠੱਗਣੇ ਜਾਂ ਚੋਰੀਆਂ ਕਰਨੀਆਂ ਤੇ ਉੱਤੋਂ ਹੋਰ ਹੋਣਾ, ਅੰਦਰੋਂ ਹੋਰ ਹੋਣਾ, ਉਹਨੂੰ ਕਹਿੰਦੇ ਨੇ ਆਤਮਕ ਮੌਤ ਤੇ ਮਰਿਆ ਹੋਇਆ। ਕੋਈ ਵੀ ਬੰਦਾ ਜੋ ਕਥਨੀ ਔਰ ਕਰਨੀ ਦਾ ਪੂਰਾ ਨਹੀਂ, ਕਹਿੰਦਾ ਕੁਛ ਹੋਰ ਹੈ ਕਰਦਾ ਕੁਛ ਹੋਰ ਹੈ, ਉਹਨੂੰ ਕਹਿੰਦੇ ਨੇ ਆਤਮਕ ਮੌਤ ਤੇ ਮਰਿਆ। ਤੇ ਜੋ ਮਨ ਬਚਨ ਔਰ ਕਰਮ ਕਰਕੇ ਸੱਚ ਦਾ ਧਾਰਨੀ, ਉਹਨੂੰ ਕਹਿੰਦੇ ਨੇ ਆਤਮਕ ਜੀਵਨ ਜੀਵਨ। ਧੰਨਵਾਦ ਜੀ। ਥੈਂਕ ਯੂ ਜੀ। ਤੇ ਕੁਲਦੀਪ ਕੌਰ ਜੀ ਹੈਗੇ ਸਾਡੇ ਨਾਲ ਤੇ ਸਤਿੰਦਰ ਸਿੰਘ ਜੀ। ਹਾਂਜੀ, ਪਹਿਲਾਂ ਕੁਲਦੀਪ ਕੌਰ ਜੀ। ਗਿਆਨੀ ਜੀ। ਹਾਂਜੀ ਭੈਣ। ਜਿਹੜਾ ਐੜਾ ਆ, ਐੜੇ ਦੇ ਉੱਤੇ 2 ਦੁਲਾਵਾਂ ਆ, ਇਹਦੇ ਨਾਲ ਬਿੰਦੀ ਲੱਗਣੀ ਹੈ ਕਿ ਨਹੀਂ? ਹਾਂਜੀ ਲੱਗੇਗੀ ਲੱਗੇਗੀ, ਸੁਣਿਆ ਲੱਗੇਗੀ। ਇੱਕ ਬੱਚਾ, ਹਾਂ ਠੀਕ ਹੈ। ਥੈਂਕ ਯੂ ਜੀ। ਤੇ ਸਾਡੇ ਨਾਲ ਸਤਿੰਦਰ ਸਿੰਘ ਜੀ। ਸਤਿੰਦਰ ਸਿੰਘ ਜੀ ਕੀ ਫਤਿਹ ਜੀ। ਫਤਿਹ ਜੀ। ਭਾਈ ਸਾਹਿਬ ਜੀ, ਅੱਜ ਦੀ ਪੌੜੀ ਦੇ ਵਿੱਚ ਜਿਹੜੀ ਸੁਣੀਏ ਦੀ ਗੱਲ ਕੀਤੀ ਹੈ ਉਹਨਾਂ ਨੇ, ਇਹਦੇ 'ਚ ਸਾਡੀ ਜਿਹੜੀ ਰਾਈਟ ਲਿਸਨਿੰਗ ਹੈ, ਜਿਹੜੀ ਸਹੀ ਲਿਸਨਿੰਗ ਦੇ ਉੱਪਰ ਉਹਨਾਂ ਨੇ ਪੂਰਾ ਜ਼ੋਰ ਪਾਇਆ ਤਾਂ ਕਿ ਉਹਦੇ ਨਾਲ ਸਾਡੀ ਅਵੇਅਰਨੈਸ ਵੱਧ ਜਾਏ। ਹਾਂਜੀ। ਤੇ ਉਹਦੇ ਵਿੱਚ ਸੁਣਨ ਦੇ ਟਾਈਮ ਤੇ ਨਾ ਤੇ ਮੇਰੇ ਦਿਮਾਗ ਦੇ ਵਿੱਚ ਕੁਐਸਚਨਿੰਗ ਦਾ ਕੁਝ ਹੋਵੇ, ਨਾ ਜੱਜਿੰਗ ਦਾ ਕੁਝ ਹੋਵੇ, ਨਾ ਕ੍ਰਿਟਿਸਾਈਜ਼ਿੰਗ ਦਾ ਕੁਝ ਹੋਵੇ, ਤਾਂ ਹੀ ਮੈਂ ਪ੍ਰੋਪਰਲੀ ਸੁਣ ਸਕਾਂ। ਹਾਂਜੀ, ਸੁਣਿਆ ਦਾ ਮਤਲਬ ਹੈ ਕਿ ਸੱਚ ਨੂੰ ਸੁਰਤ ਦੇ ਨਾਲ ਸੁਣਨਾ, ਸੁਰਤ ਕਰਕੇ ਔਰ ਫਿਰ ਉਹਨੂੰ ਮੰਨਣਾ ਹੈ ਨਾ। ਸੁਣਿਆ ਦਾ ਮਤਲਬ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਅਰਥ ਕੀਤਾ ਕਿ ਪ੍ਰਭੂ ਦੇ ਨਾਮ ਵਿੱਚ ਸੁਰਤ ਜੋੜਿਆ, ਪਰ ਇੱਥੇ ਸੁਣਨ ਦਾ ਮਤਲਬ ਹੈ ਗੁਰੂ ਦੀ ਸਿੱਖਿਆ ਨੂੰ ਧਿਆਨ ਦੇ ਨਾਲ ਸੁਣ ਕੇ ਨਾਲ ਮੰਨਣਾ ਵੀ ਹੈ। ਸੁਣਿਆ ਦਾ ਮਤਲਬ ਸੁਰਤ ਵਿੱਚ ਵਸ ਜਾਓ। ਸੁਰਤ, ਤੁਸੀਂ ਠੀਕ ਕਹਿ ਰਹੇ ਹੋ। ਧੰਨਵਾਦ। ਵਾਹਿਗੁਰੂ ਜੀ ਕੀ ਫਤਿਹ। ਮੈਂ ਸਵਿੰਦਰ ਕੌਰ ਭੈਣ ਕੋਲ ਵੀ ਆਊਂਗਾ ਤੇ ਉਹਦੇ ਬਾਅਦ ਚ ਅਵਤਾਰ ਸਿੰਘ ਜੀ ਫੇਰ ਅਨਮਿਊਟ ਹੋਏ, ਮੈਂ ਉਹਨਾਂ ਦੇ ਕੋਲ ਵੀ ਆਊਂਗਾ। ਪਹਿਲਾਂ ਅੱਛਾ ਜੀ, ਠੀਕ ਹੈ ਜੀ। ਸਵਿੰਦਰ ਕੌਰ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਫਤਿਹ ਭੈਣ। ਹਾਂਜੀ ਗਿਆਨੀ ਜੀ ਸੁਣੀਏ ਸ਼ਾਸਤ ਸਿਮਰਤ ਵੇਦ। ਹਾਂਜੀ ਸੁਣੀਏ ਨਹੀਂ ਇਹਨੂੰ ਪੜ੍ਹਨਾ ਪੈਣਾ, ਇਹਨੂੰ ਪੜ੍ਹਨਾ ਸੁਣਿਆ। ਔਰ ਇਹਦੇ ਵਾਸਤੇ ਨਾ ਅਸੀਂ ਸੌਖਾ ਤਰੀਕਾ ਅਪਣਾ ਸਕਦੇ ਹਾਂ। ਜਿਵੇਂ ਨਾ ਅਸੀਂ ਕਹਿੰਦੇ ਹਾਂ ਵੀ ਸੁਣਿਆ ਅੱਜ ਤੁਸੀਂ ਮਟਰ ਪਨੀਰ ਬਣਾਇਆ, ਸੁਣਿਆ ਐਵੇਂ। ਸੁਣਿਆ ਦਾ ਮਤਲਬ ਸੁਣਨ ਦੇ ਨਾਲ, ਸ਼ਾਸਤ ਸਿਮਰਤ ਵੇਦ ਦਾ ਮਤਲਬ ਕਿ ਜੋ ਸ਼ਾਸਤਰ ਸਿਮਰਤੀਆਂ ਵੇਦ ਨੇ ਇਹਨਾਂ ਦੀ ਪਿੱਛੇ ਸੋਚ ਕੀ ਹੈ ਸਾਨੂੰ ਉਹਦਾ ਪਤਾ ਲੱਗ ਜਾਂਦਾ, ਅਸਲੀਅਤ ਦਾ ਗਿਆਨ ਹੋ ਜਾਂਦਾ। ਅੱਛਾ ਜੀ, ਹਾਂਜੀ ਥੈਂਕ ਯੂ ਜੀ, ਧੰਨਵਾਦ। ਠੀਕ ਹੈ ਜੀ, ਥੈਂਕ ਯੂ ਜੀ। ਆ ਬਹੁਤ ਵਧੀਆ ਤਰੀਕਾ ਦੱਸਿਆ ਜੀ ਤੁਸੀਂ ਸੁਣਨ ਦਾ। ਨਹੀਂ ਤਾਂ ਸਾਰੇ ਸੁਣੀਏ ਗਈ ਜਾਂਦੇ ਜੀ। ਸੁਣਿਆ ਇਹਦਾ ਮਤਲਬ ਹੁਣ ਮਟਰ ਪਨੀਰ ਦਾ ਆਪਣਾ ਤੁਸੀਂ ਦੇਖ ਲਓ ਜਾ ਕੇ। ਹਾਂਜੀ ਮਟਰ ਪਨੀਰ ਯਾਦ ਰੱਖੋ ਤੇ ਸੁਣਿਆ। ਹਾਂਜੀ ਬਸ ਸੁਣਿਆ ਇਹਦਾ ਤਰੀਕਾ ਤੁਸੀਂ ਉੱਤੇ ਅਪਲਾਈ ਕਰ ਲਓ ਤੇ ਸਮਝਾਉਂਦੇ ਰਹਿੰਦੇ। ਹਾਂਜੀ ਬਿਲਕੁਲ ਜੀ, ਥੈਂਕ ਯੂ ਜੀ। ਬਹੁਤ ਸੋਹਣੀ ਜੀ, ਬਹੁਤ ਵਧੀਆ ਰਹਿੰਦਾ। ਜਿੰਨੀਆਂ ਵੱਧ ਐਗਜ਼ਾਮਪਲ ਦਿੰਦੇ ਆ ਉਹਨਾਂ ਜ਼ਿਆਦਾ ਯਾਦ ਰਹਿੰਦਾ ਹੈਗਾ ਜੀ। ਹਾਂਜੀ ਹਾਂਜੀ ਬਿਲਕੁਲ, ਸਪੈਸ਼ਲੀ ਜਿਹੜੀਆਂ ਸਾਡੇ ਤੇ ਲਾਗੂ ਹੁੰਦੀਆਂ ਜ਼ਿਆਦਾ ਉਹ ਤਾਂ ਸਾਨੂੰ ਸਾਡੇ ਮਨ 'ਚ ਵੱਸ ਜਾਂਦੀਆਂ ਨਾ। ਹਾਂਜੀ ਹਾਂਜੀ। ਤੇ ਹਾਂਜੀ ਸਾਡੇ ਨਾਲ ਸੁਰਿੰਦਰ ਗਰੇਵਾਲ ਜੀ ਹੈ। ਹਾਂਜੀ ਸੁਰਿੰਦਰ ਗਰੇਵਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਸੁਣਿਆ ਜੀ ਆਪਾਂ ਗੱਲ ਕਰਦੇ ਹਾਂ। ਮੈਂ ਇਹ ਕਲੀਅਰ ਕਰਨਾ ਮਤਲਬ ਮੈਂ ਪੁੱਛਣਾ ਚਾਹੁੰਦੀ ਹਾਂ ਵੀ ਜਦੋਂ ਕਿਸੇ ਨੂੰ ਰੱਬ ਵੱਲੋਂ ਜਦੋਂ ਬੱਚਾ ਪੈਦਾ ਹੁੰਦਾ ਉਹਨੂੰ ਸੁਣਦਾ ਨਹੀਂ ਨਾ, ਉਹ ਬੋਲਦਾ ਵੀ ਨਹੀਂ ਫਿਰ ਬਾਅਦ ਵਿੱਚ। ਹਾਂਜੀ ਉਹਨੂੰ ਆਪਾਂ ਕਿੱਦਾਂ ਕਹਿ ਸਕਦੇ ਵੀ ਉਹ ਸੁਣਿਆ ਤਾਂ ਉਹਦਾ ਕਨਸੈਪਟ ਕਿੱਦਾਂ ਹੋ ਸਕਦਾ? ਉਹਨੂੰ ਸੁਣਨ ਦਾ ਕੋਈ ਹੋਰ ਤਰੀਕਾ ਹੋਊਗਾ? ਹਾਂਜੀ ਜਿਹੜਾ ਗੂੰਗਾ ਔਰ ਬੋਲਾ ਹੈ ਉਹਦੇ ਵਾਸਤੇ ਅਸੀਂ ਇਹ ਕਹਿ ਸਕਦੇ ਹਾਂ, ਇੱਕ ਤੇ ਅੱਜ ਕੱਲ੍ਹ ਨਾ ਗੂੰਗੇ ਬੋਲਿਆਂ ਵਾਸਤੇ ਸਕੂਲ ਹੈਗੇ ਨੇ। ਹਾਂਜੀ ਤਾਂ ਉਹਨਾਂ ਨੂੰ ਉੱਥੇ ਦਾਖਲ ਕਰਾ ਕੇ ਤੇ ਉਹਨਾਂ ਨੂੰ ਮਤਲਬ ਪੜ੍ਹਾਇਆ ਜਾ ਸਕਦਾ। ਅੱਜ ਤਾਂ ਇਹ ਸਹੂਲਤਾਂ ਹੈਗੀਆਂ ਨੇ। ਤੇ ਜਿਹੜੇ ਗੂੰਗੇ ਔਰ ਬੋਲੇ ਨੇ ਉਹਨਾਂ ਨੂੰ ਫਿਰ ਅਸੀਂ ਵੈਸੇ ਪ੍ਰੈਕਟੀਕਲੀ ਜ਼ਿੰਦਗੀ ਉਹ ਸਾਨੂੰ ਵੇਖ ਸਕਦੇ ਨੇ ਅੱਖਾਂ ਰਾਹੀਂ। ਤਾਂ ਉਹ ਬੰਦੇ ਸਿੱਖ ਸਕਦੇ ਨੇ ਬਹੁਤ ਕੁਛ, ਕਿਉਂਕਿ ਜਿਨ੍ਹਾਂ ਨੇ ਵਿਚਾਰ ਪ੍ਰੈਕਟੀਕਲੀ ਸਾਡੀ ਜ਼ਿੰਦਗੀ ਨੂੰ ਵੇਖ ਕੇ ਉਹ ਕੁਛ ਕਰ ਸਕਦੇ ਨੇ। ਓਕੇ ਜੀ, ਓਕੇ ਜੀ, ਥੈਂਕ ਯੂ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਰਿੰਦਰ ਜੀ ਤੁਸੀਂ ਇੰਡੀਆ ਤੋਂ ਬੋਲਦੇ ਜੀ? ਨਹੀਂ ਮੈਂ ਇੱਥੇ ਹੀ ਹਾਂ। ਭਾਜੀ ਨੂੰ ਪਤਾ ਮੈਂ ਇੱਥੇ ਸਾਊਥ ਹਾਲ 'ਚ ਹੀ ਹਾਂ। ਠੀਕ ਹੈ ਜੀ, ਠੀਕ ਹੈ। ਮੈਂ ਵੈਸੇ ਪੁੱਛਿਆ, ਮੈਨੂੰ ਇੱਕ ਦਿਮਾਗ 'ਚ ਆਉਂਦੀ ਸੀ ਕੋਈ ਇੱਕ ਸਾਡੇ ਸਰੋਤੇ ਇੰਡੀਆ ਦੇ ਵਿੱਚ ਵੀ ਹੈਗੇ। ਮੈਂ ਸ਼ਾਇਦ ਮੈਂ ਇੱਥੇ ਸਾਊਥ ਹਾਲ 'ਚ ਰਹਿੰਦੀ ਬਹੁਤ ਦੇਰ ਦੀ। ਠੀਕ ਹੈ ਜੀ। ਇਹ ਭੈਣ ਜੀ ਨਾ ਹੰਸਲੋ ਤੋਂ ਨੇ ਤੇ ਪਹਿਲੋਂ ਵੀ ਉੱਥੇ ਸਾਊਥ ਹਾਲ ਕਲਾਸ ਚੱਲਦੀ 20 ਸਾਲ ਤੋਂ, ਉਹਦੇ ਵਿੱਚ ਆਉਂਦੇ ਹੁੰਦੇ ਨੇ। ਠੀਕ ਹੈ ਜੀ, ਤੁਹਾਡੇ ਪੁਰਾਣੇ ਸਰੋਤੇ ਤੁਹਾਡੇ ਨਾਲ ਹੈਗੇ ਜੁੜੇ, ਬਹੁਤ ਵਧੀਆ ਜੀ, ਥੈਂਕ ਯੂ ਵੈਰੀ ਮਚ। ਬਹੁਤ ਵਧੀਆ ਵਿਚਾਰ ਸੁਣਤੇ, ਬਹੁਤ ਵਧੀਆ ਲੱਗਦਾ ਭਾਜੀ ਨੂੰ। ਅਸੀਂ ਕਹਿੰਦੇ ਵੀ ਬਸ ਮੈਂ ਵੀ ਟਰਾਈ ਕਰਦੀ ਐਵਰੀ ਵੀਕ ਐਵਰੀ ਡੇ ਸੁਣਨ ਨੂੰ, ਪਰ ਕਈ ਵਾਰੀ ਬੰਦਾ ਬਿਜ਼ੀ ਹੁੰਦਾ ਤਾਂ ਸੁਣ ਨਹੀਂ ਸਕਦੇ, ਪਰ ਅਸੀਂ ਬਾਅਦ ਵਿੱਚ ਵੀ ਸੁਣ ਲੈਂਦੇ ਹਾਂ ਉਹਨਾਂ ਨੂੰ। ਕੋਈ ਨਹੀਂ ਜੀ, ਉਹ ਅਸੀਂ ਦੱਸ ਦਿੰਦੇ ਹਾਂ ਕਿ ਇਹ ਜਿੱਦਾਂ ਗਿਆਨੀ ਜੀ ਇਸ ਵੇਲੇ ਫੇਸਬੁੱਕ ਤੇ ਵੀ ਚਲਾ ਰਹੇ ਆਪਣੀ ID ਤੇ ਸਾਡੇ ਗੁਰਦੁਆਰਾ ਸਾਹਿਬ ਵੁਲਿਚ ਦੇ YouTube ਚੈਨਲ ਜਿਹੜਾ ਹੈਗਾ ਉਹਦੇ ਵਿੱਚ ਵੀ ਹੋਰ 2-3 ਘੰਟਿਆਂ ਤਾਈਂ ਇਹ ਚੜ ਜਾਣੀ ਆ ਇਹ ਜਿਹੜੀ ਹੋਣੀ ਅੱਜ ਦੀ ਕਥਾ, ਤੇ ਤੁਸੀਂ ਕਦੀ ਵੀ ਇਹਨੂੰ ਸੁਣ ਸਕਦੇ ਆ। ਤੇ ਇੱਥੇ ਮੈਂ ਜਗਜੀਤ ਕੌਰ ਜੀ, ਹਾਂਜੀ ਤੁਸੀਂ ਅਨਮਿਊਟ ਹੋਏ ਆ। ਹਾਂਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਭਾਈ ਗਿਆਨੀ ਜੀ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ ਕਿ ਉਹ ਗੁਰਬਾਣੀ ਸਾਨੂੰ ਵਿਆਕਰਣ ਦੇ ਨਾਲ ਸਮਝਾ ਰਹੇ ਨੇ, ਜਿਹੜੀ ਕਿ ਬਹੁਤ ਜ਼ਰੂਰੀ ਹੈਗੀ ਹੈ। ਨਹੀਂ ਤੇ ਜੇ ਅਸੀਂ ਇਸ ਚੀਜ਼ ਤੇ ਧਿਆਨ ਨਹੀਂ ਦਿੰਦੇ ਹਾਂ ਤਾਂ ਕਈ ਵਾਰੀ ਸ਼ਬਦਾਂ ਦੇ ਅਰਥ ਬਦਲ ਜਾਂਦੇ ਨੇ। ਸੋ ਮੈਂ ਬਸ ਇਹੀ ਇਹਨਾਂ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਕਿ ਵਿਆਕਰਣ ਨਾਲ ਸਮਝਾ ਰਹੇ ਨੇ ਸਾਨੂੰ ਤੇ ਬੜੀ ਅੱਛੀ ਤਰ੍ਹਾਂ ਸਮਝਾ ਰਹੇ ਨੇ। ਧੰਨਵਾਦ ਜੀ ਤੁਹਾਡਾ। ਤੇ ਮੇਰਾ ਖਿਆਲ ਪੁਨੀਤ ਕੌਰ ਜੀ ਤੁਸੀਂ ਫੇਰ ਮੁੜ ਕੇ ਆਏ। ਹੈਲੋ ਪੁਨੀਤ ਕੌਰ ਜੀ। ਹਾਂਜੀ ਸੌਰੀ ਸਰ, ਸ਼ਾਇਦ ਗਲਤੀ ਨਾਲ ਹੋ ਗਿਆ। ਕੋਈ ਗੱਲ ਨਹੀਂ ਜੀ। ਕੁਲਦੀਪ ਕੌਰ ਜੀ। ਹਾਂਜੀ ਗਿਆਨੀ ਜੀ, ਜਿਹੜਾ ਤੁਹਾਡਾ ਫੇਸਬੁੱਕ ਤੇ ਉਹ ਮੋਹਰ ਸਿੰਘ ਦੇ ਨਾਲ ਹੈ, ਮੋਹਰ ਸਿੰਘ ਪਾਈਏ ਤਾਂ ਆਏਗਾ। ਹਾਂਜੀ ਮੋਹਰ ਸਿੰਘ MOHARSING। ਠੀਕ ਹੈ ਜੀ, ਮੈਂ ਦੁਬਾਰਾ ਫਿਰ ਬੇਨਤੀ ਕਰਦਾ ਕਿ WhatsApp ਗਰੁੱਪ ਦਾ ਅਸੀਂ ਨਾਮ ਰੱਖਿਆ ਕਿ ਸਚਿਆਰਾ ਹੋਈ ਹੈ, ਤੇ ਉਹਦੇ ਵਿੱਚ ਜਿਹੜਾ ਵੀ ਵੀਰ ਭੈਣ ਸ਼ਾਮਲ ਹੋਣਾ ਚਾਹੇ ਹੋ ਸਕਦਾ ਹੈ। ਉਹਦੇ ਨਾਲ ਤੁਸੀਂ ਭੈਣ ਕੁਲਦੀਪ ਕੌਰ ਦੇ ਨਾਲ ਵੀ ਸੰਪਰਕ ਕਰ ਸਕਦੇ ਹੋ, ਵੀਰ ਜੀ ਦੇ ਨਾਲ ਆਪਣਾ। ਤੇ ਉਹਦੇ ਵਿੱਚ ਖਾਸ ਕਰਕੇ ਖਿਆਲ ਰੱਖਣਾ ਹੈ ਕਿ ਕਿਸੇ ਨੇ ਕਿਸੇ ਨੂੰ ਫਤਿਹ ਨਹੀਂ ਬੁਲਾਣੀ, ਨਾ ਹੀ ਮਤਲਬ ਗੁੱਡ ਮਾਰਨਿੰਗ ਜਾਂ ਹਾਲ ਚਾਲ ਪੁੱਛਣ ਦਾ ਜਾਂ ਕੋਈ ਆਡੀਓ ਵੀਡੀਓ ਨਹੀਂ। ਸਿਰਫ ਉਹਦੇ ਵਿੱਚ ਗੁਰਬਾਣੀ ਦੇ ਉਚਾਰਨ ਵਾਸਤੇ ਮੈਂ ਤੁਹਾਨੂੰ ਭੇਜਦਾ ਰਹਾਂਗਾ, ਕਿਉਂਕਿ ਆਪਾਂ ਵਿਚਾਰ ਤਾਂ ਇੱਥੇ ਕਰ ਹੀ ਰਹੇ ਹਾਂ ਤੇ ਨਾਲ ਤੁਹਾਨੂੰ ਉਚਾਰਨ ਬਾਰੇ ਸਮਝ ਆ ਜਾਏਗੀ। ਤੇ ਜੇ ਕੋਈ ਸਵਾਲ ਪੁੱਛਣਾ ਵੀ ਚਾਹੇ ਤਾਂ ਉੱਥੇ ਆਪਣਾ ਸਵਾਲ ਤੁਸੀਂ ਬੋਲ ਕੇ ਜਾਂ ਲਿਖ ਕੇ ਜਪਜੀ ਸਾਹਿਬ ਬਾਰੇ ਕੋਈ ਸਵਾਲ ਪਾ ਸਕਦੇ ਹੋ, ਬੋਲ ਕੇ ਵੀ ਪਾ ਸਕਦੇ ਹੋ
ਵੌਇਸ ਮੈਸੇਜ ਰਾਹੀਂ ਜਾਂ ਲਿਖ ਕੇ ਪਾ ਸਕਦੇ ਹੋ, ਸਿਰਫ ਜਪਜੀ ਸਾਹਿਬ ਬਾਰੇ, ਹੋਰ ਨਹੀਂ। ਤੇ ਨਾਲ ਮਤਲਬ ਆਪਾਂ ਉੱਥੇ ਮੈਂ ਉਚਾਰਨ ਵਾਸਤੇ ਤੁਹਾਨੂੰ ਭੇਜਦਾ ਰਹਾਂਗਾ, 2-4 ਵਿਆਕਰਨ ਦੇ ਨੇਮ ਨੇ ਛੋਟੇ ਛੋਟੇ ਜਿਹੜੇ ਤੁਹਾਡੀ ਸਮਝ ਵਿੱਚ ਆ ਜਾਣਗੇ, ਉਹ ਪਾ ਦੇਵਾਂਗਾ। ਤੇ ਨਾਲ ਫਿਰ ਉਚਾਰਨ ਵਾਸਤੇ ਉਹ ਪੰਕਤੀਆਂ ਸਪੈਸ਼ਲ, ਕਿੱਥੇ ਬਿੰਦੀ ਲੱਗਣੀ ਹੈ, ਕਿੱਥੇ ਵਿਸ਼ਰਾਮ ਲੱਗਣਾ, ਉਹ ਪਾ ਦੇਵਾਂਗਾ। ਤੇ ਜੋ ਜਪਜੀ ਸਾਹਿਬ ਪਾਇਆ ਜਾਏਗਾ ਨਾ, ਉਹ ਅਲੱਗ-ਅਲੱਗ ਰੰਗ ਹੋਣਗੇ। ਜਿੱਥੇ ਰੰਗ ਬਦਲੇਗਾ ਨਾ, ਉੱਥੇ ਤੁਸੀਂ ਵਿਸ਼ਰਾਮ ਲਗਾਉਣਾ ਹੈ। ਇਹ ਧਿਆਨ ਰੱਖਿਓ, ਜਿਹੜੀਆਂ ਮੈਂ ਪਾਵਾਂਗਾ ਪੋਸਟਾਂ, ਜਿੱਥੇ ਰੰਗ ਬਦਲੇਗਾ ਉੱਥੇ ਵਿਸ਼ਰਾਮ ਲਗਾਉਣਾ ਹੈ। ਤੇ ਜਿੱਥੇ ਗੁਲਾਬੀ ਰੰਗ ਹੋਏਗਾ, ਜਿਵੇਂ ਨਾਨਕ ਤੇ ਨਾ ਮੈਂ ਗੁਲਾਬੀ ਰੰਗ ਕੀਤਾ ਹੋਏਗਾ, ਤਾਂ ਗੁਲਾਬੀ ਰੰਗ ਦੇ ਉੱਤੇ ਥੋੜਾ ਜਿਹਾ ਰੁਕਣਾ ਹੈ ਬਸ। ਜਿਵੇਂ ਨਾਨਕ ਭਗਤਾਂ ਸਦਾ ਵਿਗਾਸ, ਸਦਾ ਵਿਗਾਸ ਤੇ ਜਾ ਕੇ ਰੰਗ ਬਦਲ ਜਾਏਗਾ, ਉੱਥੇ ਮਤਲਬ ਤੁਸੀਂ ਵਿਸ਼ਰਾਮ ਲਗਾਉਣਾ। ਇਹ ਉਹਦਾ ਤਰੀਕਾ ਅਪਣਾਇਆ ਗਿਆ ਤੇ ਉਹਦੇ ਨਾਲ ਤੁਹਾਨੂੰ ਬਹੁਤ ਬੈਨੀਫਿਟ ਹੋਏਗਾ ਜਪਜੀ ਸਾਹਿਬ ਦਾ ਸ਼ੁੱਧ ਉਚਾਰਨ ਕਰਨ ਵਾਸਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਅੱਛਾ ਜੀ, ਮੈਂ ਇੱਕ ਸਕਿੰਟ ਤੇ ਮੈਂ ਆਪ ਜੀ ਦਾ ਗਿਆਨੀ ਜੀ ਮੈਂ ਤੁਹਾਡਾ ਨੰਬਰ ਦੇ ਦਿਆਂ ਜੀ ਇੱਕ ਵਾਰੀ ਫੇਰ। +91 ਲਗਾ ਦਿਆ ਜੀ ਪਹਿਲਾਂ। ਹਾਂਜੀ, +91 987 26 13340 +91 987 26 133 40। ਤੇ ਅਸੀਂ ਫੇਰ ਵੀ ਰਿਪੀਟ ਕਰਦੇ ਰਹਾਂਗੇ ਜੀ ਇਹਦੇ ਵਿੱਚ। ਤੇ ਜਿੱਦਾਂ ਗਿਆਨੀ ਜੀ ਨੇ ਬੇਨਤੀ ਕੀਤੀ ਹੈ ਕਿ ਉਹਦੇ ਵਿੱਚ ਕੋਈ ਗੁੱਡ ਮਾਰਨਿੰਗ, ਕੋਈ ਏਦਾਂ ਦਾ ਮੈਸੇਜ ਨਹੀਂ ਪਾਉਣਾ। ਤੇ ਉਹ ਜਿਹੜੀ ਗੱਲ ਉਹਨਾਂ ਨੇ ਦੱਸਣੀ ਉਹ ਸਮਝ ਕੇ ਤਾਂ ਆਪਣਾ ਉਹਨੂੰ ਇੰਪਰੂਵਮੈਂਟ ਕਰੀਏ। ਤੇ ਇੱਥੇ ਜੀ ਗਿਆਨੀ ਜੀ ਦਾ ਵੀ ਧੰਨਵਾਦ ਕਰਦੇ ਹਾਂ। 1 ਮਿੰਟ ਵੀਰ ਜੀ, ਸਿਰਫ 1 ਮਿੰਟ ਲਈ। ਤੇ ਨਾਲ ਨਾ ਜਿਹੜਾ ਵੀ ਵੀਰ ਭੈਣ ਕੋਈ ਗਰੁੱਪ ਵਿੱਚ ਸ਼ਾਮਲ ਹੋਣਾ ਚਾਹੇ, ਉਹ ਆਪਣੇ ਨਾਮ ਦੀ ਸਪੈਲਿੰਗ ਤੇ ਨਾਲ ਥੱਲੇ ਨਾ ਜ਼ੂਮ ਮੀਟਿੰਗ ਜ਼ਰੂਰ ਲਿਖ ਦਿਓ, ਜਿਸ ਕਰਕੇ ਮੈਨੂੰ ਪਤਾ ਲੱਗੇ ਤੁਸੀਂ ਉਹ ਜ਼ੂਮ ਮੀਟਿੰਗ ਤੋਂ, ਤੇ ਫਿਰ ਮੈਂ ਲੈ ਲਾਂ। ਜ਼ੂਮ ਮੀਟਿੰਗ ਜ਼ਰੂਰ ਲਿਖ ਦਿਓ, ਜ਼ੂਮ ਲਿਖ ਦਿਓ ਜਾਂ ਜ਼ੂਮ ਮੀਟਿੰਗ। ਧੰਨਵਾਦ। ਠੀਕ ਹੈ ਜੀ, ਅਸੀਂ ਇੱਥੇ ਸਾਰਿਆਂ ਦਾ ਧੰਨਵਾਦ ਕਰਦੇ ਹਾਂ, ਸਾਰੀਆਂ ਸੰਗਤਾਂ ਦਾ, ਸਾਰੇ ਸਰੋਤਿਆਂ ਦਾ, ਤੇ ਗਿਆਨੀ ਜੀ ਦਾ ਵੀ ਧੰਨਵਾਦ ਕਰਦੇ ਹਾਂ। ਬਹੁਤ ਬਹੁਤ ਧੰਨਵਾਦ ਗਿਆਨੀ ਜੀ। ਤੇ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਕੱਲ ਨੂੰ ਅਸੀਂ 2 ਵਜੇ ਫਿਰ ਇੱਥੇ ਵਾਪਸ ਆਵਾਂਗੇ ਇਸੇ ਪਲੇਟਫਾਰਮ ਤੇ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਵੀ ਸਭ ਆਇਓ ਤੇ ਨਾਲ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਨੂੰ ਵੀ ਸਾਰਿਆਂ ਨੂੰ ਦੱਸਿਓ। ਤੇ ਇੱਥੇ ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।